Hello friends, Sat Sri Akal. Welcome to Race Academy official YouTube channel. My name is Ajay Sinana and I welcome you all to this weekly current affair lecture. ਸੋ ਜੋ ਤਾਂ ਰੈਗੂਲਰ ਵਿਊਅਰਸ ਹੈਗੇ ਆ ਇਸ ਚੈਨਲ ਦੇ ਤੇ ਮੇਰੇ ਲੈਕਚਰਸ ਦੇ ਉਹਨਾਂ ਨੂੰ ਪਤਾ ਹੈ ਕਿ ਹਰ ਸੰਡੇ ਆਪਾਂ ਵੀਕਲੀ ਕਰੰਟ ਅਫੇਅਰਸ ਦਾ ਇੱਕ ਲੈਕਚਰ ਕਰਦੇ ਹਾਂ ਜੋ ਤੁਹਾਡੇ ਹਰ ਐਗਜ਼ਾਮ ਲਈ ਬਹੁਤ ਇੰਪੋਰਟੈਂਟ ਹੈ। ਸੋ ਹੁਣ ਤਾਂ ਤੁਹਾਨੂੰ ਪਤਾ ਹੈ ਲਗਾਤਾਰ ਜਿਹੜੀਆਂ ਵੈਕੈਂਸੀਜ਼ ਦਾ ਦੌਰ ਚੱਲ ਪਿਆ ਹੈ, ਲਗਾਤਾਰ ਐਡਵਰਟਾਈਜ਼ਮੈਂਟਸ ਆ ਰਹੀਆਂ ਹੈ ਐਂਡ ਮਚ ਅਵੇਟਿਡ ਐਡਵਰਟਾਈਜ਼ਮੈਂਟ ਜਿਹੜੀ ਪਟਵਾਰੀ ਜ਼ਿਲ੍ਹੇਦਾਰ ਦੀ ਐਡਵਰਟਾਈਜ਼ਮੈਂਟ ਉਹ ਵੀ ਆ ਚੁੱਕੀ ਹੈ। ਨੈਬ ਤਹਿਸੀਲਦਾਰ ਦਾ ਪੇਪਰ ਵੀ ਜਲਦ ਹੀ ਅਨਾਉਂਸ ਹੋਣ ਦਾ ਜਿਹੜਾ ਫਾਰਮ ਤਾਂ ਜਿਹੜੇ ਹੈ ਉਹ ਭਰੇ ਜਾ ਚੁੱਕੇ ਹੈ। ਸੋ ਆਪਾਂ ਉਹਦਾ ਵੇਟ ਕਰ ਰਹੇ ਹਾਂ ਕਿ ਕਦੋਂ ਜਿਹੜਾ ਹੈ ਉਹ ਐਗਜ਼ਾਮ ਇਹਦਾ ਅਨਾਉਂਸ ਹੋਏਗਾ, ਹੈ ਨਾ। ਪੀਸੀਐਸ ਪ੍ਰੀ ਵੀ ਨੈਕਸਟ ਮੰਥ ਜਿਹੜਾ ਹੈ ਉਹ ਆ ਰਿਹਾ ਹੈ। ਸੋ ਇਹਨਾਂ ਸਭ ਐਗਜ਼ਾਮਸ ਲਈ ਕਰੰਟ ਅਫੇਅਰ ਜਿਹੜੇ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ। ਸੋ ਉਹਨਾਂ ਕਰੰਟ ਅਫੇਅਰਸ ਦੀ ਪੂਰਤੀ ਲਈ ਜਿਹੜਾ ਹੈ ਆਪਾਂ ਇੱਕ ਵੀਕਲੀ ਐਨਾਲਿਸਿਸ ਕਰਦੇ ਹੁੰਦੇ ਆ ਇਸ ਲੈਕਚਰ ਦੇ ਦੌਰਾਨ ਕਿ ਜਿਹਦੇ ਚ ਆਪਾਂ ਕਰਦੇ ਆ ਵੀਕਲੀ ਜੀਕੇ ਕਲਾਸ ਫॉर ਪੰਜਾਬ ਗਵਰਨਮੈਂਟ ਐਗਜ਼ਾਮ। ਸੋ ਅੱਜ ਦੀ ਡੇਟ ਮੈਂਸ਼ਨ ਹੈ। ਸੋ ਦੇਖਦੇ ਹਾਂ ਜੀ ਇਹ ਲੈਕਚਰ ਕਿੰਦੇ ਲਈ ਬੈਨੀਫੀਸ਼ੀਅਲ ਹੈ। ਸੋ ਸਭ ਤੋਂ ਪਹਿਲਾਂ ਜਿਹੜਾ ਨੈਕਸਟ ਮੰਥ ਐਗਜ਼ਾਮ ਆਉਣ ਵਾਲਾ ਹੈ ਪੀਸੀਐਸ ਪ੍ਰੀ, ਦੈਨ ਉਸ ਤੋਂ ਬਾਅਦ ਐਗਜ਼ਾਮ ਨੈਬ ਤਹਿਸੀਲਦਾਰ, ਜ਼ਿਲ੍ਹੇਦਾਰ, ਪੰਜਾਬ ਪਟਵਾਰੀ ਐਂਡ ਹੋਰ ਵੀ ਜਿਹੜੇ ਐਗਜ਼ਾਮ ਜਿਨ੍ਹਾਂ ਚ ਵੀ ਜੀਕੇ ਜਾਂ ਜੀਏ ਪੁੱਛੀ ਜਾਂਦੀ ਹੈ। ਹੁਣ ਇੱਥੇ ਮੇਰੇ ਕੁਝ ਦੋਸਤਾਂ ਨੂੰ ਲੱਗੂਗਾ ਕਿ ਸਰ ਜਿਹੜਾ ਕਰੰਟ ਅਫੇਅਰ ਤੁਸੀਂ ਪੀਸੀਐਸ ਪ੍ਰੀ ਵੀ ਲਿਖਤਾ, ਤੁਸੀਂ ਪਟਵਾਰੀ ਵੀ ਲਿਖਤਾ, ਤਾਂ ਮੇਰਾ ਜਵਾਬ ਹੋਊਗਾ ਬਿਲਕੁਲ ਯੈਸ। ਕਿਉਂ? ਕਿਉਂਕਿ ਦੋਸਤੋ ਕਰੰਟ ਅਫੇਅਰਸ ਐਗਜ਼ੈਕਟਲੀ ਉਹੀ ਹੁੰਦੇ ਹੈ, ਨਿਊਜ਼ਪੇਪਰ ਸਭ ਲਈ ਸੇਮ ਆਂਦਾ ਹੈ, ਬਟ ਥੋੜਾ ਜਿਹਾ ਲੈਵਲ ਦਾ ਫਰਕ ਹੁੰਦਾ ਹੈ ਕਿ ਕਿਸੇ 'ਚ ਕੋਈ ਸਟੇਟਮੈਂਟ ਵਾਲਾ ਕੁਐਸਚਨ ਪੁੱਛ ਲੈਂਦੇ ਹੈ, ਕਿਸੇ 'ਚ ਕੁਝ ਥੋੜੀ ਜਿਹੀ ਜ਼ਿਆਦਾ ਡਿਟੇਲ ਪੁੱਛ ਲੈਂਦੇ ਹੈ, ਕਿਸੇ 'ਚ ਥੋੜਾ ਜਿਹਾ ਜਿਹੜਾ ਹੈ ਉਹ ਈਜ਼ੀ ਪੋਰਸ਼ਨ ਪੁੱਛ ਲੈਂਦੇ ਹੈ। ਬਟ ਹਰ ਐਗਜ਼ਾਮ ਲਈ ਤੁਹਾਨੂੰ ਕਰੰਟ ਅਫੇਅਰਸ ਜਿਹੜੇ ਹੈ ਪਿਛਲੇ 6 ਮਹੀਨੇ ਦੇ, ਪਿਛਲੇ 1 ਸਾਲ ਦੇ ਜਾਂ ਜਿਹੜੇ ਕਰੰਟ ਇਵੈਂਟਸ ਚੱਲ ਰਹੇ ਹੈ, ਜਿਹੜੇ ਬਰਨਿੰਗ ਇਸ਼ੂਜ਼ ਚੱਲ ਰਹੇ ਹੈ, ਉਹ ਤੁਹਾਨੂੰ ਹਰ ਐਗਜ਼ਾਮ ਵਾਸਤੇ ਪੜ੍ਹਨੇ ਹੀ ਪੈਣਗੇ। ਵੈਦਰ ਯੂ ਆਰ ਪ੍ਰੀਪੇਅਰਿੰਗ ਫॉर ਐਨੀ ਪਟਵਾਰੀ ਐਗਜ਼ਾਮ, ਕਲਰਕ ਐਗਜ਼ਾਮ ਔਰ ਪੀਸੀਐਸ ਪ੍ਰੀ ਐਗਜ਼ਾਮ ਔਰ ਨੈਬ ਤਹਿਸੀਲਦਾਰ ਔਰ ਵਟਸੋਐਵਰ ਫॉर ਦੀ ਐਨੀ ਸੈਂਟਰ ਲੈਵਲ ਐਗਜ਼ਾਮ, ਈਵਨ ਬੈਂਕਿੰਗ ਆਲਸੋ। ਠੀਕ ਹੈ ਜੀ। ਸੋ ਇਹ ਸਾਰੇ ਜਿਹੜੇ ਹੈ ਤੁਹਾਨੂੰ ਇਹਨਾਂ ਸਭ ਐਗਜ਼ਾਮਸ ਲਈ ਕਰੰਟ ਅਫੇਅਰਸ ਪੜ੍ਹਨੇ ਹੀ ਪੈਣਗੇ। ਯੂ ਡੋਂਟ ਨੋ ਕਿ ਕਿਹੜੇ ਟੌਪਿਕ ਤੋਂ ਤੁਹਾਡਾ ਐਗਜ਼ਾਮੀਨਰ ਜਿਹੜਾ ਹੈ ਉਹ ਕੁਐਸਚਨ ਤੁਹਾਨੂੰ ਬਣਾ ਦੇਗਾ। ਸੋ ਕੁਐਸਚਨ ਹਮੇਸ਼ਾ ਬਣਦੇ ਹੈ ਜਨਰਲ ਅਵੇਅਰਨੈਸ ਤੋਂ ਇਹ ਮੈਂ ਪਿਛਲੇ ਲੈਕਚਰਾਂ ਦੇ ਵਿੱਚ ਡਿਟੇਲਸ ਤੁਹਾਨੂੰ ਦੱਸ ਚੁੱਕਿਆ ਕਿ ਜਨਰਲ ਅਵੇਅਰਨੈਸ ਹੁੰਦੀ ਕੀ ਹੈ। ਕਿਸੇ ਵੀ ਪੇਪਰ ਦੇ ਵਿੱਚ ਜਦੋਂ ਕਰੰਟ ਅਫੇਅਰਸ ਆਣੀ ਹੁੰਦੀ ਹੈ ਜਾਂ ਜਨਰਲ ਨੌਲੇਜ ਆਣੀ ਹੁੰਦੀ ਹੈ ਤਾਂ ਜਨਰਲ ਨੌਲੇਜ ਦੇ ਕੁਐਸਚਨ ਬਣਦੇ ਆ ਜਨਰਲ ਅਵੇਅਰਨੈਸ ਤੋਂ। ਵਟ ਜਨਰਲ ਅਵੇਅਰਨੈਸ ਇਜ਼? ਜਨਰਲ ਅਵੇਅਰਨੈਸ ਇਜ਼ ਦੀ ਸਟੈਟਿਕ ਜੀਕੇ और जनरल नॉलेज रिलेटेड विद दी करंट इवेंट्स। जो करंट इवेंट अपने आस पास, अपनी स्टेट, अपनी कंट्री, अपने पूरे वर्ल्ड ਦੇ ਵਿੱਚ ਹੈਪਨ ਹੋ ਰਹੇ ਹੈ, ਉਹਨਾਂ ਨਾਲ ਰਿਲੇਟ ਕਰਦੀ ਹੋਈ ਸਾਰੀ ਨੌਲੇਜ ਤੁਹਾਨੂੰ ਆਣੀ ਚਾਹੀਦੀ ਹੈ। ਚਾਹੇ ਉਹ ਫਿਰ ਪੋਲਿਟੀ ਦੀ ਹੈ, ਚਾਹੇ ਉਹ ਜਿਓਗ੍ਰਾਫੀ ਦੀ ਹੈ, ਚਾਹੇ ਉਹ ਇਕਨੋਮੀ ਦੀ ਹੈ, ਉਹਦੇ ਚੋਂ ਕੁਐਸਚਨ ਜਿਹੜਾ ਹੈ ਐਗਜ਼ਾਮੀਨਰ ਪੁੱਛਦਾ ਹੈ। ਚਲੋ ਫਿਰ ਆਪਾਂ ਅੱਜ ਦੇ ਲੈਕਚਰ ਦਾ ਦੇਖਦੇ ਹਾਂ। ਆਪਾਂ ਅੱਜ ਦੇ ਜਿਹੜਾ ਲੈਕਚਰ ਹੋਏਗਾ ਥੋੜਾ ਜਿਹਾ ਲੈਕਚਰ ਜਿਹੜਾ ਹੈ ਉਹ ਆਪਾਂ ਡਿਟੇਲ ਦੇ ਵਿੱਚ ਕਰਾਂਗੇ, ਖੁੱਲ ਕੇ ਕਰਾਂਗੇ। ਟਾਈਮ ਦੀ ਕੋਈ ਬਾਉਂਡੇਸ਼ਨ ਜਿਹੜੀ ਆਪਾਂ ਨਹੀਂ ਰੱਖਦੇ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ 30 ਮਿੰਟ 'ਚ ਹੀ ਸਭ ਕੁਝ ਕਰਵਾ ਦੂੰਗਾ ਜਾਂ 1 ਘੰਟੇ 'ਚ ਹੀ ਕਰਵਾ ਦੂੰਗਾ। ਜੋ ਬਰਨਿੰਗ ਇਸ਼ੂਜ਼ ਰਹੇ ਹੈ, ਜੋ ਮੇਨ ਨਿਊਜ਼ ਰਹੀਆਂ ਵੀਕ ਦੀਆਂ ਐਂਡ ਜੋ ਇੰਪੋਰਟੈਂਟ ਐਮਸੀਕਿਊ ਬਣਦੇ ਹੈ, ਉਹ ਸਾਰੇ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਕਰਾਂਗੇ। ਕਿਉਂਕਿ ਦੇਖੋ ਨੌਲੇਜ ਦੀ ਕੋਈ ਨੌਲੇਜ ਕਦੇ ਟਾਈਮ ਬਾਉਂਡੇਸ਼ਨ ਨਹੀਂ ਹੁੰਦੀ, ਟਾਈਮ ਬਾਉਂਡ ਨਹੀਂ ਹੁੰਦੀ। ਸੋ ਆਪਾਂ ਜਿਹੜਾ ਹੈ ਇਹਨੂੰ ਡਿਟੇਲ ਦੇ ਵਿੱਚ ਸਾਰੀ ਚੀਜ਼ ਨੂੰ ਡਿਸਕਸ਼ਨ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਪੂਰੇ ਵੀਕ ਦੇ ਵਿੱਚ ਕੀ ਬਰਨਿੰਗ ਇਸ਼ੂਜ਼ ਰਹੇ, ਉਸ ਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਕਰਵਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਲਾਸਟ ਵੀਕ ਨਾਲੋਂ। ਫਿਰ ਆਪਾਂ ਕਰਾਂਗੇ ਵੀਕਲੀ ਨਿਊਜ਼ ਇਨ ਕਰਕਸ, ਕੀ ਨਿਊਜ਼ ਜਿਹੜੀਆਂ ਹੈ ਉਹ ਬਣੀਆਂ। ਇਹਨਾਂ ਨੂੰ ਕਾਮਨ ਦੇ ਵਿੱਚ ਇੱਕ ਇੰਡੈਕਸ ਹੈ ਜਿਹੜਾ ਅਗਲੇ ਸਲਾਈਡ ਤੇ ਤੁਹਾਨੂੰ ਪਤਾ ਲੱਗੇਗਾ। ਦੈਨ ਮੋਸਟ ਇੰਪੋਰਟੈਂਟ ਜਨਰਲ ਅਵੇਅਰਨੈਸ ਕੁਐਸਚਨਸ ਆਫ ਦੀ ਵੀਕ। ਜਨਰਲ ਅਵੇਅਰਨੈਸ ਤੋਂ ਮੇਰਾ ਭਾਵ ਕਿ ਕਰੰਟ ਅਫੇਅਰਸ ਦੇ ਕੁਐਸਚਨ, ਫਿਰ ਉਹ ਚਾਹੇ ਵਨ ਲਾਈਨਰ ਹੋ ਸਕਦੇ ਹੈ, ਪਲੱਸ ਉਹਨਾਂ ਨਾਲ ਰਿਲੇਟ ਕਰਦੀ ਹੋਈ ਕੋਈ ਵੀ ਸਟੈਟਿਕ ਜੀਕੇ ਦਾ ਕੁਐਸਚਨ। ਈਵਨ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਇਹ ਕੁਐਸਚਨ ਕਿਉਂ ਬਣਿਆ। ਠੀਕ ਹੈ, ਕਿਉਂ ਐਗਜ਼ਾਮੀਨਰ ਕਿੱਦਾਂ ਜਿਹੜੇ ਕੁਐਸਚਨ ਹੈ ਉਹਨਾਂ ਨੂੰ ਫਰੇਮ ਕਰਦਾ ਹੈ, ਕਿਉਂਕਿ ਜਿਹੜੇ ਇਵੈਂਟ ਹੋ ਰਹੇ ਹੈ ਉਹਨਾਂ ਇਵੈਂਟਸ ਨਾਲ ਰਿਲੇਟ ਕਰਦਾ ਹੋਇਆ ਜਿਹੜਾ ਟੌਪਿਕਸ ਹੈ ਉਹ ਤੁਹਾਡੇ ਐਗਜ਼ਾਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਹੈ। ਚਲੋ ਫਿਰ ਦੋਸਤੋ ਆਪਾਂ ਸਟਾਰਟ ਕਰਦੇ ਹਾਂ। ਇਸ ਵੀਕ ਦੇ ਬਰਨਿੰਗ ਇਸ਼ੂ ਜਾਂ ਨਿਊਜ਼ ਦਾ ਅਗਰ ਆਪਾਂ ਕਰਕਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇੰਪੋਰਟੈਂਟ ਡੇਜ਼ ਕਿਹੜੇ ਰਹੇ। ਅਗਰ ਆਪਾਂ ਇਸ ਵੀਕ ਦੀ ਗੱਲ ਕਰੀਏ ਮੰਡੇ ਤੋਂ ਸੈਟਰਡੇ ਤੱਕ ਕਿਹੜੇ ਇੰਪੋਰਟੈਂਟ ਡੇਜ਼ ਜਿਹੜੇ ਹੈ ਉਹ ਤੁਹਾਡੇ ਜਿਹੜੇ ਹੈ ਸਾਹਮਣੇ ਰਹੇ। ਮੀਨਸ 9 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਦੇ ਡੇਜ਼ ਦੀ ਆਪਾਂ ਗੱਲ ਕਰਾਂਗੇ। ਠੀਕ ਹੈ ਜੀ। 15 ਜਨਵਰੀ ਦੇ ਜੋ ਡੇਜ਼ ਇੰਪੋਰਟੈਂਟ ਹੈਗੇ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਮਨਾਇਆ ਜਾਂਦਾ ਹੈ, ਕਿਉਂ ਮਨਾਇਆ ਜਾਂਦਾ ਹੈ, ਕੀ ਉਹਨਾਂ ਦੀ ਹਿਸਟਰੀ ਹੈ, ਸਾਰੀ ਆਪਾਂ ਗੱਲ ਕਰਾਂਗੇ। ਫਿਰ ਆਪਾਂ ਦੇਖਾਂਗੇ ਇਸ ਵੀਕ ਦੀ ਨਾ ਫੇਮਸ ਪਰਸਨੈਲਿਟੀ ਕਿਹੜੇ ਰਹੇ। ਸੋ ਫੇਮਸ ਪਰਸਨੈਲਿਟੀ ਰਹੇ ਡੋਨਾਲਡ ਟਰੰਪ, ਉਹਨਾਂ ਬਾਰੇ ਗੱਲ ਕਰਾਂਗੇ। IFFI ਕੀ ਚੀਜ਼ ਹੈ ਇਹਦੇ ਬਾਰੇ ਗੱਲ ਕਰਾਂਗੇ। ਵੀਮਨ ਪਾਵਰ ਮੈਂ ਇੱਥੇ ਲਿਖਿਆ ਇਸ ਬਾਰੇ ਗੱਲ ਕਰਾਂਗੇ।
ਪਾਸਪੋਰਟ ਦੇ ਇੰਡੈਕਸ ਹਰ ਸਾਲ ਜਨਵਰੀ ਦੇ ਵਿੱਚ ਜਿਹੜੀ ਹੈ ਉਹ ਅਨਾਉਂਸ ਹੁੰਦੀ ਹੈ। ਜਨਵਰੀ ਦੇ ਵਿੱਚ ਕਿਹੜੇ ਕਿਹੜੇ ਇੰਪੋਰਟੈਂਟ ਹੁੰਦੇ ਹੈ, ਕਿਉਂ ਪੜ੍ਹਨੇ ਹੈ, ਉਹ ਸਾਰਾ ਡਿਸਕਸ ਕਰਾਂਗੇ। ਫਿਰ ਇੱਕ ਹਲਕੀ ਜੀ ਨਿਊਜ਼ ਕਹੂੰਗਾ ਲੇਕਿਨ ਬੜੀ ਇੰਟਰਸਟਿੰਗ ਤੇ ਬੜੀ ਨੌਲੇਜ ਵਾਲੀ ਹੈ, ਸਕੂਲ ਬੈਗ ਪੋਲਿਸੀ, ਇਹਦੇ ਬਾਰੇ ਗੱਲ ਕਰਾਂਗੇ। ਦੀ ਕਾਓ ਐਗਜ਼ਾਮ, ਦੇਖੋ ਨਾਮ ਤੋਂ ਹੀ ਕਿੰਨਾ ਇੰਟਰਸਟਿੰਗ ਫੈਕਟਰ ਹੈ। ਕਾਓ ਐਗਜ਼ਾਮ ਕੀ ਚੀਜ਼ ਹੈ, ਗੱਲ ਕਰਾਂਗੇ। ਤੇ ਡਿਸਇਨਵੈਸਟਮੈਂਟ ਬਾਈ ਗਵਰਨਮੈਂਟ ਆਫ ਇੰਡੀਆ ਇਨ ਸੇਲ, ਠੀਕ ਹੈ ਜੀ। ਸੋ ਇਹ ਸਾਰੇ ਜਿਹੜੇ ਹੈ ਬਰਨਿੰਗ ਇਸ਼ੂਜ਼ ਹੋਣਗੇ ਤੇ ਨਿਊਜ਼ ਹੋਣਗੀਆਂ ਕਰਕਸ ਦੇ ਵਿੱਚ। ਸੋ ਇਹਨਾਂ ਬਾਰੇ ਆਪਾਂ ਡਿਸਕਸ ਕਰਕੇ, ਇਹਨਾਂ 8 ਚੀਜ਼ਾਂ ਬਾਰੇ ਡਿਸਕਸ ਕਰਕੇ ਫਿਰ ਆਪਾਂ ਚੱਲਾਂਗੇ ਮੋਸਟ ਇੰਪੋਰਟੈਂਟ MCQ ਵੱਲ। ਮੀਨਸ ਇੱਕ ਕਰਕਸ ਜਿਹੜਾ ਹੈ ਉਹ ਮੈਂ ਤੁਹਾਡੇ ਸਾਹਮਣੇ ਹੈ, ਜਿੰਨਾ ਕਰਾ ਸਕਾਂਗੇ ਉਹਦੇ ਜਿਹੜਾ ਹੈ ਤੁਹਾਡੇ ਅੱਗੇ ਜਿਹੜਾ ਹੈ ਆਪਾਂ ਕਰਵਾ ਦਾਂਗੇ, ਠੀਕ ਹੈ ਜੀ। ਸੋ ਆਈ ਹੋਪ ਤੁਸੀਂ ਸਾਰੇ ਤਿਆਰ ਹੋ। तो एक चीज मैं जरूर कहना चाहूंगा कि ਜਿਹੜੇ ਨੋਟਸ ਹੈ, ਚਾਹੇ ਤੁਸੀਂ ਮੇਨ ਹੈਡਲਾਈਨਸ ਹੀ ਬਣਾਓ ਜਾਂ ਮੇਨ ਹਾਈਲਾਈਟਸ ਹੀ ਬਣਾਓ, ਤੁਹਾਨੂੰ ਇਹਦੀ PDF ਮਿਲ ਜਾਏਗੀ ਕਮੈਂਟ ਬਾਕਸ ਦੇ ਵਿੱਚ। ਡੋਂਟ ਵਰੀ, PDF ਦੇ ਵਿੱਚ ਈਵਨ ਜੋ ਕੁਝ ਮੈਂ ਇੱਥੇ ਲਿਖ ਰਿਹਾ ਇਹ ਵੀ ਸਾਰੀ ਚੀਜ਼ ਤੁਹਾਨੂੰ ਉੱਥੇ ਪ੍ਰੋਵਾਈਡ ਹੋ ਜਾਏਗੀ, ਠੀਕ ਹੈ ਜੀ। ਸੋ ਸਟਾਰਟ ਕਰਦੇ ਆ ਜੀ। ਕਾਪੀ ਤੇ ਪੈਨ ਨਾਲ ਰੱਖ ਲਓ ਤਾਂ ਜ਼ਿਆਦਾ ਵਧੀਆ ਹੈ, ਅਦਰਵਾਈਜ਼ ਜਿਹੜੀ ਚੀਜ਼ ਹੈ ਇਹਨੂੰ ਧਿਆਨ ਨਾਲ ਸੁਣ ਲਓ। ਓਕੇ, ਫਸਟ ਹੈ ਜੀ ਆਪਾਂ ਕਰਾਂਗੇ ਇੰਪੋਰਟੈਂਟ ਡੇਜ਼। ਸੋ ਜਿਵੇਂ ਮੈਂ ਤੁਹਾਨੂੰ ਕਿਹਾ ਕਿ 9 ਜਨਵਰੀ ਤੋਂ 15 ਜਨਵਰੀ ਤੱਕ ਕਿਹੜੇ ਕਿਹੜੇ ਡੇਜ਼ ਜਿਹੜੇ ਹੈ ਉਹ ਇੰਪੋਰਟੈਂਟ ਰਹੇ, ਸੋ ਉਹਨਾਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜਨਵਰੀ 9 ਜਨਵਰੀ ਨੂੰ ਮਨਾਇਆ ਜਾਂਦਾ ਹੈ ਜੀ ਪ੍ਰਵਾਸੀ ਭਾਰਤੀय ਦਿਵਸ। ਕਿਉਂ ਮਨਾਉਂਦੇ ਆ ਜਾਂ ਕੀ ਪਰਪਸ ਹੈ ਇਹਨੂੰ ਮਨਾਉਣ ਦਾ, ਠੀਕ ਹੈ ਜੀ। ਇਹਨੂੰ ਮੇਨ ਅਗਰ ਆਪਾਂ ਇਹ ਗੱਲ ਕਰੀਏ, ਪਹਿਲਾਂ ਤਾਂ ਮੈਂ ਨਾ ਪੂਰਾ ਬੋਰਡ ਕਲੀਅਰ ਕਰ ਲਾਂ ਤਾਂ ਕਿ ਤੁਹਾਨੂੰ ਇਹ ਨਾ ਹੋਵੇ ਪਿੱਛੋਂ ਦਿਖ ਨਾ ਰਿਹਾ ਹੋਵੇ। ਹਾਂਜੀ, ਸੋ ਪ੍ਰਵਾਸੀ ਭਾਰਤੀ ਦਿਵਸ। ਸੋ ਪ੍ਰਵਾਸੀ ਭਾਰਤੀ ਦਿਵਸ ਜਿਹੜੀ ਹੈ ਇਹ ਕਿਉਂ ਮਨਾਇਆ ਜਾਂਦਾ ਪਹਿਲਾਂ ਤਾਂ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਟੂ ਕੋਮਮੋਰੇਟ ਦੀ ਰਿਟਰਨ ਆਫ ਮਹਾਤਮਾ ਗਾਂਧੀ ਜੀ ਫਰੋਮ ਸਾਊਥ ਅਫਰੀਕਾ। ਮਹਾਤਮਾ ਗਾਂਧੀ ਜੀ 9 ਜਨਵਰੀ 1915 ਇਹ ਉਹ ਦਿਨ ਸੀਗਾ ਜਦੋਂ ਮਹਾਤਮਾ ਗਾਂਧੀ ਜੀ ਸਾਊਥ ਅਫਰੀਕਾ ਤੋਂ ਇੰਡੀਆ ਦੇ ਵਿੱਚ ਮੁੰਬਈ ਦੇ ਵਿੱਚ ਜਿਹੜੇ ਹੈ ਉਹ ਵਾਪਿਸ ਲੌਟੇ ਸੀਗੇ, ਠੀਕ ਹੈ ਜੀ। ਸੋ ਇਹਨਾਂ ਬਾਰੇ ਜਿਹੜੀ ਸੀ ਡਿਟੇਲ ਇਹ ਹੁਣ ਪੜ੍ਹਨਾ ਤੁਹਾਡਾ ਹੋਮਵਰਕ ਹੈ ਕਿ ਤੁਸੀਂ ਮਹਾਤਮਾ ਗਾਂਧੀ ਜੀ ਬਾਰੇ ਸਾਰੀ ਡਿਟੇਲ ਪੜ੍ਹਨਾ ਕਿ ਜਦੋਂ 2 ਅਕਤੂਬਰ 1869 ਚ ਉਹਨਾਂ ਦਾ ਜਨਮ ਹੋਇਆ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿੱਥੋਂ ਬੈਰਿਸਟਰ ਬਣਨ ਦੀ, ਲੰਡਨ ਦੇ ਵਿੱਚ ਉਹ ਬੈਰਿਸਟਰ ਬਣਨ ਦੀ ਉਹਨਾਂ ਨੇ ਐਜੂਕੇਸ਼ਨ ਲਿੱਤੀ। ਫਿਰ ਉਹਨਾਂ ਨੇ ਇੰਡੀਆ ਦੇ ਵਿੱਚ ਬੈਰਿਸਟਰ ਦਾ ਆਪਦਾ ਸ਼ੁਰੂ ਕੀਤਾ ਵਕਾਲਤ, ਲੇਕਿਨ ਉਹਦੇ 'ਚ ਉਹਨੇ ਕਾਮਯਾਬ ਨਹੀਂ ਹੋ ਪਾਏ ਤੇ 1890s ਦੇ ਵਿੱਚ ਉਹ ਸਾਊਥ ਅਫਰੀਕਾ ਚਲੇ ਗਏ ਸੀ। ਸਾਊਥ ਅਫਰੀਕਾ ਦੇ ਵਿੱਚ ਇੱਕ ਇਨਸੀਡੈਂਟ ਹੋਇਆ, ਟ੍ਰੇਨ ਵਾਲਾ ਇਨਸੀਡੈਂਟ, ਜਿਹੜਾ ਉੱਥੇ ਗੋਰੇ ਕਾਲਿਆਂ ਦੀ ਰੰਗਭੇਦ ਨੀਤੀ ਸੀਗੀ। ਫਿਰ ਉਹਨਾਂ ਦੇ ਖਿਲਾਫ ਇਹਨਾਂ ਨੇ ਆਵਾਜ਼ ਉਠਾਈ, ਕਾਫੀ ਸਾਰੇ ਜਿਹੜੇ ਆਰਗੇਨਾਈਜੇਸ਼ਨ ਸੀਗੇ ਉਹਨਾਂ ਦੇ ਮੈਂਬਰ ਰਹੇ। ਉਸ ਤੋਂ ਬਾਅਦ ਇਹ 9 ਜਨਵਰੀ 1915 ਦੇ ਵਿੱਚ ਇਹ ਇੰਡੀਆ ਆਏ, ਠੀਕ ਹੈ ਜੀ। ਇੰਡੀਆ ਤੋਂ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਕਿਸ ਤਰ੍ਹਾਂ ਚੰਪਾਰਨ ਸੱਤਿਆਗ੍ਰਹਿ ਤੋਂ ਸ਼ੁਰੂ ਕਰਕੇ ਭਾਰਤ ਛੋੜੋ ਅੰਦੋਲਨ ਤੇ ਦੇਸ਼ ਦੀ ਆਜ਼ਾਦੀ ਤੱਕ ਇਹ ਸਾਰੀ ਮਾਡਰਨ ਹਿਸਟਰੀ ਹੈ। ਇਹਦੇ ਚੋਂ ਕੋਈ ਵੀ ਕੁਐਸਚਨ ਜਿਹੜਾ ਮਹਾਤਮਾ ਗਾਂਧੀ ਜੀ ਤੋਂ ਬਣ ਸਕਦਾ ਹੈ, ਠੀਕ ਹੈ ਜੀ। ਸੋ 9 ਜਨਵਰੀ 1915 ਦੇ ਵਿੱਚ ਇਹ ਵਾਪਿਸ ਆਏ ਸੀ 9 ਜਨਵਰੀ, ਤੇ 9 ਜਨਵਰੀ ਨੂੰ ਹੀ ਕੋਮਮੋਰੇਟ ਕਰਨ ਲਈ ਆਪਾਂ ਮਨਾਉਂਦੇ ਆ ਪ੍ਰਵਾਸੀ ਭਾਰਤੀ ਦਿਵਸ। ਰੀਜ਼ਨ ਇਹ ਤਾਂ ਹੋ ਗਿਆ, ਚਲੋ ਮਤਲਬ ਇਸ ਚੀਜ਼ ਦੀ ਯਾਦਗਾਰੀ ਦੇ ਵਿੱਚ ਮਨਾਉਂਦੇ ਕਿਉਂ ਹੈਗੇ ਆ ਆਪਾਂ, ਮਨਾਉਂਦੇ ਆ ਜਿਹੜੀ ਆਪਣੀ ओवरसीज कम्युनिटी है, ठीक है। ओवरसीज कम्युनिटी ਜਿਹੜੇ ਆਪਣੇ ਭਾਈ ਬਹਿਨ, ਆਪਣੇ ਮਤਲਬ ਜਿਹੜੇ ਹੈ ਰਿਸ਼ਤੇਦਾਰ ਜਾਂ ਕੋਈ ਵੀ ਜਿਹੜੇ ਆਪਣੇ ਭਾਈ ਬੰਧੂ ਜਿਹੜੇ ਫੋਰਨ ਦੇ ਵਿੱਚ ਰਹਿੰਦੇ ਹੈ, ਉਹਨਾਂ ਦਾ ਇੰਡੀਅਨ ਇਕਨੋਮੀ ਦੇ ਵਿੱਚ ਕੀ ਪਾਰਟਿਸਿਪੇਸ਼ਨ ਹੈ, ਉਹਨਾਂ ਦੀ ਇੰਡੀਅਨ ਡਿਵੈਲਪਮੈਂਟ ਦੇ ਵਿੱਚ ਕੀ ਜਿਹੜਾ ਹੈ ਉਹ ਯੋਗਦਾਨ ਹੈ, ਉਸ ਯੋਗਦਾਨ ਨੂੰ ਜਿਹੜਾ ਹੈ ਉਹਨੂੰ ਓਨਰ ਕਰਦੇ ਹੋਏ, ਠੀਕ ਹੈ ਜੀ। ਤੇ ਇਹ ਆਹ ਵਾਲਾ ਦਿਨ ਜਿਹੜਾ ਹੈ ਇਹ ਮਨਾਇਆ ਜਾਂਦਾ ਹੈ। ਇਹ ਹਰ 2 ਸਾਲ ਬਾਅਦ ਮੇਨਲੀ ਜਿਹੜਾ ਕੋਈ ਫੰਕਸ਼ਨ ਹੈ ਉਹ ਹਰ 2 ਸਾਲ ਬਾਅਦ ਹੁੰਦਾ ਹੈ। ਇਸ ਵਾਰੀ ਜਿਹੜੇ ਚੀਫ ਗੈਸਟ ਰਹੇ PM ਮੋਦੀ ਜੀ ਨੇ ਇਹਨੂੰ ਇਨੋਗ੍ਰੇਟ ਕੀਤਾ ਤੇ ਇਸ ਵਾਰੀ ਦੀ ਜਿਹੜੇ ਚੀਫ ਗੈਸਟ ਸੀਗੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਸੀਗੇ ਚੰਦਰਿਕਾ ਪ੍ਰਸਾਦ। ਚੰਦਰਿਕਾ, ਇਹਦੇ ਮੈਂ ਤੁਹਾਨੂੰ ਇੱਕ ਹੀ ਹੋਰ ਮੇਨ ਗੱਲ ਦੱਸੂਗਾ, ਚੰਦਰਿਕਾ प्रसाद जी संतोखी, पूरा नाम है चंद्रिका प्रसाद संतोखी। ये जिहड़े हैगे आ जी ये प्रेजिडेंट हैगे आ, प्रेजिडेंट सूरीनेम कंट्री दे, सूरीनेम कंट्री दे प्रेजिडेंट है, जुलाई 2020 ਦੇ ਵਿੱਚ ਬਣੇ ਸੀਗੇ, ਠੀਕ ਹੈ ਜੀ। ਤੇ ਇਹਨਾਂ ਨੂੰ ਜਿਹੜਾ ਹੈ ਇਹ ਵੈਸੇ ਤਾਂ ਆਨਲਾਈਨ ਇਵੈਂਟ ਸੀਗਾ, ਆਏ ਨਹੀਂ ਸੀਗੇ, ਆਨਲਾਈਨ ਸੀਗਾ। ਇਹਨਾਂ ਦਾ ਜਿਹੜਾ ਇਨੋਗਰਲ ਇਹਨਾਂ ਦਾ ਕੀ ਨੋਟ ਐਡਰੈਸ ਇਹਨਾਂ ਦਾ ਕਰਵਾਇਆ ਗਿਆ ਸੀਗਾ। ਤੇ ਉਸ ਟਾਈਮ ਦੇ ਵਿੱਚ ਇੱਕ ਐਸੇ ਵੀਕ ਦੇ ਵਿੱਚ ਇੱਕ ਨਿਊਜ਼ ਆਈ ਕਿ ਦੀ ਸੇਮ ਪਰਸਨ ਵਿਲ ਬੀ ਦੀ ਚੀਫ ਗੈਸਟ ਔਨ ਜਨਵਰੀ 26 ਰਿਪਬਲਿਕ ਡੇ। ਬੋਰਿਸ ਜੌਨਸਨ ਜੀ ਨੂੰ ਪਹਿਲਾਂ ਰੱਖਿਆ ਗਿਆ ਸੀ ਨਾ, ਚੀਫ ਗੈਸਟ ਬੁਲਾਇਆ ਗਿਆ ਸੀਗਾ, ਲੇਕਿਨ ਡਿਊ ਟੂ ਲੋਕਡਾਊਨ ਇਨ ਲੰਡਨ ਉਹਨਾਂ ਨੇ ਮਨਾ ਕਰਤਾ ਸੀਗਾ। ਦੈਨ ਚੰਦਰਿਕਾ ਪ੍ਰਸਾਦ ਸੰਤੋਖੀ ਜੀ ਦਾ ਨਾਮ ਆਇਆ ਕਿ 26 ਜਨਵਰੀ ਤੇ ਚੀਫ ਗੈਸਟ ਹੋਣਗੇ, ਬਟ ਨਾਓ ਦਿਸ ਇਜ਼ ਦੀ ਅਪਡੇਟਡ ਨਿਊਜ਼ ਕਿ ਚੀਫ ਗੈਸਟ ਕੋਈ ਵੀ ਨਹੀਂ ਹੋਏਗਾ ਇਸ ਵਾਰੀ। ਇਸ ਵਾਰੀ ਕੋਈ ਵੀ ਚੀਫ ਗੈਸਟ ਜਿਹੜਾ ਹੈ ਉਹ ਰਿਪਬਲਿਕ ਡੇ ਤੇ ਨਹੀਂ ਹੋ ਰਿਹਾ, ਠੀਕ ਹੈ। ਇਹ ਚੀਜ਼ ਤੁਸੀਂ
याद रखनी है। फिर अगर आप गल करिए, आप गल कर रहे हैं ओवरसीज कम्यूनिटी ऑफ इंडिया दी, ठीक है जी। ओवरसीज सिटीजन ऑफ इंडिया जिन्हां कोलों इंडियन सिटीजन मान लो परमानेंट सिटीजनशिप उन्होंने बाहर दी मिल जाती है, तो उस तो बाद जिहड़ी है इंडियन सिटीजनशिप तो रद्द करके उन्होंने की मिलता है, इंडियन ओवरसीज कार्ड, ठीक है। सो इस चीज़ का उन्हां दा की योगदान है इंडिया की डेवलपमेंट दे विच, उन्होंने जिहड़ा करन लई प्रवासी भारतीय दिवस नूं मनाया जाता है हर साल 9 जनवरी। नैक्सट उस तो बाद आंदा जी 10 जनवरी। 10 जनवरी जिहड़ा दिन सीगा उन्होंने मनाया जाता है वर्ल्ड हिंदी डे। एवरी ईयर द 10th जनवरी इज सैलीब्रेटेड एज वर्ल्ड हिंदी डे टू कॉमोमोरेट दी फर्स्ट हिंदी कॉन्फ्रेंस। सो फर्स्ट हिंदी कॉन्फ्रेंस हुई सीगी जी, कदों हुई सीगी? ये हुई सी नागपुर दे विच। एक बारी क्वेश्चन पूछा गया एग्जाम दे विच कि पहली हिंदी कॉन्फ्रेंस जिहड़ी इंडिया दे विच हुई सीगी उहदा वेन्यू की सीगा? वो सीगा नागपुर। ते ये कदों हुई सी? ये हुई सी जनवरी 10 1975। जनवरी 10 1975 ਨੂੰ ਇਹ ਕਾਨਫਰੰਸ ਹੋਈ ਸੀਗੀ। ਐਂਡ ਉਸ ਟਾਈਮ ਤੇ ਇਨੋਗ੍ਰੇਟ ਕਿੰਨੇ ਕੀਤਾ ਸੀਗਾ? ਉਸ ਟਾਈਮ ਦੇ ਜਿਹੜੇ ਪੀਐਮ ਸੀਗੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਇਹਨੂੰ ਜਿਹੜਾ ਹੈ ਇਨੋਗ੍ਰੇਟ ਕੀਤਾ ਸੀ। ਤੇ 2006 ਤੋਂ ਸਿੰਸ 2006 ਜਿਹੜਾ ਹੈ ਇਸ ਡੇ ਨੂੰ ਜਿਹੜਾ ਹੈ ਵਰਲਡ ਹਿੰਦੀ ਦੇ ਤੌਰ ਤੇ ਮਨਾਇਆ ਜਾਣ ਲੱਗਿਆ। ਤੇ ਕਿਹੜਾ ਦਿਨ ਚੂਜ਼ ਕੀਤਾ? 10 ਜਨਵਰੀ, ਜਦੋਂ ਪਹਿਲੀ ਕਾਨਫਰੰਸ ਵਰਲਡ ਹਿੰਦੀ ਦੀ ਪਹਿਲੀ ਕਾਨਫਰੰਸ ਜਿਹੜੀ ਹੈ 1975 ਦੇ ਵਿੱਚ ਇੰਡੀਆ 'ਚ ਹੋਈ ਸੀ। ਤੁਸੀਂ ਹੁਣ ਦੇਖ ਪਾ ਰਹੇ ਹੋ, ਦੇਖੋ ਕਰੰਟ ਅਫੇਅਰ ਸੇਮ ਹੈ। पेपर ਦੇ ਵਿੱਚ ਸਿੰਪਲ ਵੀ ਆ ਸਕਦਾ ਹੈ ਡਿਪੈਂਡਿੰਗ ਔਨ ਯੋਰ ਪੇਪਰ ਕਿ ਔਨ ਵਿਚ ਡੇਟ ਆਫ ਦੀ ਫੋਲੋਇੰਗ ਡੇਜ਼ ਵਰਲਡ ਹਿੰਦੀ ਡੇ ਇਜ਼ ਸੈਲੀਬ੍ਰੇਟਡ। ਸੋ ਜਨਵਰੀ 10। ਹੁਣ ਇੱਕ ਸਟੇਟਮੈਂਟ ਵਾਲਾ ਕੁਐਸਚਨ ਆ ਸਕਦਾ ਹੈ ਕਿ ਨੀਚੇ ਦਿੱਤੀਆਂ ਤਿੰਨ ਸਟੇਟਮੈਂਟਾਂ ਚੋਂ ਤਿੰਨ ਸਟੇਟਮੈਂਟਾਂ ਦਿੱਤੀਆਂ ਵਰਲਡ ਹਿੰਦੀ ਦੇ ਬਾਰੇ, ਇਹਨਾਂ ਚੋਂ ਕਿਹੜੀ ਸਹੀ ਹੈ ਕਿਹੜੀ ਗਲਤ ਹੈ। ਸੋ ਕਰੰਟ ਅਫੇਅਰ ਵਿਲ ਬੀ ਦੀ ਸੇਮ। ਕੁਐਸਚਨ ਜਿਹੜਾ ਹੈ ਕਿੰਨਾ ਵੀ ਟਿਪੀਕਲ ਜਾਂ ਕਿੰਨਾ ਵੀ ਸਿੰਪਲ ਉਹਦੇ ਚੋਂ आ सकता है। हुण वर्ल्ड हिंदी दे मनाते क्यों है? ताकि जिहड़ा हिंदी दिवस, हिंदी जिहड़ी लैंग्वेज है उन्होंने ग्लोबली पॉपुलर करन लई। हुण इत्थे एक क्वेश्चन तुहानूं आ जाए कि नैशनल हिंदी डे कदों मनाते हैं? तो नैशनल हिंदी डे जिहड़ा है वो हुंदा है सैप्टेंबर 14। 14 सितंबर ਨੂੰ ਨੈਸ਼ਨਲ ਜਿਹੜਾ ਹਿੰਦੀ ਦਿਵਸ ਮਨਾਉਂਦੇ ਹੈ। ਜਦੋਂ ਹਿੰਦੀ ਨੂੰ 14 ਸਤੰਬਰ ਦਾ ਹੀ ਉਹ ਦਿਨ ਸੀਗਾ ਜਿਸ ਦਿਨ ਹਿੰਦੀ ਨੂੰ ਜਿਹੜੀ ਹੈ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਆਫੀਸ਼ੀਅਲ ਲੈਂਗੁਏਜ ਦਾ ਦਰਜਾ ਜਿਹੜਾ ਸੰਵਿਧਾਨ ਦੇ ਵਿੱਚ ਦਿੱਤਾ ਗਿਆ ਸੀਗਾ। ਚਲੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ जनवरी 11 का दिन आया जी डेथ एनिवर्सरी ऑफ लाल बहादुर शास्त्री जी, अपने फॉर्मर पीएम लाल बहादुर शास्त्री, ठीक है जी, जिन्हां दा देहांत होया सीगा जनवरी 11 1966। कित्थे होया सीगा? ताशकंद दे विच। तो तुसी एक मूवी देखी होएगी ताशकंद डायरीज है ना, ताशकंद फाइल्स जिहड़ी है वो मूवी तुसी देखी होएगी। सो एक कुछ मिस्टीरियस जिहड़ियां है सरकमस्टांसिस सीगियां जिन्हां दे विच इन्हां दा देहांत होया। ਤੇ ਲਾਲ ਬਹਾਦੁਰ ਸ਼ਾਸਤਰੀ ਜੀ ਆਪਣੇ ਸੈਕਿੰਡ ਪੀਐਮ ਆਫ ਇੰਡੀਆ। ਓਕੇ, ਸੋ ਇਹਨਾਂ ਦਾ ਅਗਰ ਬਰਥ ਐਨੀਵਰਸਰੀ ਦੀ ਗੱਲ ਕਰੀਏ ਤਾਂ ਉਹ ਮਹਾਤਮਾ ਗਾਂਧੀ ਜੀ ਦੇ ਨਾਲ ਹੀ ਹੁੰਦੀ ਹੈ 2 ਅਕਤੂਬਰ ਨੂੰ। ਠੀਕ ਹੈ, 2 ਅਕਤੂਬਰ ਨੂੰ ਜਿਹੜੀ ਇਹਨਾਂ ਦੀ ਬਰਥ ਐਨੀਵਰਸਰੀ ਮਨਾਈ ਜਾਂਦੀ ਹੈ 2 ਅਕਤੂਬਰ 1904। ਅਗਰ ਮੈਂ ਪੂਰਾ ਦੱਸਾਂ 2 ਅਕਤੂਬਰ 1904 ਨੂੰ ਵਾਰਾਣਸੀ ਦੇ ਵਿੱਚ ਇਹਨਾਂ ਦਾ ਬਰਥ ਹੋਇਆ ਸੀਗਾ। ਠੀਕ ਹੈ, ਐਂਡ ਇਹਨਾਂ ਬਾਰੇ ਦੋ ਕੁਐਸਚਨ ਪੁੱਛੇ ਜਾ ਸਕਦੇ ਆ। ਇੱਕ ਤਾਂ ਇਹ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਦੀ ਜਿਹੜੀ ਸਮਾਧੀ ਹੈ ਉਹਦਾ ਨਾਮ ਕੀ ਹੈ ਤੇ ਉਹ ਕਿੱਥੇ ਹੈ। ਇਹਨਾਂ ਦੀ ਸਮਾਧੀ ਦਾ ਨਾਮ ਹੈ ਵਿਜੇ ਘਾਟ ਜਿਹੜੀ ਕਿ ਨਿਊ ਦਿੱਲੀ ਦੇ ਵਿੱਚ ਹੈ। ਦੂਸਰਾ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਨੂੰ ਭਾਰਤ ਰਤਨ ਦੀ ਉਪਾਧੀ ਕਦੋਂ ਦਿੱਤੀ ਗਈ? ਉਹ ਵੀ 1966 ਦੇ ਵਿੱਚ ਦਿੱਤੀ ਗਈ। ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਜਨਵਰੀ 11 ਦਾ ਇਹਨਾਂ ਦੀ ਡੈਥ ਹੀ ਹੋ ਗਈ, ਫਿਰ ਉਹਨਾਂ ਨੂੰ 1966 ਚ ਕਿਵੇਂ ਇਹਨਾਂ ਨੂੰ ਪੋਸਟੂਮਸਲੀ ਦਿੱਤਾ ਗਿਆ। ਪੋਸਟੂਮਸਲੀ ਮੀਨਸ ਮਰਨੋਪਰਾਂਤ। ਇਹਨਾਂ ਨੂੰ ਮਰਨੋਪਰਾਂਤ ਜਿਹੜੀ ਹੈ ਉਹ ਭਾਰਤ ਰਤਨ ਦੀ ਉਪਾਧੀ ਦਿੱਤੀ ਗਈ जनवरी 11 ਡੈਥ ਐਨੀਵਰਸਰੀ ਆਫ ਲਾਲ ਬਹਾਦੁਰ ਸ਼ਾਸਤਰੀ ਜੀ, ਜਿਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਵੀ ਦਿੱਤਾ ਸੀ। ਨੈਕਸਟ फिर है जी जनवरी 12 जनवरी आप हर साल मनाने नैशनल यूथ दिवस, नैशनल यूथ डे। क्यों? बिकॉज इंडिया के सब तो वड्डे यूथ आइकन पूरे मोटिवेशन दे, अगर आप मोटिवेशन दे दरिया कह सकते हैं या जिहड़ा है पूरे अपने यूथ आइकन जिहड़े इंडिया के है वो हैगे आ स्वामी विवेकानंद जी। सो स्वामी विवेकानंद जी की बर्थ एनिवर्सरी नूं आपां नैशनल यूथ डे के रूप दे मनाने ते स्पैशली जिहड़ा है इस बारी की थीम की रही चैनलाइजिंग यूथ पावर फॉर नेशन बिल्डिंग। सो चैनलाइजिंग यूथ पावर फॉर नेशन बिल्डिंग ये गल है। एंड अगर आप गल करिए इस दिन जिहड़ा एक पीएम मोदी जी ने एड्रेस भी किया। पीएम मोदी जी ने जनवरी 12 ਨੂੰ ਨੈਸ਼ਨਲ ਯੂਥ ਡੇ ਦੇ ਦਿਵਸ ਤੇ 18 ਤੋਂ 25 ਸਾਲ ਦੇ ਜਿਹੜੇ ਯੁਵਾ ਹੈਗੇ ਆ ਉਹਨਾਂ ਨੂੰ ਐਡਰੈਸ ਵੀ ਕੀਤਾ, ਪਹਿਲੀ ਚੀਜ਼। ਠੀਕ ਹੈ, ਤੇ ਇਹ ਜਿਹੜਾ ਦਿਵਸ ਹੈ ਨਾ ਇਹ ਕਦੋਂ ਆਪਣੇ ਕਿਹਾ ਗਿਆ ਸੀਗਾ ਕਿ 12 ਜਨਵਰੀ ਆਪਾਂ ਨੈਸ਼ਨਲ ਯੂਥ ਦਿਵਸ ਦੇ ਰੂਪ ਵਿੱਚ ਮਨਾਵਾਂਗੇ 1984 ਤੋਂ। 1984 ਦੇ ਵਿੱਚ ਇਹ ਅਨਾਉਂਸ
ਕੀਤਾ ਗਿਆ ਸੀਗਾ। ਠੀਕ ਹੈ ਜੀ। ਇਹਦੇ ਨਾਲ ਇੱਕ ਨਿਊਜ਼ ਹੋਰ ਰਹੀ ਆ ਤਾਂ ਹਿੰਦੂ ਦੀ ਕਟਿੰਗ ਹੈ ਡਾਇਰੈਕਟਲੀ, ਉਹਦੇ ਚ ਕੀ ਰਿਹਾ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆਪਣੇ ਅਜੀਤ ਡੋਵਾਲ ਜੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਨੇ ਹੀ ਹੈਜ਼ ਡਿਲੀਵਰਡ ਫਸਟ ਸਵਾਮੀ ਵਿਵੇਕਾਨੰਦ ਮੈਮੋਰੀਅਲ ਲੈਕਚਰ ਐਟ JNU ਨਿਊ ਦਿੱਲੀ ਦੇ ਵਿੱਚ ਅਜੀਤ ਡੋਵਾਲ ਜੀ ਨੇ ਪਹਿਲਾ ਜਿਹੜਾ ਫਸਟ ਸਵਾਮੀ ਵਿਵੇਕਾਨੰਦ ਮੈਮੋਰੀਅਲ ਲੈਕਚਰ ਨੂੰ ਵੀ ਸੰਬੋਧਿਤ ਕੀਤਾ। ਤੇ ਇਹਨਾਂ ਨੇ ਕੀ ਕਿਹਾ, ਇਟ ਵਾਸ ਸਵਾਮੀ ਵਿਵੇਕਾਨੰਦ who made a multitude of Indian believe in themselves and take responsibility for their destiny that ultimately led to India's independence। means ਇਹ ਬਹੁਤ ਵੱਡੇ ਪ੍ਰੇਰਨਾ ਸਤੋਤਰ ਸੀਗੇ ਮੋਟੀਵੇਸ਼ਨ ਦੇ। ਠੀਕ ਹੈ, ਜਿਨ੍ਹਾਂ ਨੇ ਬਹੁਤ ਸਾਰੇ ਇੰਡੀਅਨਸ ਨੂੰ ਈਵਨ ਇੰਨਾ ਜ਼ਿਆਦਾ ਮੋਟੀਵੇਟ ਕੀਤਾ ਕਿ ਇੰਡੀਆ ਦੇ ਯੁਵਾ ਜਿਹੜੇ ਹੈ ਉਹ ਆਜ਼ਾਦੀ ਦੀ ਲਹਿਰ ਨਾਲ ਜੁੜਦੇ ਗਏ ਤੇ ਅਲਟੀਮੇਟਲੀ ਦੇਸ਼ ਜਿਹੜਾ ਹੈ ਉਹ ਆਜ਼ਾਦ ਹੋਇਆ। ਸੋ ਕੁਐਸਚਨ ਬਣ ਸਕਦਾ ਹੈ ਕਿ JNU ਦੇ ਵਿੱਚ ਜਿਹੜਾ ਪਹਿਲਾ ਵਿਵੇਕਾਨੰਦ ਮੈਮੋਰੀਅਲ ਲੈਕਚਰ ਹੋਇਆ ਉਸ ਨੂੰ ਕਿਹਨੇ ਸੰਬੋਧਿਤ ਕੀਤਾ? ਸੋ ਆਪਣੇ NSA ਅਜੀਤ ਡੋਵਾਲ ਜੀ ਨੇ। ਫਿਰ ਨੈਕਸਟ ਹੈ ਜੀ ਜਨਵਰੀ 14 ਰਿਹਾ ਜੀ ਆਰਮਡ ਫੋਰਸਿਸ ਵੈਟਰਨਸ ਡੇ। ਸੋ ਵਟ ਇਜ਼ ਦਿਸ ਵੈਟਰਨਸ? ਵੈਟਰਨ ਹੁੰਦਾ ਹੈ ਮਤਲਬ ਪੁਰਾਣੇ, ਜਿਵੇਂ ਆਪਾਂ ਕਹਿ ਦਈਏ ਕਿ ਐਕਸਪੀਰੀਅੰਸ ਜਿਹੜੇ ਹੁੰਦੇ ਆ ਵੈਟਰਨ ਜਿਹੜੇ ਹੈ। ਠੀਕ ਹੈ, ਸੋ ਆਰਮਡ ਫੋਰਸਿਸ ਵੈਟਰਨ ਡੇ। ਸੋ ਇਹ ਕਿਉਂ ਮਨਾਉਂਦੇ ਆ? ਇਹ ਸਪੈਸ਼ਲੀ ਡੈਡੀਕੇਟ ਕੀਤਾ ਜਾਂਦਾ ਜੀ ਕਿਹਨਾਂ ਨੂੰ? ਰਿਟਾਇਰਡ ਪਰਸਨ ਨੂੰ ਓਨਰ ਕਰਨ ਵਾਸਤੇ। ਜਿਹੜੇ ਰਿਟਾਇਰਡ ਹੁੰਦੇ ਆ ਪਰਸਨ ਆਰਮੀ ਚੋਂ, ਰਿਟਾਇਰਡ ਪਰਸਨ ਦੇ ਓਨਰ ਦੇ ਵਿੱਚ ਇਹ ਡੇ ਮਨਾਇਆ ਜਾਂਦਾ ਹੈ। ਹੁਣ 14 ਜਨਵਰੀ ਹੀ ਕਿਉਂ ਚੁਣਿਆ ਗਿਆ? ਵਾਈ 14 ਜਨਵਰੀ? ਬਿਕੋਜ਼ ਇਟ ਇਜ਼ ਰਿਲੇਟਿਡ ਵਿਦ ਦੀ ਫੀਲਡ ਮਾਰਸ਼ਲ KM ਕਰੀਅੱਪਾ। KM ਕਰੀਅੱਪਾ ਜੀ ਸੀਗੇ, ਇਹਨਾਂ ਦਾ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ। ਇਹਨਾਂ ਬਾਰੇ ਮੈਂ ਤੁਹਾਨੂੰ 2-3 ਚੀਜ਼ਾਂ ਦੱਸਦਾ। ਜਨਰਲ KM ਕਰੀਅੱਪਾ ਪਹਿਲਾਂ ਜਨਰਲ ਸੀਗੇ, ਬਾਅਦ ਚ ਇਹਨਾਂ ਨੂੰ ਫੀਲਡ ਮਾਰਸ਼ਲ ਦੀ ਉਪਾਧੀ ਦਿੱਤੀ ਗਈ। ਫੀਲਡ ਮਾਰਸ਼ਲ ਬਾਰੇ ਵੀ ਦੱਸਦਾ, ਲੇਕਿਨ ਪਹਿਲਾਂ ਜਨਰਲ KM ਕਰੀਅੱਪਾ ਜੀ ਦਿਨ ਸੀਗਾ ਜੀ 15 ਜਨਵਰੀ 1949। 15 ਜਨਵਰੀ 1949 ਜਦੋਂ ਇਹਨਾਂ ਨੇ ਠੀਕ ਹੈ ਬ੍ਰਿਟਿਸ਼ ਤੋਂ ਜਿਹੜਾ ਹੈ ਹੈਂਡਓਵਰ ਲਿੱਤਾ ਆਰਮੀ ਦਾ। ਜਿਹੜੇ ਸਰ ਬੁਚਰ ਸੀਗੇ ਉਹਨਾਂ ਤੋਂ ਜਿਹੜਾ ਹੈ ਇਹਨਾਂ ਨੇ ਜਿਹੜਾ ਹੈਂਡਓਵਰ ਲਿੱਤਾ 15 ਜਨਵਰੀ 1949। ਤਾਂ ਕਰਕੇ 15 ਜਨਵਰੀ ਨੂੰ ਆਪਾਂ ਮਨਾਉਂਦੇ ਆ। 15 ਜਨਵਰੀ ਮੀਨਸ ਜਿਹੜਾ 15 ਜਨਵਰੀ ਵਾਲਾ ਦਿਨ ਸੀਗਾ ਉਹਨੂੰ ਆਪਾਂ ਮਨਾਉਂਦੇ ਆ ਇੰਡੀਅਨ ਆਰਮੀ ਡੇ। ਇੰਡੀਅਨ ਆਰਮੀ ਡੇ, ਠੀਕ ਹੈ ਜੀ, 15 ਜਨਵਰੀ, ਜਿਸ ਦਿਨ ਇਹਨਾਂ ਨੇ ਹੀ ਵਾਸ ਦੀ ਫਸਟ ਕਮਾਂਡਰ ਇਨ ਚੀਫ ਆਫ ਇੰਡੀਅਨ ਆਰਮਡ ਫੋਰਸਿਸ। ਪਹਿਲੇ ਕਮਾਂਡਰ ਇਨ ਚੀਫ ਸੀਗੇ ਜਨਰਲ KM ਕਰੀਅੱਪਾ। ਫਿਰ ਉਸ ਤੋਂ ਬਾਅਦ 14 ਜਨਵਰੀ 1953 ਇਹ ਉਹ ਦਿਨ ਸੀਗਾ ਜਦੋਂ ਜਨਰਲ KM ਕਰੀਅੱਪਾ ਨੇ ਰਿਟਾਇਰਮੈਂਟ ਲਿੱਤੀ। ਠੀਕ ਹੈ ਜੀ, ਸੋ ਇਹ ਇਹਨਾਂ ਨੇ ਜਦੋਂ ਰਿਟਾਇਰਮੈਂਟ ਲਿੱਤੀ 14 ਜਨਵਰੀ 1953। ਸੋ 14 ਜਨਵਰੀ ਦਾ ਦਿਨ ਚੁਣਿਆ ਗਿਆ ਆਰਮਡ ਫੋਰਸਿਸ ਵੈਟਰਨ ਡੇ ਮਨਾਉਣ ਵਾਸਤੇ। ਠੀਕ ਹੈ ਜੀ, ਪਹਿਲੀ ਗੱਲ। ਫਿਰ ਅਗਰ ਆਪਾਂ ਗੱਲ ਕਰੀਏ ਵਟ ਇਜ਼ ਦਿਸ ਫੀਲਡ ਮਾਰਸ਼ਲ? ਫੀਲਡ ਮਾਰਸ਼ਲ ਕੀ ਹੁੰਦਾ ਹੈ? ਫੀਲਡ ਮਾਰਸ਼ਲ ਤੁਸੀਂ ਜ਼ਰੂਰ ਯਾਦ ਰੱਖਣਾ ਹੈ, ਇਹ ਆਰਮੀ ਦੇ ਵਿੱਚ ਜਾਂ ਇੰਡੀਅਨ ਕਿਸੇ ਵੀ ਆਰਮਡ ਫੋਰਸਿਸ ਦੇ ਵਿੱਚ 5 ਸਟਾਰ ਰੈਂਕ ਦੇ ਅਧਿਕਾਰੀ ਹੁੰਦੇ ਹੈ। 5 ਸਟਾਰ ਰੈਂਕ, ਤੇ ਹੁਣ ਤੱਕ ਇਹ 5 ਸਟਾਰ ਰੈਂਕ ਸਿਰਫ 2 ਹੀ ਲੋਕਾਂ ਨੂੰ ਮਿਲਿਆ ਹੈ, ਸਿਰਫ 2। ਠੀਕ ਹੈ, ਪਹਿਲੇ ਤਾਂ ਹੋਈ ਗਏ KM ਕਰੀਅੱਪਾ ਜੀ, ਦੂਸਰੇ ਕੌਣ ਹੈਗੇ ਹੈ? ਦੂਸਰੇ ਹੈਗੇ ਹੈ ਸੈਮ ਮਾਨੇਕਸ਼ੌ। ਸੈਮ ਮਾਨੇਕਸ਼ੌ ਇਹ ਸੈਕਿੰਡ ਹੈਗੇ ਹੈ। ਹੁਣ ਤੱਕ ਇਹਨਾਂ 2 ਨੂੰ ਹੀ ਮਿਲਿਆ। ਇੰਡੀਅਨ ਆਰਮੀ ਦੇ ਜਿਹੜੇ CDS ਵੀ ਬਣਾਏ ਗਏ। ਠੀਕ ਹੈ ਜੀ, CDS ਜੋ ਐਸੇ ਸਾਲ ਦੇ ਸਟਾਰਟਿੰਗ ਤੇ ਬਣਾਏ ਗਏ ਸੀ, ਚੀਫ ਆਫ ਡਿਫੈਂਸ ਸਟਾਫ, ਕੌਣ ਬਣਾਏ ਗਏ ਸੀ? ਜਨਰਲ ਬਿਪਿਨ ਰਾਵਤ। ਜਨਰਲ ਬਿਪਿਨ ਰਾਵਤ। ਇਹ ਵੀ ਜਿਹੜੇ ਰਾਵਤ ਜੀ ਹੈਗੇ ਆ ਇਹ ਵੀ 4 ਰੈਂਕ ਦੇ ਅਧਿਕਾਰੀ ਹੈ, 5 ਰੈਂਕ ਨਹੀਂ ਹੈ, 4 ਰੈਂਕ ਦੇ ਅਧਿਕਾਰੀ ਹੈਗੇ ਹੈ। ਠੀਕ ਹੈ ਜੀ, ਸੋ 5 ਸਟਾਰ, 4 ਰੈਂਕ ਮੀਨਸ 4 ਸਟਾਰ। 5 ਸਟਾਰ ਰੈਂਕ ਦੇ ਅਧਿਕਾਰੀ ਹੁੰਦੇ ਆ ਫੀਲਡ ਮਾਰਸ਼ਲ, ਜਿਹੜੇ ਕਿ ਇੰਡੀਆ ਦੇ ਵਿੱਚ 2 ਹੀ ਹੋਏ ਹੈ, KM ਕਰੀਅੱਪਾ ਜੀ ਤੇ ਸੈਮ ਮਾਨੇਕਸ਼ੌ ਜੀ। ਠੀਕ ਹੈ ਜੀ, ਸੋ ਜਨਵਰੀ 15 ਵੀ ਤੁਹਾਨੂੰ ਨਾਲ ਹੀ ਦੱਸਤਾ ਇੰਡੀਅਨ ਆਰਮੀ ਡੇ। ਸੋ ਇਹ ਸੀਗਾ ਦੋਸਤੋ ਇੰਪੋਰਟੈਂਟ ਡੇਜ਼। ਫਿਰ ਇੱਕ ਇੰਪੋਰਟੈਂਟ ਵੀਕ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲਾ ਹੈ, ਲੇਕਿਨ ਅਨਾਉਂਸ ਇਸ ਵੀਕ 'ਚ ਹੋਇਆ। जनवरी मंथ ही है पूरा, जनवरी 18 टू फैबररी 17। ठीक है, सो मैं वीक क्यों क्या इत्थे भी तुसी कहोगे सर इस तुसी वीक लगा रखे है। यस, हुण तक हमेशा जिहड़ा जनवरी दा सैकेंड वीक हुंदा है, जनवरी सैकेंड वीक, ठीक है, इस तो जिहड़ा है रोड सेफ्टी वीक मनांदा है, रोड सेफ्टी वीक कौन मनांदा है? मिनिस्ट्री ऑफ हाईवेज। ठीक है जी, रोड एंड हाईवेज। सो वो मनाते हैं जिन्होंने मिनिस्टर है नितिन जयराम गडकरी जी, नागपुर महाराष्ट्र तो उन्होंने कॉन्स्टिट्यूएंसी है। ठीक है जी, सो रोड सेफ्टी वीक की बजाय इस बारी बनाया जा रहा है पहली बारी पूरा मंथ जनवरी 18 तो फैबररी 17 तक नैशनल रोड सेफ्टी मंथ 2021। सो ओबवियस जी गल है की किया जाएगा, तरह तरह के सैमीनार्स कराए जाएंगे। ठीक है जी,
ਸੈਮੀਨਾਰਸ ਹੋਰ ਜਿਹੜੇ ਹੈ ਕਾਫੀ ਤਰ੍ਹਾਂ ਦੇ ਜਿਹੜੇ ਹੈ ਉਹ ਲੈਕਚਰਸ ਦਿੱਤੇ ਜਾਣਗੇ, ਲੋਕਾਂ ਨੂੰ ਸਮਝਾਇਆ ਜਾਏਗਾ ਕਿ ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰਨਾ ਕਿਉਂ ਜ਼ਰੂਰੀ ਹੁੰਦਾ ਹੈ। ਠੀਕ ਹੈ ਜੀ, ਸੋ ਇਹ ਹੈ ਜੀ ਨੈਸ਼ਨਲ ਰੋਡ ਸੇਫਟੀ ਮੰਥ 2021। ਸੋ ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਇਸੇ ਤਰ੍ਹਾਂ ਕੁਝ ਵੀਕਸ ਹੁੰਦੇ ਆ, ਪੂਰੇ ਈਅਰ ਦੇ ਜਿਹੜੇ ਵੀਕ ਹੁੰਦੇ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਹੈਂਡਲੂਮ ਵੀਕ ਪੁੱਛ ਲੈਂਦੇ ਆ, ਹੈਲਥ ਵੀਕ ਪੁੱਛ ਲੈਂਦੇ ਆ। ਠੀਕ ਹੈ, ਸੋ ਇਦਾਂ ਦਾ ਜਿਹੜੇ ਵੀਕਸ ਜਾਂ ਮੰਥ ਹੁੰਦੇ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ। ਜਿਵੇਂ ਨਿਊਟ੍ਰੀਸ਼ਨ ਮੰਥ ਦੇ ਰੂਪ ਦੇ ਵਿੱਚ ਸਤੰਬਰ ਨੂੰ, ਪੋਸ਼ਣ ਮਾਹ ਦੇ ਵਿੱਚ ਪੂਰੇ ਸਾਲ ਦੇ ਵਿੱਚ ਸੈਪਟੈਂਬਰ ਨੂੰ ਪੋਸ਼ਣ ਮਾਹ ਦੇ ਤੌਰ ਤੇ ਮਨਾਇਆ ਜਾਂਦਾ ਹੈ। ਉਸੇ ਤਰ੍ਹਾਂ ਅਗਰ ਆਪਾਂ ਲੇਟੈਸਟ ਗੱਲ ਕਰੀਏ ਤਾਂ 17 ਜਨਵਰੀ ਤੋਂ ਹਰ ਸਾਲ ਸ਼ੁਰੂ ਹੁੰਦਾ ਹੈ ਪੋਲੀਓ ਵੀਕ, ਪੋਲੀਓ ਇਮਿਊਨਾਈਜੇਸ਼ਨ ਵੀਕ। ਬਸ ਇਸ ਵਾਰੀ ਉਹਨੂੰ ਪੋਸਟਪੋਨ ਕੀਤਾ ਗਿਆ 31 ਜਨਵਰੀ ਤੋਂ। ਕਿਉਂ? ਕਿਉਂਕਿ ਜਿਹੜਾ ਹੈ 16 ਜਨਵਰੀ ਜਿਹੜਾ ਕੱਲ ਦਾ ਦਿਨ ਸੀਗਾ, ਤੁਹਾਨੂੰ ਪਤਾ ਹੈ ਉਦੋਂ ਵਰਲਡ ਦਾ ਸਭ ਤੋਂ ਵੱਡਾ ਜਿਹੜਾ ਆਪਣਾ ਵੈਕਸੀਨੇਸ਼ਨ ਡਰਾਈਵ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਤੇ ਪਹਿਲੇ ਜਿਹੜਾ ਹੈ ਸਟਾਰਟਿੰਗ ਤੇ ਹੀ ਪਹਿਲੇ ਦਿਨ ਹੀ 3 ਲੱਖ ਜਿਹੜੇ ਲੋਕਾਂ ਨੂੰ ਇੰਜੈਕਸ਼ਨ ਲਗਾਇਆ ਗਿਆ ਜਿਹੜੇ ਹੈਲਥ ਵਰਕਰਸ ਨੂੰ। ਠੀਕ ਹੈ ਜੀ, ਸੋ ਇਹ ਚੀਜ਼ ਹੈ ਸਾਰੀ, ਹੈ ਨਾ। ਇੰਡੀਆ ਦਾ ਪਹਿਲਾ ਕੌਣ ਬਣਿਆ? ਪਹਿਲਾ ਕੌਣ ਹੈ? ਐਜ਼ ਪਰ ਨਿਊਜ਼ ਜਿਹੜਾ ਹੈ ਉਹ ਦਿੱਲੀ ਦੇ ਮਨੀਸ਼ ਕੁਮਾਰ ਨਾਮਕ ਸਫਾਈ ਕਰਮਚਾਰੀ ਨੂੰ ਪਹਿਲਾ ਜਿਹੜਾ ਇੰਜੈਕਸ਼ਨ ਹੈ ਲਗਾਇਆ ਗਿਆ। ਠੀਕ ਹੈ, ਸੋ ਮਤਲਬ ਕਿਸੇ ਇੰਡੀਆ ਨੇ ਵਿੱਚ ਕੋਈ ਐ ਨਹੀਂ ਹੈ ਕੋਈ VIP ਜਾਂ PM ਜਾਂ ਰਾਸ਼ਟਰਪਤੀ ਨੂੰ ਪਹਿਲਾਂ ਨਹੀਂ, ਬਲਕਿ ਜੋ ਕਾਮਨ ਜਿਹੜੇ ਲੋਕ ਹੈ ਉਹਨਾਂ ਨੂੰ ਹੀ ਜਿਹੜਾ ਹੈ ਇਹਨੂੰ ਡੈਡੀਕੇਟ ਕੀਤਾ ਗਿਆ। ਨੈਕਸਟ ਗੱਲ ਕਰਦੇ ਹਾਂ ਜੀ। ਨੈਕਸਟ ਆ ਗਏ ਜੀ ਆਪਣੀ ਇੰਪੋਰਟੈਂਟ ਪਰਸਨੈਲਿਟੀ ਦੀ ਅਗਰ ਆਪਾਂ ਗੱਲ ਕਰੀਏ ਕਿ ਕੌਣ ਆਪਣੀ ਇੰਪੋਰਟੈਂਟ ਪਰਸਨੈਲਿਟੀ ਰਹੇ ਇਸ ਵੀਕ ਦੇ, ਤਾਂ ਉਹ ਹੈਗੇ ਜੀ ਮਿਸਟਰ ਡੋਨਾਲਡ ਟਰੰਪ। ਤੁਸੀਂ ਸਾਰਿਆਂ ਨੇ ਸੁਣਿਆ ਵੀ ਹੋਏਗਾ ਇਹਨਾਂ ਬਾਰੇ, ਤੇ ਪਿਛਲੇ ਹਫਤੇ ਦੀ ਤੁਸੀਂ ਹਿੰਸਾ ਵੀ ਦੇਖੀ ਹੋਏਗੀ ਜਿਹੜੀ ਕੈਪੀਟਲ ਹਿੱਲ ਦੇ ਵਿੱਚ ਹੋਈ। ਕੈਪੀਟਲ ਹਿੱਲ ਕੀ ਚੀਜ਼ ਹੈ? ਇਹ ਆਪਾਂ ਪਿਛਲੇ ਹਫਤੇ ਵੀ ਕੀਤਾ ਸੀਗਾ। ਕੈਪੀਟਲ ਹਿੱਲ ਹੈ ਜਿਹੜਾ US ਦੀ ਸੰਸਦ ਦਾ ਨਾਮ ਹੈ। ਠੀਕ ਹੈ, ਜਿਵੇਂ ਆਪਾਂ ਇੱਥੇ ਪਾਰਲੀਮੈਂਟ ਹਾਊਸ ਜਾਂ ਸੰਸਦ ਕਹਿੰਦੇ ਆ, ਉੱਥੋਂ ਦੀ ਸੰਸਦ ਹੈ। ਵੈਸੇ ਤਾਂ ਹੈ ਕਾਂਗਰਸ ਕਹਿੰਦੇ ਆ ਸੰਸਦ ਨੂੰ, ਉੱਥੋਂ ਦੀ ਕਹਿੰਦੇ ਆ ਕਾਂਗਰਸ, ਬਟ ਜਿਹੜੀ ਉਹ ਬਿਲਡਿੰਗ ਹੈ, ਬਿਲਡਿੰਗ ਨੂੰ ਕਹਿੰਦੇ ਆ ਕੈਪੀਟਲ ਹਿੱਲ। ਸੋ ਉੱਥੇ ਜਿਹੜੀ ਹਿੰਸਾ ਹੋਈ ਸੀ ਜਿਹਦੇ ਬਾਰੇ ਆਪਾਂ ਲਾਸਟ ਵੀਕ ਗੱਲ ਕੀਤੀ ਸੀਗੀ, ਤੇ ਉਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਸ ਕਰਕੇ ਡੋਨਾਲਡ ਟਰੰਪ ਜੀ ਨੂੰ ਕੀ ਕੀਤਾ ਗਿਆ ਹੈ? ਇੰਪੀਚ ਕੀਤਾ ਗਿਆ ਹੈ। ਇੰਪੀਚ। ਹੁਣ ਇੱਥੇ ਫਰਕ ਹੁੰਦਾ ਹੈ ਇੰਪੀਚ ਕਰਨਾ ਤੇ ਰਿਮੂਵ ਕਰਨਾ। ਰਿਮੂਵ ਨਹੀਂ ਕੀਤਾ ਗਿਆ ਇਹਨਾਂ ਨੂੰ ਇੱਕ ਵਾਰੀ ਕੀ ਕੀਤਾ ਗਿਆ? ਇੰਪੀਚ ਕੀਤਾ ਗਿਆ। ਤੇ ਇਸ ਇੰਪੀਚਮੈਂਟ ਦੇ ਨਾਲ ਹੀ ਇਹਨਾਂ ਨੇ ਆਪਦੇ ਤੇ ਇੱਕ ਵੱਖਰਾ ਹੀ ਜਿਹੜਾ ਹੈ ਨਾ ਉਹ ਰਿਕਾਰਡ ਬਣਾ ਲਿਆ। ਠੀਕ ਹੈ, ਚਾਹੇ ਕਹਿੰਦੇ ਨਾ ਕਿ ਬਦਨਾਮ ਵੀ ਹੋंगे तो क्या नाम नहीं होगा, ਉਹੀ ਚੀਜ਼ ਹੈ ਕਿ ਇਹਨਾਂ ਨੇ ਇੱਕ ਰਿਕਾਰਡ ਕੀ ਬਣਾਇਆ ਹੈ। he is the first president in US history who has been impeached twice, ਜਿਹੜੇ ਕਿ 2 ਵਾਰੀ ਇੰਪੀਚ ਹੋ ਗਏ। ਠੀਕ ਹੈ, ਇੰਪੀਚ। ਹੁਣ ਇਹ ਕੀ ਪ੍ਰੋਸੈਸ ਕੀ ਹੁੰਦੀ ਹੈ ਮੈਂ ਤੁਹਾਨੂੰ ਇਹ ਦੱਸਦਾ। ਪ੍ਰੋਸੈਸ ਹੁੰਦੀ ਕੀ ਹੈ, ਇਹਨਾਂ ਨੂੰ US ਦੇ ਪ੍ਰੈਜ਼ੀਡੈਂਟ ਨੂੰ ਅਗਰ ਆਪਦੀ ਸੀਟ ਤੋਂ ਹਟਾਉਣਾ ਹੋਵੇ। ਠੀਕ ਹੈ, ਵੈਸੇ ਤਾਂ ਦੇਖੋ ਇਸ ਟਾਈਮ ਦੂਜੇ ਪ੍ਰੈਜ਼ੀਡੈਂਟ ਵੀ ਇਲੈਕਟ ਹੋ ਚੁੱਕੇ ਹੈ। ਤੁਸੀਂ ਇਸ ਕਨਫਿਊਜ਼ਨ ਚ ਨਾ ਰਹਿਣਾ ਕਿ ਸਰ ਅਸੀਂ ਤਾਂ ਇਹ ਸੁਣਿਆ ਸੀਗਾ ਕਿ ਜੋ ਬਾਈਡਨ ਜੀ ਹੈਗੇ ਆ ਇਹ 46th ਪ੍ਰੈਜ਼ੀਡੈਂਟ ਬਣ ਚੁੱਕੇ ਹੈ। PPSC ਦੇ ਪ੍ਰਿੰਸੀਪਲ ਦੇ ਐਗਜ਼ਾਮ 'ਚ ਵੀ ਇਹ ਕੁਐਸਚਨ ਆਇਆ ਸੀਗਾ। ਬਿਲਕੁਲ ਠੀਕ ਹੈ, ਲੇਕਿਨ ਇੱਥੇ ਕੀ ਹੁੰਦਾ ਹੈ, ਇੱਥੇ ਚੁਣਾਵਾਂ ਤੋਂ ਬਾਅਦ ਕੁਝ ਟਾਈਮ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜੀਆਂ ਪਾਵਰਸ ਹੁੰਦੀਆਂ ਨਾ ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈ। ਜਿਵੇਂ ਕਿ 20 ਜਨਵਰੀ ਨੂੰ ਸ਼ਪਥ ਲੈਣੀ ਹੈ ਉਹਨਾਂ ਨੇ, ਜੋ ਬਾਈਡਨ ਨੇ, ਉਸ ਤੋਂ ਪਹਿਲਾਂ ਤੱਕ ਇਹੀ ਪ੍ਰੈਜ਼ੀਡੈਂਟ ਹੈਗੇ ਹੈ। ਠੀਕ ਹੈ, ਸੋ ਇਹਨਾਂ ਤੇ ਹੁਣ ਜਿਹੜੇ ਆਰੋਪ ਲੱਗੇ ਹੈ ਕਿ ਇਹਨਾਂ ਨੇ ਹਿੰਸਾ ਭੜਕਾਈ ਜਾਂ ਜੋ ਵੀ ਹੈ, ਤਾਂ ਉਹਨਾਂ ਦੀ ਇਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਇੰਪੀਚ ਕਰਕੇ ਜਾਂ ਮੇਬੀ ਰਿਮੂਵ ਕਰਕੇ। ਠੀਕ ਹੈ, ਸੋ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਇਹ ਹੁੰਦਾ ਹੈ। ਮੈਂ ਤੁਹਾਨੂੰ ਇਹ ਦੱਸਦਾ ਇੰਪੀਚਮੈਂਟ। ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ US ਦੀ ਜਿਹੜੀ ਡਿਪਲੋਮੈਸੀ ਹੈ ਉਹ ਕਿਸ ਤਰ੍ਹਾਂ ਹੈਗੀ ਹੈ, ਜਿਹੜਾ ਡੈਮੋਕ੍ਰੈਟਿਕ ਹੈ ਉਹ ਕਿਸ ਤਰ੍ਹਾਂ ਕਰਦੇ ਹੈ। US ਦੀ ਸੰਸਦ ਦੇ ਵਿੱਚ 2 ਸਦਨ ਹੈਗੇ ਹੈ। ਪਹਿਲਾ ਹੈਗਾ ਹਾਊਸ ਆਫ ਰਿਪਰੈਜ਼ੈਂਟੇਟਿਵਸ, ਜਿਵੇਂ ਆਪਣੇ ਇੱਥੇ ਲੋਕ ਸਭਾ ਹੁੰਦੀ ਹੈ, ਹਾਊਸ ਆਫ ਰਿਪਰੈਜ਼ੈਂਟੇਟਿਵਸ। ਇਹਦੇ ਚ 441 ਮੈਂਬਰ ਹੁੰਦੇ ਹੈ, 436 + 5। ਠੀਕ ਹੈ, ਫਿਰ ਅਗਰ ਆਪਾਂ ਗੱਲ ਕਰੀਏ ਦੂਸਰਾ ਇਹਨਾਂ ਦਾ ਉੱਪਰਲਾ ਸਦਨ ਹੁੰਦਾ ਹੈ, ਉਹ ਹੁੰਦਾ ਸੀਨੇਟ, ਜਿਵੇਂ ਆਪਣੇ ਇੱਥੇ ਰਾਜ ਸਭਾ ਹੁੰਦੀ ਹੈ, ਉਹਦੇ ਚ ਇਹਨਾਂ ਦੇ 100 ਮੈਂਬਰ ਹੁੰਦੇ ਹੈ। ਹੁਣ ਹਾਊਸ ਆਫ ਰਿਪਰੈਜ਼ੈਂਟੇਟਿਵ, ਜਦੋਂ ਵੀ US ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਕਰਨੀ ਹੈ ਤਾਂ ਉਹ ਹਾਊਸ ਆਫ ਰਿਪਰੈਜ਼ੈਂਟੇਟਿਵ ਜਿਹੜਾ ਹੈ ਇਸ ਸਦਨ ਦੇ ਵਿੱਚ ਇੱਕ ਜਿਹੜਾ ਮੁੱਦਾ ਲਿਆਂਦਾ ਜਾਂਦਾ ਹੈ, ਤੇ ਸਿੰਪਲ ਮੈਜੋਰਿਟੀ ਨਾਲ ਅਗਰ ਉਹ ਪਾਸ ਹੋ ਜਾਂਦਾ ਹੈ ਤਾਂ ਇੰਪੀਚਮੈਂਟ ਦੀ ਪ੍ਰੋਸੈਸ ਸ਼ੁਰੂ ਹੋ ਜਾਂਦੀ ਹੈ, ਤੇ ਮੀਨਸ ਇੰਪੀਚ ਮੰਨਿਆ ਜਾਂਦਾ ਹੈ। ਜਿਵੇਂ ਤੁਸੀਂ ਆਹ ਦੇਖੋ, ਇਹ US ਹਾਊਸ ਆ, ਜਿਵੇਂ ਆਪਣੇ ਇੱਥੇ ਲੋਕ ਸਭਾ ਰਾਜ ਸਭਾ ਹੁੰਦੀ ਹੈ ਨਾ, ਲੋਕ ਸਭਾ TV, ਰਾਜ ਸਭਾ TV, ਉਵੇਂ US ਹਾਊਸ ਦੇ TV ਦੀ ਓਰੀਜਨਲ ਪਿਕ ਹੈ ਕਿ ਜਿੱਥੇ ਜਿਹੜੀ VOTING ਹੈ ਉਹਦੇ ਵਿੱਚ ਡੈਮੋਕ੍ਰੈਟਿਕ ਨੇ 222 ਨੇ ਯੈਸ ਕੀਤੀ
ਦੀ ਵੀ ਇੰਪੀਚਮੈਂਟ ਹੋਣੀ ਚਾਹੀਦੀ ਹੈ। ਇਹਨਾਂ ਦੀ ਪਾਰਟੀ ਹੈ ਰਿਪਬਲਿਕਨ ਦੇ ਵੀ 10 ਨੇ ਹਾਂ ਕਰਤੀ ਸੀ, ਠੀਕ ਹੈ। ਦੇਖੋ ਕਿੰਨਾ ਇੰਟਰਸਟਿੰਗ ਫੈਕਟਰ ਹੈ। ਸੋ ਉਹਦੇ ਨਾਲ ਕੀ ਹੋਇਆ, 232 ਨੇ ਹਾਂ ਕੀਤੀ ਤਾਂ ਉਹਦੇ ਨਾਲ ਇਹਨਾਂ ਦੀ ਇੰਪੀਚਮੈਂਟ ਹੋ ਗਈ। ਇੰਪੀਚਮੈਂਟ ਹੋਣ ਤੋਂ ਬਾਅਦ ਫਿਰ ਜਿਹੜਾ ਕੇਸ ਹੈ ਫਿਰ ਜਾਂਦਾ ਸੀਨੇਟ ਨੂੰ। ਮੰਨ ਲਓ ਇੰਪੀਚਮੈਂਟ ਹੋ ਗਈ, ਇੰਪੀਚਮੈਂਟ ਹੋਣ ਤੋਂ ਬਾਅਦ ਸੀਨੇਟ ਨੂੰ ਕੋਲੋਂ ਜਾਂਦਾ ਹੈ। ਹੁਣ ਇੱਥੇ ਕੀ ਹੋਏਗਾ, ਇੱਥੇ ਇੱਕ ਕੇਸ ਲੜਿਆ ਜਾਏਗਾ ਜਿੰਦੇ ਵਿੱਚ ਜਿਹੜਾ ਉਸ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਹੈਗੇ ਆ, ਇਹਨਾਂ ਦੇ ਰਿਪਰੈਜ਼ੈਂਟੇਟਿਵ, ਠੀਕ ਹੈ, ਇਹਨਾਂ ਦੇ ਰਿਪਰੈਜ਼ੈਂਟੇਟਿਵ ਹੋਣਗੇ ਪ੍ਰੋਸੀਕਿਊਟਰ। ਕੇਸ ਹੁੰਦਾ ਨਾ, ਤੁਸੀਂ ਦੇਖਿਆ ਹੋਏਗਾ ਕੇਸ ਕੋਰਟ ਦੇ ਵਿੱਚ ਜਾਂ ਫਿਲਮਾਂ 'ਚ ਦੇਖਿਆ ਹੋਏਗਾ। ਇਹਨਾਂ ਦੇ ਹੋਣਗੇ ਪ੍ਰੋਸੀਕਿਊਟਰ ਤੇ ਪ੍ਰੈਜ਼ੀਡੈਂਟ ਤੇ ਉਹਦੇ ਅਟੋਰਨੀ ਮੀਨਸ ਉਹਦੇ ਲਾਇਰ, ਠੀਕ ਹੈ। ਉਹ ਕੌਣ ਹੋਣਗੇ, ਉਹ ਹੋਣਗੇ ਡਿਫੈਂਡਰ। ਸੋ ਪ੍ਰੋਸੀਕਿਊਟਰ ਤੇ ਡਿਫੈਂਡਰ। ਹੁਣ ਪ੍ਰੋਸੀਕਿਊਟਰ ਤੇ ਡਿਫੈਂਡਰ ਆਪਸ ਵਿੱਚ ਇਸ ਚੀਜ਼ ਦੀ ਬਹਿਸ ਕਰਨਗੇ ਤੇ ਵੈਸੇ ਤਾਂ ਸੀਨੇਟ ਦੇ ਜਿਹੜੇ ਉਹਨਾਂ ਦੇ ਮੇਨ ਜਿਹੜੇ ਉੱਥੇ ਚੇਅਰ ਹੁੰਦੀ ਹੈ ਉਹ ਕੌਣ ਹੁੰਦੀ ਹੈ, ਵਾਈਸ ਪ੍ਰੈਜ਼ੀਡੈਂਟ ਹੁੰਦੀ ਹੈ, ਠੀਕ ਹੈ। ਲੇਕਿਨ ਇਸ ਟਾਈਮ ਕੌਣ ਹੈ ਵਾਈਸ ਪ੍ਰੈਜ਼ੀਡੈਂਟ, ਮਾਈਕ ਪੈਂਸ। ਬਸ 20 ਤਰੀਕ ਤੋਂ ਬਾਅਦ ਕੌਣ ਹੋਣਗੇ, ਕੈਮਲਾ ਹੈਰਿਸ। ਸੋ ਵਾਈਸ ਪ੍ਰੈਜ਼ੀਡੈਂਟ ਚੇਅਰ ਕਰਦੇ ਆ, ਬਟ ਆ ਜਿਹੜਾ ਕੇਸ ਹੁੰਦਾ ਹੈ ਉਸ ਟਾਈਮ ਤੇ ਚੇਅਰ ਕਰਦੇ ਆ ਚੀਫ ਜਸਟਿਸ, ਠੀਕ ਹੈ। ਚੇਅਰ ਕਰਦੇ ਆ, ਸਿਰਫ ਫੈਸਲਾ ਨਹੀਂ ਦਿੰਦੇ, ਸਿਰਫ ਚੇਅਰ ਕਰਦੇ ਆ। ਤੇ ਫੈਸਲਾ ਕਿੰਦਾ ਹੁੰਦਾ ਹੈ, ਫੈਸਲਾ ਹੁੰਦਾ ਹੈ ਇਹਨਾਂ 100 ਦੇ ਵੋਟਿੰਗਸ ਦੇ ਨਾਲ। ਸੋ ਇੱਥੇ ਅਗਰ 2/3 ਬਹੁਮਤ ਮਿਲ ਜੇ, 2/3 ਮੀਨਸ 67 ਅਗਰ ਉਹਨਾਂ ਦੇ ਖਿਲਾਫ ਹੋਣ ਤਾਂ ਫਿਰ ਪ੍ਰੈਜ਼ੀਡੈਂਟ ਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਸੋ ਹਜੇ ਤੱਕ ਇਹੋ ਹੋਇਆ ਨਹੀਂ ਹੈ। ਸੋ ਜਿਹੜਾ ਹੈ ਇਹਨਾਂ ਤੇ ਇਹ ਸਜ਼ਾ ਜ਼ਰੂਰ ਹੋ ਸਕਦੀ ਹੈ ਕਿ ਇੰਪੀਚ ਹੋਣ ਤੋਂ ਬਾਅਦ ਇੰਨਾ ਟਾਈਮ ਬਚਿਆ ਹੀ ਨਹੀਂ ਹੈ ਕਿ ਆਹ ਕੇਸ ਵਗੈਰਾ ਚੱਲੇ। ਸੋ ਇਹਨਾਂ ਤੇ ਇਹ ਸਜ਼ਾ ਲਗਾਈ ਜਾ ਸਕਦੀ ਹੈ ਕਿ 2024 ਦੇ ਵਿੱਚ ਜਿਹੜਾ ਹੈ ਇਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਾ ਲੜ ਸਕਣ, ਇਹਨਾਂ ਦਾ ਨਾਮ ਐਜ਼ ਏ ਪ੍ਰੈਜ਼ੀਡੈਂਟ ਇਲੈਕਸ਼ਨ ਜਿਹੜਾ ਹੈ ਨਹੀਂ ਨੋਮੀਨੇਟ ਹੋ ਸਕਦਾ, ਠੀਕ ਹੈ ਜੀ। ਸੋ ਇਹ ਸਾਰੀ ਚੀਜ਼ ਸੀਗੀ ਜੀ ਡੋਨਾਲਡ ਟਰੰਪ ਜੀ ਦੇ ਬਾਰੇ, ਠੀਕ ਹੈ। ਐਂਡ ਅਗਰ ਮੈਂ ਇੱਕ ਚੀਜ਼ ਹੋਰ ਦੱਸਾਂ ਇੱਥੇ ਸਾਈਡ ਤੇ ਦੱਸ ਦੇਣਾ, ਉਹ ਇਹ ਹੈ ਕਿ ਹੁਣ ਤੱਕ ਕਿਹੜੇ ਪ੍ਰੈਜ਼ੀਡੈਂਟ ਇੰਪੀਚ ਹੋ ਚੁੱਕੇ ਹੈ ਐਸੇ ਤਰ੍ਹਾਂ ਡੋਨਾਲਡ ਟਰੰਪ ਜੀ ਤੋਂ ਇਲਾਵਾ ਕਿਹੜੇ ਹੋ ਚੁੱਕੇ ਹੈ, ਉਹ ਹੈਗੇ ਐਂਡਰਿਊ ਜੌਨਸਨ, ਠੀਕ ਹੈ ਜੀ। ਇਹ ਹੋਏ ਸੀਗੇ 1968 ਦੇ ਵਿੱਚ। ਤੇ ਦੂਸਰੇ ਹੈ ਬਿਲ ਕਲਿੰਟਨ, ਜਿਹੜੇ ਹੋਏ ਸੀ 1997 ਦੇ ਵਿੱਚ। ਸੋ ਇਹ ਤੁਸੀਂ ਧਿਆਨ ਰੱਖਣਾ ਹੈ। ਸੋ ਇਹਨਾਂ ਚੋਂ ਕੋਈ ਵੀ ਕੁਐਸਚਨ ਜਿਹੜਾ ਹੈ ਉਹ ਆ ਸਕਦਾ ਹੈ। ਚਲੋ ਨੈਕਸਟ ਚਲਦੇ ਹਾਂ ਜੀ। ਨੈਕਸਟ ਆਪਾਂ ਆਉਂਦੇ ਹਾਂ ਜੀ IFFI, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ। ਸੋ ਅਗਰ ਆਪਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦੀ ਗੱਲ ਕਰੀਏ, ਸੋ ਇਹਦੇ ਬਾਰੇ ਅਗਰ ਆਪਾਂ ਜਿਹੜਾ ਹੈ ਦਸੀਏ ਤਾਂ ਕੀ ਹੈ, ਇਹ ਇਸ ਵਾਰੀ ਦਾ 51st ਐਡੀਸ਼ਨ ਹੈ। ਵੈਸੇ ਤਾਂ ਇਹ ਜਿਹੜਾ ਸਟਾਰਟ ਹੋਇਆ ਸੀ ਇਹ 1952 ਤੋਂ ਲਗਾਤਾਰ ਹੋ ਰਿਹਾ ਹੈ। ਐਂਡ ਮੋਸਟ ਆਫ ਦੀ ਟਾਈਮ ਕੀ ਹਰ ਵਾਰੀ ਜਿਹੜਾ ਹੈ ਇਹ ਗੋਆ ਦੀ ਰਾਜਧਾਨੀ ਪਣਜੀ 'ਚ ਹੁੰਦਾ ਹੈ। ਇਸ ਵਾਰੀ ਜਿਹੜਾ ਹੈ ਮੋਸਟਲੀ ਇਹ ਆਨਲਾਈਨ ਹੋ ਰਿਹਾ ਹੈ, ਕੁਝ ਜਿਹੜੀਆਂ ਚੀਜ਼ਾਂ ਹੈ ਉੱਥੇ ਹੋਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਹੈ ਮੋਸਟਲੀ ਜਿਹੜੀਆਂ ਪਿਕਚਰਾਈਜੇਸ਼ਨ ਵਗੈਰਾ ਹੈ ਉਹ ਆਨਲਾਈਨ ਹੀ ਜ਼ਿਆਦਾ ਕੀਤਾ ਗਿਆ ਹੈ। ਇਹਦੇ ਬਾਰੇ ਅਗਰ ਮੈਂ ਤੁਹਾਨੂੰ ਦੱਸਾਂ ਤਾਂ ਓਪਨਿੰਗ ਮੂਵੀ ਕਿਹੜੀ ਰਹੇਗੀ, ਓਪਨਿੰਗ ਮੂਵੀ ਰਹੇਗੀ ਅਨਦਰ ਰਾਊਂਡ, ਜਿਹੜੀ ਕਿ ਡੈਨਮਾਰਕ ਦੀ ਮੂਵੀ ਹੈ। ਡੈਨਮਾਰਕ ਓਪਨਿੰਗ ਮੂਵੀ ਕਿਸੇ ਲਈ ਵੀ ਬੜੀ ਇੰਪੋਰਟੈਂਟ ਹੁੰਦੀ ਹੈ। ਡੈਨਮਾਰਕ ਦੀ ਮੂਵੀ ਹੈ ਤੇ ਈਵਨ ਡੈਨਮਾਰਕ ਦੀ ਇਹ ਆਫੀਸ਼ੀਅਲ ਐਂਟਰੀ ਹੈ ਓਸਕਰ ਵਾਸਤੇ, ਆਫੀਸ਼ੀਅਲ ਐਂਟਰੀ ਟੂ ਓਸਕਰ, ਠੀਕ ਹੈ ਜੀ। ਸੋ ਡੈਨਮਾਰਕ ਦੀ ਮੂਵੀ ਹੈ ਅਨਦਰ ਰਾਊਂਡ, ਪਹਿਲੀ ਚੀਜ਼। ਦੂਸਰਾ, ਟੋਟਲ 224 ਦੇ ਕਰੀਬ ਜਿਹੜੀਆਂ ਫਿਲਮਸ ਹੈ ਉਹਨਾਂ ਦੀ ਸਕਰੀਨ ਕੀਤੀ ਜਾਏਗੀ ਅੰਡਰ ਡਿਫਰੈਂਟ ਸੈਕਸ਼ਨਸ। ਤੇ ਸਭ ਤੋਂ ਇੰਪੋਰਟੈਂਟ ਹਰ ਵਾਰੀ ਇੱਕ ਫੋਕਸ ਕੰਟਰੀ ਹੁੰਦੀ ਹੈ। ਇਸ ਵਾਰੀ ਦੀ ਫੋਕਸ ਕੰਟਰੀ ਕੀ ਹੈ, ਬੰਗਲਾਦੇਸ਼। ਇਸ ਵਾਰੀ ਦੀ ਫੋਕਸ ਕੰਟਰੀ ਹੈ IFFI ਦੀ ਜਿਹੜੀ ਹੈ ਉਹ ਬੰਗਲਾਦੇਸ਼। ਇੱਥੇ IFFI 2020 ਲਿਖਿਆ ਹੋਇਆ ਤੇ 51st 2020 ਤਾਂ ਲਿਖਿਆ ਹੋਇਆ ਕਿਉਂਕਿ ਇਹਨੂੰ ਪੋਸਟਪੋਨ ਕੀਤਾ ਗਿਆ ਸੀ ਡਿਊ ਟੂ COVID-19। ਸੋ ਹੁਣ ਇਹ 16 ਜਨਵਰੀ ਤੋਂ ਮਤਲਬ ਸਟਾਰਟ ਹੋ ਚੁੱਕਿਆ ਹੈ, 16 ਤੋਂ 24 ਜਨਵਰੀ ਤੱਕ ਜਿਹੜਾ ਹੈ ਉਹ ਹੋਏਗਾ। ਹੋਰ ਅਗਰ ਆਪਾਂ ਇੱਕ ਦੋ ਚੀਜ਼ਾਂ ਦੀ ਹੋਰ ਡਿਟੇਲ 'ਚ ਗੱਲ ਕਰੀਏ ਤਾਂ ਇੰਡੀਅਨ ਇੱਕ ਮੂਵੀ ਹੈ ਮਹਿਰੂ ਨਿਸਾ, ਉਹਦਾ ਵਰਲਡ ਪ੍ਰੀਮੀਅਰ ਇੱਥੇ ਕੀਤਾ ਜਾਏਗਾ। ਕੁਝ ਵੀ ਕੁਐਸਚਨ ਬਣ ਸਕਦਾ ਹੈ ਕਿਸੇ ਵੀ ਉਹਦੇ ਟੌਪਿਕ ਚੋਂ। ਸੈਕਿੰਡ ਅਗਰ ਆਪਾਂ ਗੱਲ ਕਰੀਏ ਤਾਂ ਇੰਟਰਨੈਸ਼ਨਲ ਜਿਹੜੀ ਜਿਊਰੀ ਸਮਝਦੇ ਹੋ, ਜਿਹੜੀ ਜਜਮੈਂਟ ਦੇ ਹੈੱਡ ਹੁੰਦੇ ਆ, ਇੰਟਰਨੈਸ਼ਨਲ ਜਿਊਰੀ ਦੇ ਜਿਹੜੇ ਹੈੱਡ ਹੈਗੇ ਆ ਉਹ ਕੌਣ ਹੈਗੇ ਆ, ਉਹ ਹੈਗੇ ਮਿਸਟਰ ਪਾਬਲੋ ਸੀਜ਼ਰ ਜਿਹੜੇ ਕਿ ਅਰਜਨਟੀਨਾ ਤੋਂ ਹੈਗੇ ਆ, ਪਾਬਲੋ ਸੀਜ਼ਰ ਅਰਜਨਟੀਨਾ ਤੋਂ, ਠੀਕ ਹੈ। ਅਰਜਨਟੀਨਾ ਉਹ ਕੰਟਰੀ ਹੈ ਜਿਨੇ ਹੁਣੇ ਇੱਕ ਨਵਾਂ ਕਾਨੂੰਨ ਲੈ ਕੇ ਆਏ ਸੀਗੇ ਕਿ ਜਿਹੜਾ ਹੈ ਉਹ ਅਬੋਰਸ਼ਨ ਜਿਹੜਾ ਹੈ ਉਹ ਅਲਾਉ ਕੀਤਾ ਸੀਗਾ ਉਹਨਾਂ ਨੇ। ਫਿਰ ਤੀਸਰਾ ਇੰਡੀਅਨ, ਇਹ ਤਾਂ ਹੋ ਗਈ ਇੰਟਰਨੈਸ਼ਨਲ ਜਿਊਰੀ ਦੇ ਹੈੱਡ। ਤੇ ਅਗਰ ਆਪਾਂ ਗੱਲ ਕਰੀਏ ਇੰਡੀਅਨ ਜਿਊਰੀ ਦੇ ਹੈੱਡ, ਇੰਡੀਅਨ ਜਿਊਰੀ ਜਿਹੜੀ ਹੋਏਗੀ ਉਹਦੇ ਹੈੱਡ ਕੌਣ ਹੈ, ਉਹਦੇ ਹੈੱਡ ਹੈਗੇ ਆ ਪ੍ਰਿਯਦਰਸ਼ਨ,
प्रियादर्शन जिन्होंने हेरा फेरी वगैरह मूवी बनाई हुई है, हेरा फेरी, ठीक है, भागम भाग, हेरा फेरी, प्रियादर्शन ਜਿਹੜੇ ਹੈ ਉਹ ਐਸ ਦੇ ਇੰਡੀਅਨ ਜੂਰੀ ਦੇ ਹੈਡ ਹੈਗੇ ਹੈ। ਸੋ ਹੁਣ ਤੱਕ IFFI ਦੇ ਅਰਾਊਂਡ ਆ ਜਿਹੜੀਆਂ ਨਿਊਜ਼ ਹੈ, ਇਸ ਤੋਂ ਬਾਅਦ ਜਦੋਂ ਇਹ ਖਤਮ ਹੋਏਗਾ 24 ਤਰੀਕ ਦੇ ਅਰਾਊਂਡ, ਫਿਰ ਜਿਹੜੀਆਂ ਡਿਫਰੈਂਟ ਨਿਊਜ਼ ਬਣਨਗੀਆਂ ਉਹ ਆਪਾਂ ਕਿਸੇ ਵੀਕਲੀ ਲੈਕਚਰ ਦੇ ਵਿੱਚ ਆਪਾਂ ਕਰ ਲਾਂਗੇ, ਠੀਕ ਹੈ। ਸੋ ਹੁਣ ਤੱਕ ਇੱਥੇ ਆ ਵਾਲੀਆਂ ਨਿਊਜ਼ ਬਣਦੀਆਂ। ਹੋਰ ਅਗਰ ਆਪਾਂ ਫਿਲਮ ਫੈਸਟੀਵਲ ਦੀ ਗੱਲ ਕਰੀਏ ਤਾਂ ਐਸੇ ਵੀਕ ਹੋਰ 2 ਫਿਲਮ ਫੈਸਟੀਵਲ ਬੜੇ ਇੰਪੋਰਟੈਂਟ ਰਹੇ। ਅਗਰ ਮੈਂ ਉਹਨਾਂ ਨੂੰ ਇੱਥੇ ਲਿਖਦਾ, अगर जगह इन्नी है, चलो पहला इंपोर्टेंट रहा कोलकाता फिल्म फेस्टिवल, कोलकाता फिल्म फैसटीवल, ठीक है जी, जिहड़ा कि ममता बनर्जी जी ने, ममता बनर्जी जिहड़े CM हैगे आ वैस्ट बंगाल दे, उन्होंने इहनूं इनोग्रेट किया एंड उत्थे जिहड़ा है बॉलीवुड स्टार एज वेल एज वैस्ट बंगाल दे ब्रांड एम्बेसडर शाहरुख खान जी ने भी शिरकत की। सो कोलकाता फिल्म फैसटीवल, ठीक है जी। फिर अगर आप गल करिए तो दूसरा की इंपोर्टेंट रहा ऐसे वीक ढाका इंटरनेशनल फिल्म फैसटीवल, ठीक है जी। सैकेंड अगर आप गल करिए तो ढाका फिल्म फैसटीवल बांग्लादेश दे विच ढाका फिल्म फैसटीवल, ये भी इंपोर्टेंट रहा। ये क्यों इंपोर्टेंट रहा? क्योंकि इत्थे सत्यजीत रे दियां जिहड़ियां मूवीज है वो दिखाई जानियां। सो ढाका फिल्म फैसटीवल भी न्यूज़ च रहा। नेक्स्ट एक बड़ी इंपोर्टेंट खास खबर है, ठीक है जी, स्पैशली फॉर गर्ल्स, स्पैशली फॉर वीमेन पावर। बहुत ही पॉजिटिव जिहड़े है वो वेव्स आंदियां इस तरह दी चीज़ नाल जिहड़ी कि अगे होर ज़्यादा बहुत वधन, ये अपनी सब दी दुआ हैगी है। सो वीमेन पावर क्यों न्यूज़ च रहा जी? क्योंकि इस वीक एक बहुत ही वधिया कारनामा होया जिहड़ा कि एयर इंडिया ने किया। एयर इंडिया ने आपकी फर्स्ट फ्लाइट उड़ाई सैन फ्रांसिस्को टू बेंगलुरु। हुण तुसीं कहोगे सर पहला कदे एयर इंडिया की फ्लाइट ही नहीं आती सी। सो ये है नॉन स्टॉप फ्लाइट, पहला तुहानूं दस दईए ये है नॉन स्टॉप फ्लाइट 17 घंटे दे विच सैन फ्रांसिस्को टू बेंगलुरु के एयरपोर्ट ते कैंपेगौड़ा एयरपोर्ट ते जिहड़े है ये फ्लाइट उतरी। तो सब तो वधिया गल की सीगी कि इनू इस फ्लाइट नू हैंडल किया ऑल वीमेन क्रू ने। जिहड़ा क्रू मैंबर सीगे, 4 जिहड़े क्रू मैंबर सीगे, वो 4 दे 4 जिहड़े क्रू मैंबर, उन्हां चों सब तो वधिया गल ये रही कि उन्होंने चारों दी चारों की सीगे फीमेल, ठीक है, चारों फीमेल सीगे। ते उन्हां नू कप्तान उन्होंने मेन हैड किया कैप्टन जोया अग्रवाल ने जिहड़ा है उन्होंने लीड किया। बाकी 3 की अगर आप गल करिए तो 3 सीगे कैप्टन पापागिरी थर्माई, कैप्टन आकांक्षा सोनावरे एंड कैप्टन शिवानी। सो ये तुसी याद रखना है, ठीक है। सो जिहड़ी तुसी न्यूज़ पढ़ी भी जरूर होनी है, काफ़ी न्यूज़ चैनलों पर भी चल रहा सीगा। सो दोबारा नाम दस देना, कैप्टन सीगे जोया अग्रवाल, उन्होंने लीड किया। बाकी दे 3 सीगे कैप्टन पापागिरी थर्माई, कैप्टन आकांक्षा सोनावरे एंड कैप्टन शिवानी। ये 4 जिहड़ियां लड़कियां इन्हां ने उस पहली जिहड़ी फ्लाइट है उन्होंने उड़ाया एंड ये वीक दे विच 2 बारी ये फ्लाइट जिहड़ी है सैन फ्रांसिस्को टू बेंगलुरु एंड बेंगलुरु टू सैन फ्रांसिस्को जिहड़ी है वो ट्रैवल करेगी। सो वीमेन पावर, क्योंकि इन्होंने ये कारनामा पहली बारी जिहड़ा है ये चीज़ हुई है। नेक्स्ट है जी अपने पासपोर्ट इंडेक्स बड़े जरूरी होंगे है, ठीक है जी। पासपोर्ट इंडेक्स की अगर आप गल करिए तो इस वीक 2 पासपोर्ट इंडेक्स जिहड़े है वो लॉन्च होए। ईवन अगर मैं तुहानूं ये दसां कि पासपोर्ट इंडेक्स की अगर आप गल करिए तो हर जनवरी दे विच ना पासपोर्ट इंडेक्स लॉन्च होंदे है, क्योंकि वो पिछले साल दे, इहनूं तुसीं 2021 भी कह सकते हो, बट जिहड़ा डेटा हुंदा है वो पिछले साल दा हुंदा है। सो 2 तरह के पासपोर्ट इंडेक्स पूरी दुनिया दे विच सब तो ज़्यादा पॉपुलर हैगे है, क्योंकि उन्हां चों ही अगर आप ये कह दईए कि पूरी दुनिया जिहड़ी है वो इन्हां नूं ज़्यादा वैल्यू दिंदी है, तो ओबवियस जी गल है उन्हां दोनों तो ही जिहड़ा क्वेश्चन है वो बन सकता है। उहदे चों पहला है जी आर्टन कैपिटल ने पासपोर्ट इंडेक्स नूं जिहड़ा है वो लॉन्च किया। दूसरा किने लॉन्च किया? दूसरा लॉन्च किया हैनले पासपोर्ट इंडेक्स। सो पहली आप गल करते हैं पासपोर्ट इंडेक्स की आर्टन कैपिटल। सो सब तो पहला तो मैं तुहानूं ये दसदा दोनों इंडेक्सिस दे विच ही हुणे पासपोर्ट नूं किवें इंडेक्स करते होणगे भी किहड़ा ज़्यादा वधिया है। ऐ नहीं है कि कोई पेजिस की क्वालिटी या जिल्द की क्वालिटी देखते हैं भी ये ज़्यादा ड्यूरेबल है, ये 15 साल चल जूगा, ऐदा नहीं है। किसी भी कंट्री के पासपोर्ट नूं इंडेक्स करना, उन्होंने रैंक करना, इनका की तरीका रहिंदा है? इनका ये तरीका रहिंदा है कि विदाउट वीज़ा, सुन लेना गल ध्यान नाल, विदाउट वीज़ा उस पासपोर्ट दे नाल किन्नियां कंट्रीज, हाउ मैनी कंट्रीज जिहड़ियां है वो विजिट कीतियां जा सकदियां है। मीनस कोई कंट्री है वो अगर आपके रूल्स के बहुत ज़्यादा स्ट्रिक्ट हैगी है तो दूसरी कंट्री भी सोचूगी कि अगर उन्होंने आपके किसी मैंबर नूं पासपोर्ट दिता है,
he or she must be genuine, so he or she can visit our country without any visa, means ਉਹਨਾਂ ਨੂੰ ਇਹ ਕੋਈ ਡਰ ਨਹੀਂ ਰਹਿੰਦਾ ਵੀ ਇਹ ਆਪਣੀ ਕੰਟਰੀ ਚ ਆਏਗਾ ਤੇ ਵਾਪਸ ਜਾਏਗਾ ਹੀ ਨਹੀਂ, ਹਨਾ। ਸੋ ਇਸ ਤਰ੍ਹਾਂ ਦੇ ਜਿਹੜਾ ਹੈ ਇਹ ਕਿੰਨੀਆਂ ਕੰਟਰੀਜ਼ ਨੂੰ ਜਿਹੜਾ ਹੈ ਉਹ ਐਕਸੈਸ ਮਿਲ ਸਕਦਾ ਹੈ ਉਸ ਕੰਟਰੀ ਦੇ ਪਾਸਪੋਰਟ ਤੇ, ਉੱਥੇ ਡਿਪੈਂਡ ਕਰਦਾ ਹੈ ਜਿਹੜਾ ਹੈ ਆਪਾਂ ਉਸ ਨੂੰ ਕਿੱਥੇ ਰੈਂਕ ਕਰ ਰਹੇ ਹਾਂ। ਸੋ ਪਹਿਲੀ ਗੱਲ ਅਗਰ ਆਪਾਂ ਕਰੀਏ ਆਰਟਨ ਕੈਪੀਟਲ ਦੇ ਅਕੋਰਡਿੰਗ ਜਿਹੜਾ ਇਹਨਾਂ ਨੇ ਇੰਡੈਕਸ ਜਾਰੀ ਕੀਤਾ, ਉਹਦੇ ਵਿੱਚ ਟੌਪ ਕੀਤਾ ਜੀ ਜਰਮਨੀ ਨੇ, ਜਰਮਨੀ ਨੇ ਟੌਪ ਕੀਤਾ। ਐਂਡ ਇਹਨਾਂ ਨੇ ਕਿਹਾ ਕਿ ਜਰਮਨੀ ਦੇ ਵਿੱਚ 99 ਕੰਟਰੀਜ਼ ਹੈ ਜਿਨ੍ਹਾਂ ਤੇ ਵਿਜ਼ਿਟ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। ਸੋ ਦੇਖੋ ਹੁਣ ਇਹ ਹੋ ਸਕਦਾ ਹੈ ਕਿ ਇਹ ਡਾਟਾ ਦੂਸਰੇ ਦੇ ਵਿੱਚ ਹੋਰ ਹੋਵੇ, ਤਾਂ ਉਹ ਕੀ ਹੁੰਦਾ ਹੈ, ਉਹਨਾਂ ਨੇ ਅਲੱਗ ਕੰਟਰੀਜ਼ ਲਿੱਤੀਆਂ ਹੋ ਸਕਦੀਆਂ, ਇਹਨਾਂ ਨੇ ਅਲੱਗ ਕੰਟਰੀਜ਼ ਲਿੱਤੀਆਂ ਹੋ ਸਕਦੀਆਂ, ਉਹਨਾਂ ਨੇ ਹੋ ਸਕਦਾ ਹੈ ਛੋਟੀਆਂ ਕੰਟਰੀ ਵੀ ਲਿੱਤੀਆਂ ਹੋਣ। ਮੈਂ ਤੁਹਾਨੂੰ ਕਿਉਂ ਕਹਿ ਰਿਹਾ, ਕਿਉਂਕਿ ਇੱਥੇ 99 ਕੰਟਰੀ ਹੈ, ਉੱਥੇ ਟੌਪ ਰੈਂਕ ਵਾਲੇ ਦਾ 190 ਕੰਟਰੀ ਹੈ, ਉਹ ਵੀ ਮੈਂ ਤੁਹਾਨੂੰ ਦੱਸੂਗਾ। ਸੋ ਇਹ ਕਈ ਵਾਰੀ ਡਿਪੈਂਡ ਕਰਦਾ ਹੈ ਕਿ ਆਰਟਨ ਕੈਪੀਟਲ ਜਿਹੜਾ ਹੈ ਉਹ ਘੱਟ ਕੰਟਰੀਜ਼ ਤੇ ਜਿਹੜਾ ਹੈ ਉਹ ਸਰਵੇ ਕਰਦਾ ਹੈ, ਬਟ ਜਿਹੜਾ ਹੈਨਲੇ ਪਾਸਪੋਰਟ ਇੰਡੈਕਸ ਹੈ ਉਹ 227 ਕੰਟਰੀ ਤੇ ਜਿਹੜਾ ਹੈ ਉਹ ਸਰਵੇ ਕਰਦਾ ਹੈ। ਸੋ ਟੌਪ ਰਿਹਾ ਜੀ ਜਰਮਨੀ। ਜਰਮਨੀ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਸੈਕਿੰਡ ਰੈਂਕ ਦੇ ਵਿੱਚ ਰਹੇ, ਸੈਕਿੰਡ ਰੈਂਕ ਅਗਰ ਆਪਾਂ ਕਰੀਏ ਤਾਂ ਸੈਕਿੰਡ ਰੈਂਕ ਦੇ ਵਿੱਚ ਜੁਆਇੰਟ ਆਏ ਸਵੀਡਨ, ਫਿਨਲੈਂਡ ਐਂਡ ਸਪੇਨ। ਸਵੀਡਨ, ਫਿਨਲੈਂਡ ਐਂਡ ਸਪੇਨ, ਇਹ ਤਿੰਨੋਂ ਜਿਹੜੇ ਹੈ ਇਹ ਸੈਕਿੰਡ ਰੈਂਕ ਤੇ ਆਏ, ਓਕੇ। ਐਂਡ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤੇ ਇੰਡੀਆ ਦੀ ਪੋਜੀਸ਼ਨ ਆ ਤੁਹਾਡੇ ਸਾਹਮਣੇ ਹੈ, ਇੰਡੀਆ ਦੀ ਪੋਜੀਸ਼ਨ ਹੈ 61st। ਇੰਡੀਆ ਕੱਲਾ 61st ਤੇ ਨਹੀਂ ਹੈ, 61st ਰੈਂਕ ਤੇ ਹੀ ਇੰਡੀਆ ਦੇ ਨਾਲ ਫਿਲੀਪੀਨਸ, ਭੂਟਾਨ, ਬੈਨਿਨ, ਗੈਬੋਨ ਤੇ ਅਲਜੀਰੀਆ, ਠੀਕ ਹੈ ਜੀ। ਦੁਬਾਰਾ ਸੁਣ ਲਓ, ਇੰਡੀਆ ਦੇ ਨਾਲ ਹੀ ਜਿਹੜਾ ਹੈ ਉਹ ਕੌਣ ਰਿਹਾ, ਫਿਲੀਪੀਨਸ, ਮੈਂ ਸ਼ੋਰਟ ਚ ਲਿਖ ਦਿੰਦਾ ਫਿਲੀਪੀਨਸ, ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ, ਫਿਰ ਤੁਸੀਂ ਦੇਖ ਕੇ ਡਰ ਜੰਨੇ ਹੋ ਵੀ 1.5 ਘੰਟਾ ਸਿਰ ਕਿਵੇਂ ਸੁਣਾਂਗੇ, ਲੇਕਿਨ ਇਹ ਸਭ ਕੁਝ ਇਹਦਾ ਸਰੋਤ ਫਿਰ ਵੀ 1.5 ਘੰਟਾ ਹੈ। ਇਹ ਡੇਲੀ ਤੁਸੀਂ 1 ਘੰਟਾ ਕਰੰਟ ਅਫੇਅਰ ਪੜ੍ਹਨਾ ਚਾਹੀਦਾ ਤੁਹਾਨੂੰ, ਅਗਰ ਤੁਸੀਂ ਐਗਜ਼ਾਮ ਦੇ ਵਿੱਚ ਸਾਰੇ ਕੁਐਸਚਨ ਕਰੰਟ ਅਫੇਅਰ ਦੇ ਤੇ ਜਨਰਲ ਨੌਲੇਜ ਦੇ ਸੋਲਵ ਕਰਨੇ ਆ ਤਾਂ। ਭੂਟਾਨ, ਬੈਨਿਨ ਤੋਂ ਬਾਅਦ ਗੈਬੋਨ ਐਂਡ ਜਿਹੜਾ ਲਾਸਟ ਤੇ ਅਲਜੀਰੀਆ, ਇਹ ਸਾਰੇ ਇੰਡੀਆ ਦੇ ਨਾਲ 61st ਰੈਂਕ ਤੇ ਰਹੇ। ਇਹ ਸੀਗਾ ਜਿਹੜਾ ਆਰਟਨ ਕੈਪੀਟਲ ਦਾ। ਦੂਸਰਾ ਜਿਹੜਾ ਇੰਡੈਕਸ ਹੈ ਉਹ ਰਿਹਾ ਹੈਨਲੇ ਦਾ। ਹੈਨਲੇ ਦੇ ਪਾਸਪੋਰਟ ਇੰਡੈਕਸ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਈਵਨ ਆਰਟਨ ਕੈਪੀਟਲ ਤੋਂ ਵੀ ਜ਼ਿਆਦਾ, ਠੀਕ ਹੈ। ਸੋ ਹੈਨਲੇ ਦੇ ਪਾਸਪੋਰਟ ਦੇ ਵਿੱਚ ਕਿਹੜਾ ਕੰਟਰੀ ਟੌਪ ਤੇ ਰਿਹਾ, ਜਾਪਾਨ ਟੌਪ ਤੇ ਰਿਹਾ ਹੈਨਲੇ ਦੇ ਵਾਸਤੇ। ਇਹਦੇ 'ਚ ਕੀ ਹੈ 191 ਕੰਟਰੀਜ਼ 191 ਕੰਟਰੀ ਜਿਹੜੀਆਂ ਹੈ ਉਹ ਵਿਦਆਊਟ ਵੀਜ਼ਾ ਕੀਤੀਆਂ ਜਾ ਸਕਦੀਆਂ। ਇਹਨਾਂ ਨੇ ਕਿੰਨੇ ਤੇ ਸਰਵੇ ਕੀਤਾ, 227 ਕੰਟਰੀਆਂ ਤੇ, ਓਕੇ। ਦੈਨ ਜਿਹੜਾ ਹੈ ਟੌਪ ਕੰਟਰੀ ਰਹੀ ਜਾਪਾਨ, ਸੈਕਿੰਡ ਕੰਟਰੀ ਰਹੀ ਸੈਕਿੰਡ ਰੈਂਕ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਿੰਗਾਪੁਰ ਦੇ ਵਿੱਚ 190 ਕੰਟਰੀਜ਼ ਕੀਤੀਆਂ ਜਾ ਸਕਦੀਆਂ ਸਿੰਗਾਪੁਰ ਦੇ ਉਹਦੇ ਨਾਲ। ਥਰਡ ਰੈਂਕ ਦੇ ਵਿੱਚ ਰਿਹਾ ਜਰਮਨੀ, ਥਰਡ ਰੈਂਕ ਦੇ ਵਿੱਚ ਜਰਮਨੀ ਜਿਹੜਾ ਕਿ ਉਸ ਟੌਪ ਤੇ ਸੀਗਾ, ਇਹਦੇ ਥਰਡ ਤੇ ਰਿਹਾ ਜਰਮਨੀ ਐਂਡ ਜਿਹੜਾ ਹੈ ਉਹ ਸਾਊਥ ਕੋਰੀਆ, ਜਰਮਨੀ ਐਂਡ ਸਾਊਥ ਕੋਰੀਆ। ਇੰਡੀਆ ਦਾ ਰੈਂਕ ਰਿਹਾ 85th। ਐਂਡ ਅਗਰ ਆਪਾਂ ਬੋਟਮ ਮੋਸਟ ਦੀ ਗੱਲ ਕਰੀਏ, ਬੋਟਮ ਤੇ ਜਿਹੜਾ ਹੈ ਉਹ ਅਫਗਾਨਿਸਤਾਨ ਵਗੈਰਾ ਦਾ ਜਿਹੜਾ ਹੈ ਉਹ ਲਾਸਟ ਤੇ ਰਿਹਾ। ਅਫਗਾਨਿਸਤਾਨ ਜਿਹੜਾ ਉਹਦਾ ਅਫਗਾਨਿਸਤਾਨ, ਇਰਾਕ ਤੇ ਸੀਰੀਆ, ਇਹਨਾਂ ਦਾ ਪਾਸਪੋਰਟ ਜਿਹੜਾ ਹੈ ਉਹ ਲਾਸਟ ਤੇ ਰਿਹਾ, ਓਕੇ ਹੈ ਜੀ। ਸੋ ਇਹ ਸਾਰੀ ਚੀਜ਼ਾਂ ਜੀ ਪਾਸਪੋਰਟ ਇੰਡੈਕਸ ਤੇ ਗੱਲ। ਨੈਕਸਟ ਗੱਲ ਕਰਦੇ ਹਾਂ ਜੀ ਸਕੂਲ ਬੈਗ ਪੋਲਿਸੀ। ਸੋ ਬੜੀ ਇਹ ਵੀ ਇੰਟਰਸਟਿੰਗ ਚੀਜ਼ ਹੈ। ਸਕੂਲ ਬੈਗ ਪੋਲਿਸੀ ਕੀ ਹੈ, 2020 ਦੇ ਵਿੱਚ NCERT, ਠੀਕ ਹੈ, NCERT ਨੈਸ਼ਨਲ ਕਾਉਂਸਿਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ। ਸੋ NCERT ਜਿਹਦਾ ਤੁਹਾਨੂੰ ਕਿਹਾ ਜਾਂਦਾ ਨਾ ਵੀ NCERT ਦੀਆਂ ਬੁੱਕਸ ਪੜ੍ਹੋ 6ਵੀਂ ਤੋਂ 10ਵੀਂ ਤੱਕ ਦੀਆਂ, ਉਹਨਾਂ ਨੇ ਸਕੂਲ ਬੈਗ ਪੋਲਿਸੀ ਨੂੰ ਲਾਂਚ ਕੀਤਾ 2020। ਬਟ ਵਾਈ ਇਟ ਇਜ਼ ਇਨ ਨਿਊਜ਼ ਇਨ ਦਿਸ ਵੀਕ, ਬਿਕੋਜ਼ ਜਿਹੜਾ ਡਾਇਰੈਕਟੋਰੇਟ ਆਫ ਐਜੂਕੇਸ਼ਨ ਹੈ, ਜੋ ਪੂਰੇ ਕੰਟਰੀ ਦੀ ਜਿਹੜੀ ਐਜੂਕੇਸ਼ਨ ਹੈ ਜਾਂ ਉਹਨਾਂ ਦਾ ਜਿਹੜਾ ਹੈਡ ਡਿਪਾਰਟਮੈਂਟ ਹੈ ਉਹ ਹੈ ਡਾਇਰੈਕਟੋਰੇਟ ਆਫ ਐਜੂਕੇਸ਼ਨ। ਸੋ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਇੱਕ ਆਰਡਰ ਜਾਰੀ ਕੀਤਾ ਇਸ ਵੀਕ, ਜਿਹਦੇ ਵਿੱਚ ਕਿਹਾ ਗਿਆ ਸਕੂਲਸ ਨੂੰ ਕਿ ਇਹਨੂੰ ਇੰਪਲੀਮੈਂਟ ਕਰੋ। ਉਹਨੇ ਕੀ ਹੈ, ਤੁਸੀਂ ਦੇਖੋ ਆ ਦੈਨਿਕ ਭਾਸਕਰ ਨਿਊਜ਼ਪੇਪਰ ਦਾ ਹੈ। ਸੋ ਕਲਾਸ ਤੇ ਸਕੂਲ ਬੈਗ ਦਾ ਵਜ਼ਨ, ਪ੍ਰੀ ਪ੍ਰਾਇਮਰੀ ਤੱਕ ਕੋਈ ਬੈਗ ਨਹੀਂ, ਪਹਿਲੀ ਕਲਾਸ ਤੇ ਦੂਸਰੀ ਕਲਾਸ ਜਿਹੜੀ ਹੈ ਉਹਦੇ ਵਿੱਚ 1.6 ਤੋਂ ਲੈ ਕੇ 2.2 ਕਿਲੋ, ਤੀਸਰੀ ਕਲਾਸ ਜਿਹੜੀ ਹੈ ਤੀਸਰੀ ਕਲਾਸ ਦੀ ਅਗਰ ਆਪਾਂ ਗੱਲ ਕਰੀਏ, ਤੀਸਰੀ ਚੌਥੀ ਤੇ ਪੰਜਵੀਂ, ਇਹਦੇ ਵਿੱਚ 1.7 ਤੋਂ ਲੈ ਕੇ 2.5 ਕਿਲੋ ਤੱਕ ਦਾ। 6ਵੀਂ ਤੇ 7ਵੀਂ ਕਲਾਸ ਜਿਹੜੀ ਹੈ ਉਹਦੇ ਵਿੱਚ 2 ਕਿਲੋ ਤੋਂ 3 ਕਿਲੋ ਤੱਕ। 8ਵੀਂ ਜਿਹੜੀ ਹੈ ਉਹ 2.5 ਕਿਲੋ ਤੋਂ 4 ਕਿਲੋ। 9ਵੀਂ 2.5 ਕਿਲੋ ਤੋਂ 4.5 ਕਿਲੋ। 10ਵੀਂ 2.5 ਕਿਲੋ ਤੋਂ 4.5 ਕਿਲੋ ਤੱਕ, ਠੀਕ ਹੈ ਜੀ। ਤੇ 11ਵੀਂ 12ਵੀਂ ਦੇ ਵਿੱਚ 3.5 ਤੋਂ 5 ਕਿਲੋ ਤੱਕ ਦਾ ਬੈਗ ਹੋਣਾ ਚਾਹੀਦਾ ਹੈ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਟੀਚਰਸ ਜਿਹੜੇ ਹੈ ਉਹ ਹਰ 3 ਮੰਥਸ ਦੇ ਵਿੱਚ ਇਸ ਚੀਜ਼ ਨੂੰ ਇਨਸ਼ੋਰ ਕਰਨ ਕਿ ਇਹ ਬੈਗ ਦਾ ਵਜ਼ਨ ਇਸ ਤੋਂ ਵੱਧ ਨਾ ਹੋਵੇ।
ਸਕੂਲ ਜਿਹੜੇ ਹੈ ਉਹ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਐਮਿਨਿਟੀਜ਼ ਪ੍ਰੋਵਾਈਡ ਕਰਵਾਉਣ ਬੱਚਿਆਂ ਨੂੰ ਐਂਡ ਸਪੈਸ਼ਲੀ ਆਫ ਪਿਓਰ ਡਰਿੰਕਿੰਗ ਵਾਟਰ, ਤਾਂ ਕਰਕੇ ਬੱਚਿਆਂ ਨੂੰ ਜਿਹੜਾ ਹੈ ਉਹ ਬੋਟਲ ਵਗੈਰਾ ਜਿਹੜੀ ਹੈ ਉਹ ਨਾ ਲੈ ਕੇ ਆਣੀ ਪਵੇ, ਡਰਿੰਕਿੰਗ ਵਾਟਰ। ਸੋ ਇਦਾਂ ਦੀਆਂ ਇੰਸਟਰਕਸ਼ਨਸ ਹੈ ਸਕੂਲ ਬੈਗ ਪਾਲਿਸੀ। ਸੋ ਤੁਹਾਨੂੰ ਕੋਈ ਵੀ ਜਿਹੜੀ ਸਟੇਟਮੈਂਟ ਵਗੈਰਾ ਬਣਾ ਕੇ ਜਾਂ ਕੋਈ ਨਾ ਕੋਈ ਜਿਹੜਾ ਹੈ ਸਹੀ ਮਿਲਾਨ ਕਰਨ ਦੇ ਤੌਰ ਤੇ ਇਹਨਾਂ ਚੋਂ ਕੋਈ ਨਾ ਕੋਈ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇਹ ਹੈ ਜੀ ਸਕੂਲ ਬੈਗ ਪਾਲਿਸੀ। ਨੈਕਸਟ ਹੈ ਜੀ कामधेनु गाओ विज्ञान प्रचार प्रसार एग्जाम। ठीक है जी। सो अगर आप इस एग्जाम की गल करिए, हाँ जी, सो अगर आप इस एग्जाम की गल करिए तो इनू आप नैशनल काओ एग्जाम भी कह सकते हैं, नैशनल काओ एग्जाम। सो नैशनल काओ एग्जाम जो अपना है इनू कौन, पहला तो ये देखो कि इनू कौन लेगा। ठीक है, ये जड़ा है ये करेगा राष्ट्रीय कामधेनु आयोग, RKA, राष्ट्रीय कामधेनु आयोग इनू ऑर्गेनाइज करवाया करेगा। ਈਵਨ ਇਹ ਹਰ ਸਾਲ ਹੋਇਆ ਕਰੇਗਾ 25 ਫੈਬਰਰੀ 2021। ਇਹ ਪਹਿਲੀ ਵਾਰੀ 25 ਫੈਬਰਰੀ ਨੂੰ ਹੋਏਗਾ, ਹਰ ਪੂਰੇ ਦੇਸ਼ ਦੇ ਵਿੱਚ ਹੋਏਗਾ, ਆਨਲਾਈਨ ਐਗਜ਼ਾਮ ਹੋਏਗਾ ਤੇ ਇਹਨੂੰ ਜਿਹੜਾ ਹੈ ਇੱਕ ਐਨੂਅਲ ਇਵੈਂਟ ਦੇ ਤੌਰ ਤੇ ਕੀਤਾ ਜਾਏਗਾ। ਕਿਉਂ, ਤੁਸੀਂ ਪੁੱਛੋਗੇ ਕਿਉਂ ਸਰ, ਕਾਓ ਦਾ ਕਿਉਂ? to infuse the curiosity into all Indians about the cow। ਸੋ ਕਾਓ ਦੀ ਮਹੱਤਵਤਾ ਨੂੰ ਜਾਣਨ ਵਾਸਤੇ, ਕਾਓ ਦੀ ਮਹੱਤਵਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਣ ਵਾਸਤੇ ਤੇ ਲੋਕਾਂ ਦੇ ਵਿੱਚ ਕਿਉਰਿਓਸਿਟੀ ਜਗਾਉਣ ਵਾਸਤੇ ਕਿ ਅਸੀਂ ਹੋਰ ਇਹਨਾਂ ਚੀਜ਼ਾਂ ਬਾਰੇ ਪੜ੍ਹੀਏ। ਠੀਕ ਹੈ, ਆਪਦੀ ਜਿਹੜੀ ਇਤਿਹਾਸ ਬਾਰੇ ਪੜ੍ਹੀਏ, ਆਪਣਾ ਜਿਹੜਾ ਹੈ ਉਹ ਹੈਰੀਟੇਜ ਬਾਰੇ ਪੜ੍ਹੀਏ। ਸੋ ਇਹ ਨੈਸ਼ਨਲ ਕਾਓ ਐਗਜ਼ਾਮ ਜਿਹੜਾ ਹੈ ਉਹ ਕਰਵਾਇਆ ਜਾਏਗਾ ਹਰ ਸਾਲ। ਸੋ ਇਹ ਵੀ ਜਿਹੜਾ ਹੈ ਇਹ ਕੁਐਸਚਨ ਬਣ ਸਕਦਾ ਹੈ। ਨੈਕਸਟ ਆਪਾਂ ਗੱਲ ਕਰੀਏ ਜੀ, ਨੈਕਸਟ ਹੈ ਦੋਸਤੋ ਡਿਸਇਨਵੈਸਟਮੈਂਟ। ਨਾਓ ਵਟ ਇਜ਼ ਦਿਸ ਡਿਸਇਨਵੈਸਟਮੈਂਟ? ਡਿਸਇਨਵੈਸਟਮੈਂਟ ਤੁਸੀਂ ਸਮਝਦੇ ਹੋ ਇਨਵੈਸਟਮੈਂਟ ਕੀ ਹੁੰਦੀ ਹੈ? ਇਨਵੈਸਟਮੈਂਟ ਹੁੰਦੀ ਹੈ ਜਦੋਂ ਆਪਾਂ ਕਿਸੇ ਚੀਜ਼ ਦੇ ਵਿੱਚ, ਮੰਨ ਲਓ ਆਪਾਂ ਇਨਵੈਸਟ ਕਰਦੇ ਹਾਂ, ਮੰਨ ਲਓ ਤੁਸੀਂ ਸ਼ੇਅਰ ਮਾਰਕੀਟ 'ਚ ਇਨਵੈਸਟ ਕਰ ਰਹੇ ਹੋ, ਕਿਸੇ ਆਪਦੇ ਯਾਰ ਦੋਸਤ ਦੇ, ਕਿਸੇ ਭਾਈ ਬੰਦੂ ਦੇ ਬਿਜ਼ਨਸ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਹੈ ਤਾਂ ਤੁਸੀਂ ਉਹਨੂੰ ਕਹੋਗੇ ਵੀ ਮੇਰਾ 50,000 ਪਾ ਦੇ, ਮੇਰਾ 5 ਲੱਖ ਰੁਪਇਆ ਪਾ ਦੇ, ਹੈ ਨਾ ਉਹਦੇ ਵਿੱਚ। ਡਿਸਇਨਵੈਸਟਮੈਂਟ ਕੀ ਹੁੰਦਾ ਹੈ? ਉਸ ਤੋਂ ਉਲਟ, ਕਿ ਅਗਰ ਮੰਨ ਲਓ ਤੁਸੀਂ ਕਿਸੇ ਬਿਜ਼ਨਸ ਦੇ ਵਿੱਚ 5 ਲੱਖ ਰੁਪਇਆ ਪਾਇਆ ਹੋਇਆ ਹੈ, ਤੁਸੀਂ ਉਹਦੇ ਚੋਂ ਆਪਦਾ 2 ਲੱਖ ਰੁਪਇਆ ਕੱਢਣਾ ਹੈ ਤਾਂ ਉਹਨੂੰ ਕਹਿੰਦੇ ਆ ਡਿਸਇਨਵੈਸਟਮੈਂਟ। ਠੀਕ ਹੈ, ਹੁਣ ਡਿਸਇਨਵੈਸਟਮੈਂਟ ਕਿਉਂ ਨਿਊਜ਼ ਦੇ ਵਿੱਚ ਹੈ? ਕਿਉਂਕਿ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ, ਲਾਸਟ ਟਾਈਮ ਆਪਾਂ ਇੱਕ ਕੁਐਸਚਨ ਕੀਤਾ ਸੀਗਾ ਕਿ ਮਿਸਿਸ ਸੋਮਾ ਮੰਡਲ ਜੀ ਜਿਹੜੇ ਹੈ ਉਹ ਪਹਿਲੀ ਵਾਰੀ ਫੀਮੇਲ ਅਧਿਅਕਸ਼ ਬਣੇ ਹੈ ਸਟੀਲ ਅਥਾਰਟੀ ਆਫ ਇੰਡੀਆ ਦੇ। ਉਦੋਂ ਵੀ ਨਿਊਜ਼ ਦੇ ਵਿੱਚ ਸੀਗਾ ਸਟੀਲ ਅਥਾਰਟੀ ਆਫ ਇੰਡੀਆ। ਹੁਣ ਸਟੀਲ ਅਥਾਰਟੀ ਆਫ ਇੰਡੀਆ ਕਿਉਂ ਨਿਊਜ਼ ਦੇ ਵਿੱਚ ਹੈ? ਕਿਉਂਕਿ ਗਵਰਨਮੈਂਟ ਆਫ ਇੰਡੀਆ ਇਜ਼ ਗੋਇੰਗ ਟੂ ਸੇਲ 10% ਸਟੇਕ ਇਨ ਸਟੀਲ ਅਥਾਰਟੀ ਆਫ ਇੰਡੀਆ। ਆਪਦੇ ਹਿੱਸੇ ਦਾ 10% ਜਿਹੜਾ ਹੈ ਉਹ ਗਵਰਨਮੈਂਟ ਵੇਚਣ ਜਾ ਰਹੀ ਹੈ ਸਟੀਲ ਅਥਾਰਟੀ ਆਫ ਇੰਡੀਆ ਦਾ। ਹੁਣ ਉਹ ਕਿਵੇਂ ਵੇਚਣ ਜਾ ਰਹੀ ਹੈ? ਥਰੂ ਆਫਰ ਫॉर ਸੇਲ। ਸੋ ਇੱਥੇ ਟਰਮ ਆਉਂਦੀ ਹੈ ਆਫਰ ਫॉर ਸੇਲ। ਗਵਰਨਮੈਂਟ ਆਫ ਇੰਡੀਆ ਵੁੱਡ ਡਾਈਵੈਸਟ 5% ਇਕੁਇਟੀ ਵਿਦ a 5% ਗ੍ਰੀਨ ਸ਼ੂ ਆਪਸ਼ਨ। ਸੋ ਹੁਣ ਇੱਥੇ ਆਪਾਂ ਇੱਕ ਚੀਜ਼ ਕਰ ਸਕਦੇ ਹਾਂ, ਦੇਖੋ ਕਿ ਇਕਨੋਮੀ ਦੀਆਂ ਕਿੰਨੀਆਂ ਟਰਮਸ ਆ ਗਈਆਂ। ਦੇਖੋ ਕੁਐਸਚਨ ਤਾਂ ਇੱਕ ਛੋਟਾ ਜਿਹਾ ਬਣਿਆ ਕਿ ਸੇਲ ਦੇ ਵਿੱਚ ਗਵਰਨਮੈਂਟ ਆਫ ਇੰਡੀਆ 10% ਹਿੱਸਾ ਵੇਚ ਰਹੀ ਹੈ। ਕਿੰਦੇ ਚੋਂ ਵੇਚ ਰਹੀ ਹੈ? ਸੇਲ ਚੋਂ ਵੇਚ ਰਹੀ ਹੈ। ਕੁਐਸਚਨ ਬਣ ਗਿਆ, ਓਕੇ ਹੈ। ਲੇਕਿਨ ਕਿਸੇ ਵੀ ਤਰ੍ਹਾਂ ਦਾ ਤੁਸੀਂ ਐਗਜ਼ਾਮ ਦੇਣਾ ਹੈ, ਤੁਸੀਂ ਇਹ ਕਹਿ ਕੇ ਕਬੂਤਰ ਤਰ੍ਹਾਂ ਅੱਖਾਂ ਨਹੀਂ ਮੀਚ ਸਕਦੇ ਕਿ ਇਕਨੋਮੀ ਦੇ ਕੁਐਸਚਨ ਤਾਂ ਜੀ ਬੈਂਕਿੰਗ 'ਚ ਹੀ ਆਉਂਦੇ ਹੈ। ਮੈਂ ਤੁਹਾਨੂੰ ਪਹਿਲੀ ਜਿਹੜੀ ਕਲਾਸ ਸੀਗੀ ਲਾਸਟ ਮੰਥ, ਜਿਹੜੀ ਆਪਾਂ ਸੰਡੇ ਜਦੋਂ ਤੋਂ ਆਪਾਂ ਸ਼ੁਰੂ ਕੀਤਾ ਹੈ, ਉਦੋਂ ਮੈਂ ਤੁਹਾਨੂੰ PPSC ਦੇ ਪਿਛਲੇ ਪੇਪਰਾਂ ਚੋਂ ਕੁਐਸਚਨ ਕਰਵਾਏ ਸੀਗੇ। ਉਦੋਂ ਮੈਂ ਤੁਹਾਨੂੰ ਇੱਕ ਕੁਐਸਚਨ ਕਰਵਾਇਆ ਸੀਗਾ ਕਿ CPI ਤੇ ਕੁਐਸਚਨ ਆਇਆ ਸੀਗਾ PPSC ਦਾ, ਜਿਹੜਾ ਦਸੰਬਰ ਦੇ ਵਿੱਚ ਐਗਜ਼ਾਮ ਹੋਇਆ ਸੀਗਾ ਪ੍ਰਿੰਸੀਪਲ ਐਂਡ ਹੈਡਮਾਸਟਰ ਦਾ। ਉਹਦੇ ਤੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਤੇ ਦੋ ਸਟੇਟਮੈਂਟਾਂ ਦਿੱਤੀਆਂ ਹੋਈਆਂ ਸੀ। ਇਟ ਮੀਨਸ ਕਿ ਇਕਨੋਮੀ ਦੀਆਂ ਟਰਮਸ ਬਹੁਤ ਇੰਪੋਰਟੈਂਟ ਹੁੰਦੀਆਂ। ਇਕਨੋਮੀ ਦੇ ਲੇਟੈਸਟ ਕੁਐਸਚਨ ਇੰਪੋਰਟੈਂਟ ਹੋਣ ਨਾ ਹੋਣ, ਮੀਨਸ ਆ ਜਿਹੜੀ ਨਿਊਜ਼ ਹੈ ਇਹ ਇੰਪੋਰਟੈਂਟ ਹੈ ਜਾਂ ਨਹੀਂ ਹੈ। ਤੁਹਾਨੂੰ ਜਿਹੜਾ ਹੈ ਕੁਝ ਇਕਨੋਮੀ ਦੀਆਂ ਜਿਹੜੀਆਂ ਟਰਮਸ ਹੈ, ਇਕਨੋਮੀ ਦੀਆਂ ਕੁਝ ਟਰਮਸ ਹੈ, ਉਹ ਤੁਹਾਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਨਿਊਜ਼ ਚੋਂ 4 ਟਰਮਸ ਨਿਕਲਦੀਆਂ ਜਿਨ੍ਹਾਂ ਦਾ ਮੈਂ ਤੁਹਾਨੂੰ ਇੱਕ ਲਾਈਨ ਦੇ ਵਿੱਚ ਹੀ ਜਿਹੜਾ ਹੈ ਉਹ ਮਤਲਬ ਸਮਝਾ ਦੂੰਗਾ ਅਗਰ ਤੁਸੀਂ ਧਿਆਨ ਨਾਲ ਇਸ ਚੀਜ਼ ਨੂੰ ਸੁਣੋਗੇ ਤਾਂ। ਠੀਕ ਹੈ, ਕੀ ਹੁੰਦਾ ਹੈ? ਇਕਨੋਮੀ ਦੀਆਂ ਟਰਮਸ ਵੈਸੇ ਬੜੀਆਂ ਟਿਪੀਕਲ ਹੁੰਦੀਆਂ, ਲੇਕਿਨ ਦੇਖੋ ਫਸਟ ਕੀ ਹੈ? ਇਨੀਸ਼ੀਅਲ ਪਬਲਿਕ ਆਫਰਿੰਗ। ਆਪਾਂ ਕਹਿੰਦੇ ਕਿ LIC ਨੇ IPO ਲਾਂਚ ਕਰਤਾ ਜੀ, ਠੀਕ ਹੈ, ਜਾਂ ਅਲੀਬਾਬਾ ਨੇ ਆਪਦਾ IPO ਲਾਂਚ ਕੀਤਾ ਹੈ। IPO ਕੀ ਹੁੰਦਾ ਹੈ? ਇਨੀਸ਼ੀਅਲ ਪਬਲਿਕ ਆਫਰਿੰਗ। ਇਨੀਸ਼ੀਅਲ ਪਬਲਿਕ ਆਫਰਿੰਗ ਕੀ ਹੁੰਦੀ ਹੈ? ਜਿਵੇਂ ਫੋਰ ਐਗਜ਼ਾਮਪਲ ਕੋਈ ਵੀ ਇੱਕ ਕੰਪਨੀ ਹੈ X, ਕੋਈ ਵੀ ਇੱਕ ਕੰਪਨੀ X, ਠੀਕ ਹੈ ਜੀ, ਇਹ ਕੰਪਨੀ ਕਾਫੀ ਟਾਈਮ ਤੋਂ ਚੱਲ ਰਹੀ ਹੈ, ਵਧੀਆ ਪ੍ਰੋਫਿਟ ਬਣਾ ਰਹੀ ਹੈ। ਇਸ ਕੰਪਨੀ ਨੇ ਸੋਚਿਆ ਵੀ ਅਸੀਂ ਕੀ ਕਰਨਾ ਹੈ, ਸਾਨੂੰ ਹੋਰ ਪੈਸਾ ਚਾਹੀਦਾ ਅੱਗੇ ਵਧਣ ਵਾਸਤੇ। ਠੀਕ ਹੈ ਜੀ, ਸਾਨੂੰ ਕੀ ਚਾਹੀਦੀ ਹੈ? ਸਾਨੂੰ ਚਾਹੀਦੀ ਹੈ ਕੈਪੀਟਲ ਚਾਹੀਦੀ ਹੈ, ਪੈਸਾ ਚਾਹੀਦਾ ਹੈ। ਸੋ ਇਹਨੇ ਕੀ ਸੋਚਿਆ ਕਿ ਨਾਓ ਜਿਹੜਾ ਹੈ ਅਸੀਂ ਆਪਦੇ ਸ਼ੇਅਰ ਜਿਹੜੇ ਹੈ ਉਹ ਮਾਰਕੀਟ ਦੇ ਵਿੱਚ ਸੈੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਪ੍ਰਾਇਮਰੀ ਮਾਰਕੀਟ ਦੇ ਵਿੱਚ ਆ ਚੀਜ਼ ਹੁੰਦੀ ਹੈ, ਪ੍ਰਾਇਮਰੀ ਮਾਰਕੀਟ।
ਉੱਥੇ ਜਿਹੜਾ ਕੋਈ ਕੰਪਨੀ ਪਹਿਲੀ ਵਾਰੀ ਆਪਦੇ ਆਪ ਨੂੰ ਕੀ ਕਰਦੀ ਹੈ, ਸਟਾਕ ਐਕਸਚੇਂਜ ਤੇ ਪਹਿਲੀ ਵਾਰੀ ਲੈ ਕੇ ਆਂਦੀ ਹੈ ਤਾਂ ਉਹ ਕੀ ਸ਼ੁਰੂ ਕਰਦੀ ਹੈ, ਆਪਦਾ IPO ਇਨੀਸ਼ੀਅਲ ਪਬਲਿਕ ਆਫਰਿੰਗ। ਮੰਨ ਲਓ ਇਸ ਕੰਪਨੀ ਨੇ ਸੋਚਿਆ ਕਿ ਮੈਂ ਆਪਦੇ 10% ਜਿਹੜੇ ਸ਼ੇਅਰ ਹੈ ਉਹਨਾਂ ਨੂੰ ਵੇਚਣਾ ਚਾਹ ਰਹੀ ਹੈ, 10% ਸ਼ੇਅਰ, ਤਾਂ ਉਹ ਕੀ ਹੋ ਗਿਆ, ਇਨੀਸ਼ੀਅਲ ਪਬਲਿਕ ਆਫਰਿੰਗ। ਫਿਰ ਆਂਦਾ ਇੱਕ FPO ਹੁੰਦਾ ਫੋਲੋ ਔਨ ਪਬਲਿਕ ਆਫਰ। ਮੈਂ ਤੇ ਲਿਖ ਦੇਣਾ ਫੋਲੋ ਔਨ ਪਬਲਿਕ ਆਫਰਿੰਗ। ਸੋ ਫੋਲੋ ਔਨ ਪਬਲਿਕ ਆਫਰਿੰਗ ਕੀ ਹੁੰਦੀ ਹੈ, ਇਹ IPO ਤੋਂ ਕਿਵੇਂ ਡਿਫਰੈਂਟ ਹੈ? IPO ਤੋਂ ਇਹ ਐਦਾਂ ਡਿਫਰੈਂਟ ਹੈ ਕਿ IPO ਦੇ ਵਿੱਚ ਕੰਪਨੀ ਪਹਿਲੀ ਵਾਰੀ ਸਟਾਕ ਐਕਸਚੇਂਜ ਤੇ ਆਪਦੇ ਆਪ ਨੂੰ ਰਜਿਸਟਰ ਕਰਵਾਉਂਦੀ ਹੈ। ਉਸ ਤੋਂ ਬਾਅਦ FPO ਕੀ ਹੁੰਦਾ ਹੈ ਕਿ ਮੰਨ ਲਓ 10% ਸ਼ੇਅਰ ਤਾਂ ਉਹਦੇ ਪਹਿਲਾਂ ਹੀ ਮਾਰਕੀਟ ਦੇ ਵਿੱਚ ਚੱਲ ਰਹੀ ਹੈ, ਸੈਕੰਡਰੀ ਮਾਰਕੀਟ ਦੇ ਵਿੱਚ ਚੱਲ ਰਹੀ ਹੈ, ਕਿਸੇ ਕੋਲੋਂ ਕੁਝ ਹਿੱਸਾ ਹੈ ਉਹ ਦੂਸਰੇ ਨੂੰ ਵੇਚ ਰਿਹਾ ਹੈ ਜਾਂ ਉਹ ਵੇਚ ਕੇ ਦੁਬਾਰਾ ਖਰੀਦ ਰਿਹਾ ਹੈ ਨਾ ਉਹਦੇ ਤੋਂ ਬ੍ਰੋਕਰ ਤੋਂ, ਤਾਂ ਉਹ ਤਾਂ ਚੱਲ ਹੀ ਰਹੀ ਹੈ। ਮੰਨ ਲਓ ਇਸ ਕੰਪਨੀ ਨੇ ਆਪਦੇ 15% ਹਿੱਸਾ ਹੋਰ ਵੇਚਣਾ ਹੈ ਤਾਂ ਉਹ ਕੀ, ਉਹਨੂੰ ਕੀ ਆਪਾਂ ਨਵੇਂ ਸਿਰੇ ਤੋਂ, ਆ 10% ਤਾਂ ਮਾਰਕੀਟ ਚੱਲ ਰਿਹਾ ਹੈ, ਨਵੇਂ ਸਿਰੇ ਤੋਂ 15% ਵੇਚਣਾ ਹੈ ਤਾਂ ਉਹਨੂੰ ਆਪਾਂ ਕੀ ਕਵਾਂਗੇ, ਫੋਲੋ ਔਨ ਪਬਲਿਕ ਆਫਰਿੰਗ। ਓਕੇ, ਫਿਰ ਆਂਦਾ ਹੁਣ ਆਫਰ ਫॉर ਸੇਲ ਕੀ ਹੁੰਦਾ ਹੈ, ਜਿੰਦੇ ਤਹਿਤ ਗਵਰਨਮੈਂਟ ਵੇਚਣਾ ਚਾਹ ਰਹੀ ਹੈ। ਇਹ ਹੁੰਦਾ ਹੈ ਮੰਨ ਲਓ ਤੁਸੀਂ ਕੰਪਨੀ ਦੇ ਮਾਲਕ ਨਹੀਂ ਹੈਗੇ ਹੋ, ਇਹ ਤਾਂ ਪਹਿਲੇ ਉੱਪਰਲੇ ਕੇਸ ਦੋਨੋਂ ਸੀਗੇ ਕਿ ਤੁਸੀਂ ਕੰਪਨੀ ਦੇ ਮਾਲਕ ਸੀਗੇ, ਤੁਹਾਡੇ ਕੋਲੋਂ ਕਿਸੇ ਕੰਪਨੀ ਦੇ ਮੋਰ ਦੈਨ 10% ਸ਼ੇਅਰ ਹੈਗੇ ਹੈ, ਮੋਰ ਦੈਨ 10% ਸ਼ੇਅਰ ਤੁਹਾਡੇ ਕੋਲੋਂ ਹੈਗੇ ਹੈ, ਠੀਕ ਹੈ। ਹੁਣ ਜਿਵੇਂ ਸਟੀਲ ਅਥਾਰਟੀ ਆਫ ਇੰਡੀਆ ਹੈ, ਗਵਰਨਮੈਂਟ ਕੋਲੋਂ 100% ਥੋੜੀ ਨਾ ਹੈ, ਉਹ ਤਾਂ ਪਹਿਲਾਂ ਵੀ ਮਾਰਕੀਟ ਦੇ ਵਿੱਚ ਹੈਗਾ ਹੀ ਹੈ। ਸੋ ਅਗਰ ਤੁਹਾਡੇ ਕੋਲੋਂ 10% ਤੋਂ ਵੱਧ ਸ਼ੇਅਰ ਹੈਗੇ ਹੈ ਤਾਂ ਤੁਸੀਂ ਉਹਨੂੰ ਸੇਲ ਕਰ ਸਕਦੇ ਹੋ ਵਿਦਿਨ 1 ਡੇ। ਤੁਸੀਂ ਵਿਦਿਨ 1 ਡੇ ਜਿਹੜਾ ਹੈ ਉਹਨੂੰ ਸੇਲ ਕਰ ਸਕਦੇ ਹੋ। ਉਸ ਆਪਸ਼ਨ ਨੂੰ ਕੀ ਕਹਿੰਦੇ ਆ ਆਪਾਂ, ਆਫਰ ਫॉर ਸੇਲ। ਆਫਰ ਫॉर ਸੇਲ ਮੀਨਸ ਜਿਹੜਾ IPO ਹੁੰਦਾ ਹੈ ਉਹਦੇ ਵਿੱਚ ਤਕਰੀਬਨ 7 ਦਿਨਾਂ ਦਾ ਟਾਈਮ ਲੱਗਦਾ ਹੈ, ਬਟ ਆਫਰ ਫॉर ਸੇਲ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਹੀ ਆਪਦਾ ਸਟੇਕ ਵੇਚ ਸਕਦੇ ਹੋ, ਕਿਸੇ ਨੂੰ ਵੀ, ਕੰਪਨੀਆਂ ਨੂੰ, ਬ੍ਰੋਕਰ ਨੂੰ, ਕਿਸੇ ਨੂੰ ਵੀ ਤੁਸੀਂ ਜਿਹੜਾ ਹੈ ਉਹ ਵੇਚ ਸਕਦੇ ਹੋ। ਫਿਰ ਆਂਦਾ ਹੈ ਗ੍ਰੀਨ ਸ਼ੂ ਆਪਸ਼ਨ। ਨਾਓ ਵਾਟ ਇਜ਼ ਦਿਸ ਗ੍ਰੀਨ ਸ਼ੂ ਆਪਸ਼ਨ? ਹੁਣ ਆਫਰ ਫॉर ਸੇਲ ਕਰਨਾ ਹੈ, ਠੀਕ ਹੈ। ਕੀ ਕੀਤਾ ਗਵਰਨਮੈਂਟ ਨੇ, ਸੇਲ ਦੇ ਵਿੱਚ SCIL ਦੇ ਵਿੱਚ 5% ਜਿਹੜਾ ਹਿੱਸਾ ਹੈ, 5% ਸਟੇਕ ਹੈ, ਉਹਨੂੰ ਉਹ ਸੇਲ ਤੇ ਲਗਾਤਾ, ਠੀਕ ਹੈ। ਸੇਲ ਚ ਕਨਫਿਊਜ਼ ਨਾ ਹੋਣਾ, ਉਹ ਗੱਲ ਹੈ SCIL ਵਾਲੀ, ਉਹਨੂੰ ਵੇਚਣ ਤੇ ਲਗਾਤਾ। ਹੁਣ ਡਿਮਾਂਡ ਇੰਨੀ ਕਿ ਜ਼ਿਆਦਾ ਹੋਈ ਕਿ ਜਿੰਨੇ ਸ਼ੇਅਰ ਸੀਗੇ, ਲੇਕਿਨ ਡਿਮਾਂਡ ਇੰਨੀ ਕਿ ਜ਼ਿਆਦਾ ਵਧੀ ਕਿ ਉਹਨਾਂ ਨੇ ਕਿਹਾ ਵੀ ਪਹਿਲਾਂ 5% ਲਗਾਓ, ਅਗਰ ਡਿਮਾਂਡ ਜ਼ਿਆਦਾ ਹੋਈ 5% ਹੋਰ ਦੇ ਦਾਂਗੇ ਸਟੇਕ, ਠੀਕ ਹੈ। ਤਾਂ ਆ ਜਿਹੜਾ ਬਾਅਦ ਵਾਲਾ 5% ਹੈ ਇਹਨੂੰ ਕਹਿੰਦੇ ਆ ਗ੍ਰੀਨ ਸ਼ੂ ਆਪਸ਼ਨ, ਗ੍ਰੀਨ ਸ਼ੂ ਆਪਸ਼ਨ, ਠੀਕ ਹੈ ਜੀ। ਸੋ ਇਹ ਚੀਜ਼ ਹੁੰਦੀ ਹੈ ਜੀ ਇਕਨੋਮਿਕ ਦੀਆਂ ਟਰਮਸ। ਹੁਣ ਤੁਸੀਂ ਪੜੋ, ਬੜੀਆਂ ਟਿਪੀਕਲ ਦਿੱਤੀਆਂ ਹੁੰਦੀਆਂ, ਬਟ ਅਗਰ ਆਪਾਂ ਐਗਜ਼ਾਮਪਲ ਲੈ ਕੇ ਅਗਰ ਆਪਾਂ ਕਰੀਏ ਤਾਂ ਆਪਾਂ ਬੜਾ ਈਜ਼ੀਲੀ ਇਹਨੂੰ ਕਰ ਸਕਦੇ ਹਾਂ, ਠੀਕ ਹੈ ਫਰੈਂਡਸ। ਆਈ ਹੋਪ ਮੈਂ ਤੁਹਾਨੂੰ ਸਮਝਾਉਣ 'ਚ ਸਕਸੈਸਫੁਲ ਰਿਹਾ ਹੋਊਗਾ, ਠੀਕ ਹੈ। ਸੋ ਮੇਰੀ ਤੁਹਾਡੇ ਅੱਗੇ ਇੱਕੋ ਹੀ ਬੇਨਤੀ ਹੈ ਕਿ ਅਗਰ ਇਹ ਵਧੀਆ ਲੱਗੇ, ਠੀਕ ਹੈ, ਲੈਕਚਰ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਆਪਦੇ ਦੋਸਤਾਂ ਨਾਲ, ਆਪਦੇ ਭਾਈ ਬੰਧੂਆਂ ਨਾਲ ਪਲੀਜ਼ ਸ਼ੇਅਰ ਜ਼ਰੂਰ ਕਰਨਾ ਹੈ, ਠੀਕ ਹੈ ਜੀ। ਸੋ ਇਹ ਸਿਰਫ ਇੱਕ ਇਨੀਸ਼ੀਏਟਿਵ ਹੈ ਕਿ ਤਾਂ ਕਿ ਜਿਹੜੇ ਹੈ ਇਹ ਆਪਾਂ ਹਰ ਇੱਕ ਤੱਕ ਇਹ ਪਹੁੰਚਾ ਸਕੀਏ ਕਿ ਅਗਰ ਤੁਸੀਂ ਆਪਣੇ ਆਪ ਕਰੰਟ ਅਫੇਅਰ ਕਰ ਰਹੇ ਹੋ, ਨਿਊਜ਼ਪੇਪਰ ਚੋਂ ਕਰ ਰਹੇ ਹੋ, ਡਿਫਰੈਂਟ ਐਪਸ ਤੋਂ ਕਰ ਰਹੇ ਹੋ, ਬਹੁਤ ਤਰੀਕੇ ਹੈ, ਕਿੱਥੋਂ ਵੀ ਤੁਸੀਂ ਕਰ ਸਕਦੇ ਹੋ। ਤੇ ਉਹ ਤੁਹਾਨੂੰ ਇੱਕ ਚੀਜ਼ ਦੱਸੀ ਜਾਵੇ ਕਿ ਸਿਰਫ ਕਰੰਟ ਅਫੇਅਰ ਦੀਆਂ ਹੈਡਲਾਈਨਸ ਨਹੀਂ, ਤੁਸੀਂ ਉਹਦੇ ਨਾਲ ਰਿਲੇਟ ਕਰਦੀ ਹੋਈ ਸਾਰੀ ਜਿਹੜੀ GK ਹੈ ਉਹ ਪੜ੍ਹਿਆ ਕਰੋ। ਤੇ ਇਸ ਲੈਕਚਰ ਦੇ ਵਿੱਚ ਆ ਕੇ ਤੁਸੀਂ ਮੇਨ ਦੇਖ ਸਕਦੇ ਹੋ ਪੂਰੇ ਹਫਤੇ 'ਚ ਕੀ ਹੋਇਆ, ਤੇ ਜੋ ਮੈਂ ਹੁਣ ਇਸ ਤੋਂ ਬਾਅਦ 20 ਕੁਐਸਚਨਸ ਪੁੱਛੂੰਗਾ, ਤੁਸੀਂ ਆਪਦੀ ਤਿਆਰੀ ਚੈੱਕ ਕਰ ਸਕਦੇ ਹੋ ਕਿ ਸਾਡੀ ਤਿਆਰੀ ਕਿੱਥੋਂ ਤੱਕ ਹੈਗੀ ਹੈ, ਠੀਕ ਹੈ ਜੀ। ਠੀਕ ਹੈ ਦੋਸਤੋ। ਹਾਂਜੀ ਫਰੈਂਡਸ, ਕਰੀਏ ਫਿਰ ਅੱਗੇ। So most important questions of the week related to general awareness। So ਅੱਗੇ ਆਪਾਂ ਗੱਲ ਕਰਦੇ ਹਾਂ ਜੀ ਮੋਸਟ ਇੰਪੋਰਟੈਂਟ ਜਿਹੜੇ MCQ ਪੂਰੇ ਹਫਤੇ ਦੇ ਰਹੇ ਉਹਨਾਂ ਬਾਰੇ ਹੁਣ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਸੋ ਤੁਹਾਡੀ ਸਕਰੀਨ ਤੇ ਹੁਣ ਕੁਐਸਚਨਸ ਆਣਗੇ। ਇਹ ਸਾਰੇ ਜਿਹੜੇ ਕੁਐਸਚਨ ਹੈ ਇਹ ਦਾ ਹਿੰਦੂ ਚੋਂ ਲਿੱਤੇ ਗਏ ਆ, ਜਿਹੜੀਆਂ ਨਿਊਜ਼ ਬਣਦੀਆਂ ਦਾ ਟ੍ਰਿਬਿਊਨ ਚੋਂ, ਗਵਰਨਮੈਂਟ ਵੈਬਸਾਈਟਸ ਤੋਂ ਤੇ ਵੇਰੀਅਸ ਨਿਊਜ਼ ਏਜੰਸੀਜ਼ ਤੋਂ। ਸੋ ਹੁਣ ਆਪਾਂ 1 ਬਾਈ 1 ਕੁਐਸਚਨ ਨੂੰ ਡਿਸਕਸ਼ਨ ਕਰਾਂਗੇ। ਉਸ ਕੁਐਸਚਨ ਨਾਲ ਰਿਲੇਟ ਕਰਦੀ ਹੋਈ ਹੋਰ ਵੀ ਜਿਹੜੀ ਆਪਸ਼ਨ ਹੈ ਜਾਂ ਜਿਹੜੇ ਕੋਈ ਹੋਰ ਕੁਐਸਚਨ ਬਣਦੇ ਆ ਉਹ ਵੀ ਆਪਾਂ ਨਾਲ ਡਿਸਕਸ਼ਨ ਕਰਾਂਗੇ। ਸੋ ਆਈ ਹੋਪ ਤੁਹਾਨੂੰ ਲੈਕਚਰ ਵਧੀਆ ਲੱਗ ਰਿਹਾ ਹੋਵੇਗਾ, ਤੁਸੀਂ ਬੋਰ ਨਹੀਂ ਹੋ ਰਹੇ ਹੋਵੋਗੇ। ਤੇ ਹੁਣ ਜਿਹੜੇ 20 ਕੁਐਸਚਨਸ ਦਾ ਟਾਈਮ ਆਉਂਦਾ ਹੈ ਕਿ ਤੁਸੀਂ ਆਪਦਾ ਜਿਹੜਾ ਸਕੋਰ ਹੈ ਉਹ ਜਰੂਰ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਤੇ ਕਾਪੀ ਪੈਨ ਆਪਦੇ ਕੋਲੋਂ ਰੱਖੋ ਜੀ। ਹੋ ਸਕਦਾ ਕੁਝ ਕੁਐਸਚਨ ਸਟੇਟਮੈਂਟ ਵਾਲੇ ਹੋਣ ਤਾਂ ਉਹਨੂੰ ਤੁਸੀਂ ਆਪਦਾ ਨੋਟ ਕਰ ਸਕਦੇ ਹੋ। ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਦੋਸਤੋ ਇਹ ਰਿਹਾ। The foundation stone of new Anubhava Mantapa has laid down in which state? ठीक है जी। हाँ जी, क्वेश्चन ਨੂੰ ਪੜੋ ਜੀ ਧਿਆਨ ਨਾਲ। ਸੋ ਮੈਂ ਤੁਹਾਡੇ ਲਈ ਸਾਰਾ ਬੋਰਡ ਜ਼ਰੂਰ ਖਾਲੀ ਕਰ ਲਾਂ। हाँ जी, चलो
क्वेश्चन देखो जी, द फाउंडेशन स्टोन ऑफ न्यू अनुभवा मंटप्पा हैज बीन लेड डाउन इन विच स्टेट? कर्नाटका, उत्तराखंड, मध्य प्रदेश, तेलंगाना। दसो जी फटाफट, किथे जिहड़ा है ये न्यू अनुभवा मंटप्पा जिहड़ा है ये फाउंडेशन स्टोन इहदा रखिया गया रीसेंट दे विच। सो अगर तुसी वीडियो नूं पॉज कर सकते हो, अगर तुसी होर टाइम लैना तां मैं इहदा सही जवाब दसदा। इहदा सही जवाब है दोस्तों कर्नाटका। कर्नाटका दे सीएम, कर्नाटका ਦੇ ਜਿਹੜੇ ਸੀਐਮ ਹੈਗੇ ਆ ਉਹਨਾਂ ਨੇ ਇਹਨਾਂ ਨੂੰ ਜਿਹੜਾ ਹੈ ਉਹ ਮੋਨੂਮੈਂਟ ਦਾ ਫਾਊਂਡੇਸ਼ਨ ਸਟੋਨ ਰੱਖਿਆ। ਕਿਹੜੀ ਜਗ੍ਹਾ ਰੱਖਿਆ? ਜਿਹੜਾ ਹੈ ਇਹ ਹੈ ਬਾਸਾ ਵਾਕਲਮ, ਠੀਕ ਹੈ, ਉੱਥੋਂ ਦੀ ਇੱਕ ਜਗ੍ਹਾ ਹੈਗੀ ਹੈ ਤੇ ਇਹ ਉਹ ਵਾਲੀ ਪਲੇਸ ਹੈ ਜਿੱਥੇ ਇੱਕ ਪੋਇਟ ਰਹੇ ਹੈ, ਠੀਕ ਹੈ ਜੀ, ਬਾਸਾ ਵਿਸ਼ਵਾਰਾ। ਬਾਸਾ ਵਿਸ਼ਵਾਰਾ ਜਿਹੜੇ ਹੈ ਉਹਨਾਂ ਦੇ ਨਾਮ ਤੇ ਇਹ ਮੋਨੂਮੈਂਟ ਜਿਹੜਾ ਹੈ ਉਹ ਬਣਾਇਆ ਗਿਆ, ਜਿਹੜਾ ਕਿ 500 ਕਰੋੜ ਨਾਲ ਬਣੇਗਾ ਤੇ 2022 ਤੱਕ ਜਿਹੜਾ ਹੈ ਉਹ ਕੰਪਲੀਟ ਹੋਏਗਾ। ਸੋ ਇਹ ਲਿੰਗਿਆਤ ਸੰਤ ਸੀਗੇ, ਲਿੰਗਿਆਤ ਜਿਨ੍ਹਾਂ ਦਾ ਨਾਮ ਬਾਸਾ ਵਿਸ਼ਵਾਰਾ ਦਾ ਜਿਨ੍ਹਾਂ ਦਾ ਮੈਂ ਨਾਮ ਲੈ ਰਿਹਾ, ਇਹ ਲਿੰਗਿਆਤ ਕਮਿਊਨਿਟੀ ਤੋਂ ਹੈ। ਈਵਨ ਹੀ ਵਾਜ਼ ਦੀ ਫਾਊਂਡਰ ਆਫ ਲਿੰਗਿਆਤ, ਠੀਕ ਹੈ ਜੀ। ਅਗਰ ਤੁਸੀਂ ਲਿੰਗਿਆਤ ਬਾਰੇ ਸੁਣਿਆ ਹੋਵੇ ਤਾਂ ਲਿੰਗਿਆਤ ਕੀ ਹੈਗੀ ਹੈ ਜੀ, ਇਹ ਕਰਨਾਟਕਾ ਦੇ ਵਿੱਚ ਇੱਕ ਸ਼ਿਵਿਜ਼ਮ, ਜਿਵੇਂ ਆਪਾਂ ਨੂੰ ਸ਼ਿਵ ਭਗਤੀ ਨਾਲ ਇਹਨੂੰ ਆਪਾਂ ਜਿਹੜਾ ਹੈ ਸ਼ਿਵਾ ਫੋਕਸਡ ਜਿਹੜੇ ਹਿੰਦੂਜ਼ ਹੁੰਦੇ ਹੈ ਤਾਂ ਉੱਥੇ ਇੱਕ ਮੂਵਮੈਂਟ ਚੱਲ ਰਹੀ ਹੈ ਕਾਫੀ ਟਾਈਮ ਤੋਂ ਕਰਨਾਟਕਾ ਦੇ ਵਿੱਚ ਕਿ ਜਿਹੜੀ ਲਿੰਗਿਆਤ ਕਮਿਊਨਿਟੀ ਹੈ, ਲਿੰਗਿਆਤ ਕਮਿਊਨਿਟੀ ਕੀ ਕਹਿੰਦੀ ਹੈ ਕਿ ਅਸੀਂ ਹਿੰਦੂਆਂ ਨਾਲੋਂ ਜਿਹੜਾ ਹੈ ਸਾਡਾ ਜਿਹੜਾ ਰਿਲੀਜਨ ਹੈ ਉਹ ਅਲੱਗ ਤੋਂ ਕੰਸੀਡਰ ਕੀਤਾ ਜਾਵੇ। ਸੋ ਤਾਂ ਕਰਕੇ ਜਿਹੜਾ ਹੈ ਲਿੰਗਿਆਤ ਕਮਿਊਨਿਟੀ ਦੇ ਫਾਊਂਡਰ ਜਿਹੜੇ ਕਿ ਬਾਸਵੇਸ਼ਵਾਰਾ ਜੀ ਦਾ ਜਿਹੜਾ ਮੋਨੂਮੈਂਟ ਹੈ ਉਹ ਬਣਾਇਆ ਗਿਆ ਨਿਊ ਅਨੁਭਵਾ ਮੰਟੱਪਾ। ਇਹ ਇਸ ਮੋਨੂਮੈਂਟ ਨੂੰ ਕਰਨਾਟਕਾ ਦੇ ਸੀਐਮ ਨੇ ਜਿਹੜਾ ਹੈ ਉਹ ਲੇ ਡਾਊਨ ਕੀਤਾ ਹੈ ਉੱਥੋਂ ਦਾ ਫਾਊਂਡੇਸ਼ਨ ਸਟੋਨ ਦਾ, ਠੀਕ ਹੈ ਜੀ। ਇੱਥੇ ਅਗਰ ਮੈਂ ਤੁਹਾਡੇ ਤੋਂ ਇੱਕ ਦੋ ਕੁਐਸਚਨ ਪੁੱਛਾਂ, ਮੇਰਾ ਪਹਿਲਾ ਕੁਐਸਚਨ ਹੈ ਤੁਹਾਨੂੰ ਕਿ ਇੰਡੀਆਜ਼ ਫਸਟ ਲਾਈਕੇਨ ਪਾਰਕ ਇਹ ਕਿੱਥੇ ਬਣਾਇਆ ਗਿਆ? ਲਾਈਕੇਨ ਪਾਰਕ, ਇੰਡੀਆਜ਼ ਫਸਟ ਲਾਈਕੇਨ ਪਾਰਕ ਕਿੱਥੇ ਬਣਾਇਆ ਗਿਆ? ਠੀਕ ਹੈ, ਫਟਾਫਟ ਦੱਸੋ ਕਮੈਂਟ ਬਾਕਸ ਦੇ ਵਿੱਚ। ਇੰਡੀਆ ਦਾ ਪਹਿਲਾ ਲਾਈਕੇਨ ਪਾਰਕ ਇਹ ਬਣਾਇਆ ਗਿਆ ਯੂਕੇ, ਦੈਟ ਇਜ਼ ਉੱਤਰਾਖੰਡ ਦੇ ਵਿੱਚ ਪਹਿਲਾ ਜਿਹੜਾ ਲਾਈਕੇਨ ਪਾਰਕ ਹੈ। ਫਿਰ ਅਗਰ ਮੈਂ ਪੁੱਛਾਂ ਇੰਡੀਆ ਦਾ ਪਹਿਲਾ ਪੋਲੀਨੇਟਰ ਪਾਰਕ ਕਿੱਥੇ ਬਣਾਇਆ ਗਿਆ? ਪੋਲੀਨੇਟਰ, ਸੋ ਇਹ ਵੀ ਕਿੱਥੇ ਬਣਾਇਆ ਗਿਆ? ਉੱਤਰਾਖੰਡ ਦੇ ਵਿੱਚ, ਠੀਕ ਹੈ ਜੀ। ਅਗਰ ਮੈਂ ਪੁੱਛਾਂ ਹੀਂਗ ਕਲਟੀਵੇਸ਼ਨ ਪਾਰਕ ਜਾਂ ਹੀਂਗ ਕਲਟੀਵੇਸ਼ਨ ਜਿਹੜੀ ਹੈ ਕਿੱਥੇ ਸ਼ੁਰੂ ਕੀਤੀ ਗਈ ਹੈ? ਇਹ ਸ਼ੁਰੂ ਕੀਤੀ ਗਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ, ਠੀਕ ਹੈ ਜੀ। ਸੋ ਇਹ ਚੀਜ਼ਾਂ ਤੁਸੀਂ ਯਾਦ ਰੱਖਣੀ ਹੈ। ਇੱਕ ਹੋਰ ਪੁੱਛ ਲੈਣਾ ਕੈਨੇਬੀਜ਼ ਹੈ ਨਾ। ਸੋ ਇੰਡੀਆ ਦਾ ਪਹਿਲੀ ਜਿਹੜਾ ਕੈਨੇਬੀਜ਼ ਕਲਟੀਵੇਸ਼ਨ ਇਹ ਕਿੱਥੇ ਸ਼ੁਰੂ ਕੀਤੀ ਜਾਏਗੀ? ਫॉर ਮੈਡੀਕਲ ਪਰਪਸ ਓਨਲੀ, ਠੀਕ ਹੈ। ਕੈਨੇਬੀਜ਼ ਦੀ ਮੈਡੀਕਲ ਕਲਟੀਵੇਸ਼ਨ ਲਈ ਕੈਨੇਬੀਜ਼ ਦੀ ਪ੍ਰੋਡਕਸ਼ਨ ਕਿੱਥੇ ਸ਼ੁਰੂ ਕੀਤੀ ਜਾਏਗੀ? ਇਹ ਕੀਤੀ ਜਾਏਗੀ ਜੰਮੂ ਐਂਡ ਕਸ਼ਮੀਰ ਦੇ ਕਠੂਆ ਦੇ ਵਿੱਚ। ਨੈਕਸਟ, ਸ਼੍ਰੀ ਮਨਾਥੂ ਪਦਮਾਬਨ ਵਾਜ਼ ਰਿਲੇਟਿਡ ਟੂ ਵਿਚ ਆਫ ਦੀ ਫੋਲੋਇੰਗ ਫੀਲਡ? ਸ਼੍ਰੀ ਮਨਾਥੂ ਪਦਮਾਬਨ ਜੀ ਇਹਨਾਂ ਚੋਂ ਕਿਹੜੇ ਫੀਲਡ ਨਾਲ ਰਿਲੇਟ ਕਰਦੇ ਸੀ? ਇਜ਼ ਇਟ ਏ ਪੋਲਿਟਿਕਸ, ਬੀ ਲਿਟਰੇਚਰ, ਸੀ ਸਾਇੰਸ ਜਾਂ ਡੀ ਸੋਸ਼ਲ ਰਿਫਾਰਮ? ਕਿਹੜੇ ਫੀਲਡ ਨਾਲ ਰਿਲੇਟ ਕਰਦੇ ਸੀ ਜੀ ਸ਼੍ਰੀ ਮਨਾਥੂ ਪਦਮਾਬਨ, ਠੀਕ ਹੈ ਜੀ। ਸੋ ਹਰੀ ਅਪ, 5 4 3 2 1 and times up. The right answer is social reform. He was a social reformer. Why he was in news? ਇਹ ਨਹੀਂ ਹੈ ਕਿ ਇਹਨਾਂ ਦਾ ਕੋਈ ਰੀਸੈਂਟ ਦੇ ਵਿੱਚ ਦੇਹਾਂਤ ਹੋਇਆ ਹੈ। ਇਹਨਾਂ ਦਾ ਜਨਮ ਹੋਇਆ ਸੀ 1878 ਦੇ ਵਿੱਚ ਤੇ ਦੇਹਾਂਤ ਹੋਇਆ ਸੀ 1970 ਦੇ ਵਿੱਚ, ਠੀਕ ਹੈ। ਲੇਕਿਨ ਇਹ ਹੁਣ ਕਿਉਂ ਨਿਊਜ਼ ਦੇ ਵਿੱਚ ਹੈ? ਦੋਸਤੋ ਤੁਸੀਂ ਕੀ ਕਰ ਰਹੇ ਹੋ, ਤੁਸੀਂ ਫੇਸਬੁੱਕ ਤੇ ਕੀ ਚਲਾਉਂਦੇ ਹੋ, ਕੀ ਸ਼ੇਅਰ ਕਰਦੇ ਹੋ, ਮੈਂ ਕੀ ਚਲਾਨਾ ਕੀ ਸ਼ੇਅਰ ਕਰਦਾ, ਇਹ ਮੈਟਰ ਨਹੀਂ ਕਰਦਾ। ਬਟ ਲੇਕਿਨ ਜਿਹੜੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਰਾਸ਼ਟਰਪਤੀ ਹੈ, ਕੋਈ ਮੰਤਰੀ ਹੈਗੇ ਹੈ, ਇਹ ਸਭ ਕੁਝ ਮੈਟਰ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਜੀ ਨੇ, PM ਮੋਦੀ ਜੀ ਨੇ ਇਹਨਾਂ ਦੇ ਬਰਥ ਐਨਵਰਸਰੀ ਨੂੰ ਟ੍ਰਿਬਿਊਟ ਕਰਦੇ ਹੋਏ, ਠੀਕ ਹੈ, ਇਹਨਾਂ ਦੇ ਨਾਮ ਤੇ ਇੱਕ ਟਵੀਟ ਕੀਤਾ, ਤਾਂ ਕਰਕੇ ਜਿਹੜਾ ਹੈ ਨਿਊਜ਼ ਦੇ ਵਿੱਚ ਆਏ। ਸੋ ਇਦਾਂ ਹੀ ਕੁਐਸਚਨ ਜਿਹੜਾ ਹੈ ਬਣ ਜਾਂਦਾ ਹੈ। ਹੀ ਵਾਜ਼ ਦੀ ਫਾਊਂਡਰ ਆਫ ਨਾਇਰ ਸਰਵਿਸ ਸੁਸਾਇਟੀ ਇਨ ਕੇਰਲਾ, ਠੀਕ ਹੈ ਜੀ। ਇਹ ਯਾਦ ਰੱਖਣਾ ਤੁਸੀਂ, ਇਹ ਜਿਹੜੇ ਸੀਗੇ ਇਹ ਨਾਇਰ ਸਰਵਿਸ ਸੁਸਾਇਟੀ, ਠੀਕ ਹੈ ਜੀ। ਐਸ ਦੇ ਇਹ ਕੀ ਸੀਗੇ? ਫਾਊਂਡਰ ਸੀਗੇ। ਜਿਹੜੀ ਕਿ ਸੁਸਾਇਟੀ ਕਿੱਥੇ ਸੀ? ਕੇਰਲਾ, ਮੀਨਸ ਇਹ ਕੇਰਲਾ ਤੋਂ ਬਿਲੋਂਗ ਕਰਦੇ ਸੀਗੇ, ਕੇਰਲਾ। ਤੇ ਇਹ ਸੋਸ਼ਲ ਰਿਫਾਰਮਰ ਸੀਗੇ, ਤੇ ਇਹਨਾਂ ਨੂੰ ਆਪਦੀ ਲਾਈਫ ਦੇ ਵਿੱਚ ਪਦਮ ਭੂਸ਼ਣ ਅਵਾਰਡ ਮਿਲਿਆ 1966 ਦੇ ਵਿੱਚ ਤੇ ਇਹਨਾਂ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਭਾਰਤ ਕੇਸਰੀ ਦੀ ਉਪਾਧੀ ਦਿੱਤੀ ਹੋਈ ਸੀ, ਭਾਰਤ ਕੇਸਰੀ। ਸੋ ਭਾਰਤ ਕੇਸਰੀ ਮਨਾਥੂ ਪਦਮਨਾਭਨ ਜਿਹੜੇ ਹੈ ਇਹ ਕੇਰਲਾ ਤੋਂ ਬਿਲੋਂਗ ਕਰਦੇ ਹੈ ਐਂਡ ਹੀ ਵਾਜ਼ ਏ ਰਿਨੋਨਡ ਸੋਸ਼ਲ ਰਿਫਾਰਮਰ।
नेक्स्ट क्वेश्चन, who of the following has recently launched lazy wave 1 india report? lazy wave 1 india report ਨੂੰ ਇਹਨਾਂ ਚੋਂ ਕਿੰਨਾ ਨੇ ਜਿਹੜਾ ਹੈ ਉਹ ਲਾਂਚ ਕੀਤਾ? ਠੀਕ ਹੈ, ਥੋੜਾ ਜਿਹਾ ਟਿਪੀਕਲ ਕੁਐਸਚਨ ਹੈ, ਲੇਕਿਨ ਕੋਈ ਗੱਲ ਨਹੀਂ, ਆਪਾਂ ਨੂੰ ਹਰ ਕੁਐਸਚਨ ਜਿਹੜਾ ਹੈ ਉਹ ਆਣਾ ਚਾਹੀਦਾ। ਤੁਹਾਨੂੰ ਐਗਜ਼ਾਮ ਦੇ ਵਿੱਚ ਕੁਝ ਵੀ ਜਿਹੜਾ ਹੈ ਉਹ ਪੁੱਛਿਆ ਜਾ ਸਕਦਾ ਹੈ। ਸੋ ਦੱਸੋ ਜੀ, ਲੈਜ਼ੀ ਵੇਵ 1 ਜਿਹੜੀ ਇੰਡੀਆ ਰਿਪੋਰਟ ਹੈ, ਇਹਨੂੰ ਇਹਨਾਂ ਚੋਂ ਕਿਹੜੇ ਪਰਸਨ ਨੇ, ਕਿਹੜੀ ਪਰਸਨੈਲਿਟੀ ਨੇ, ਕਿਹੜੀ ਸ਼ਖਸੀਅਤ ਨੇ ਜਿਹੜਾ ਹੈ ਉਹ ਲਾਂਚ ਕੀਤਾ? इज इट ए प्रधानमंत्री श्री नरेंद्र मोदी जी? इज इट बी अपने साइंस एंड टैक्नोलॉजी के मिनिस्टर, हैल्थ एंड फैमिली वेलफेयर के मिनिस्टर डॉक्टर हर्षवर्धन जी, जिन्हों की कॉन्स्टिट्यूएंसी है चांदनी चौक न्यू दिल्ली, या फिर प्रकाश जावड़ेकर जी अपने जोड़े है इंफॉर्मेशन एंड ब्रॉडकास्टिंग के मिनिस्टर, या फिर एनवायरमेंट फॉरेस्ट एंड क्लाइमेट चेंज के मिनिस्टर। ठीक है जी, प्रकाश जावड़ेकर जी इन्होंने नहीं किया, या फिर अपने मिनिस्टर ऑफ एजुकेशन जिन्हों की हरिद्वार कॉन्स्टिट्यूएंसी है रमेश चंद्र पोखरियाल निशंक, इन्होंने किया। सो सही जवाब है जी इनका डॉक्टर हर्षवर्धन जी ने लेजी 1 वेव जी रिपोर्ट है वो किया। सब तो पहला तो ये है कि लेजी, एक ही चीज है जी, लॉन्गीट्यूडनल एजिंग सर्वे ऑफ इंडिया। लॉन्गीट्यूडनल एजिंग मतलब कि उम्र के वधन नाल इंडिया के लोगों के हैल्थ के उपर, सोशल स्टेटस के उपर, फाइनैशियल स्टेटस के उपर की फर्क जोड़े है वो पैंदे है, ताकि जोड़ा है वो होर जिहड़ियां वेलफेयर स्कीम्स है उदा ही चलाइया जा सकन। ये एक सर्वे सीगा जिसकी पहली रिपोर्ट जिहड़ी है वो पेश की गई। इस पहली रिपोर्ट को पेश किया जी डॉक्टर हर्षवर्धन जी ने। अगर आप बाकी ऑप्शंस की गल करिए तो नरेंद्र मोदी जी ने रीसेंट दे विच एक कनकलेव सीगी, वो सीगी इंटरनेशनल मैट्रोलॉजी कनकलेव, इंटरनेशनल मैट्रोलॉजी कॉन्कलेव, जिहड़ी कि CSIR काउंसिल ऑफ साइंटिफिक एंड इंडस्ट्रीयल रिसर्च CSIR की 75th वर्षगांठ के उपर 75th जिहड़ा फाउंडेशन डे ते जिहड़ी है ये कॉन्फ्रेंस करवाई गई, इंटरनेशनल मैट्रोलॉजी कॉन्कलेव। अगर आप प्रकाश जावड़ेकर जी की गल करिए, प्रकाश जावड़ेकर जी ने जिहड़ा है ये करवाया डिजिटल डायरी एंड डिजिटल कैलेंडर, जिहड़ा है गवर्नमेंट का जिहड़ा हर ऑफिस दे विच कैलेंडर लगे हुंदे है, हुण वो कैलेंडर जिहड़ा है वो डिजिटल फॉर्म दे विच डिजिटल डायरी एंड डिजिटल कैलेंडर जिहड़ा है इनू लॉन्च किया श्री प्रकाश जावड़ेकर जी ने। ते रमेश चंद्र पोखरियाल निशंक जी की गल करिए तो ये पंजाब लई ये क्वेश्चन बड़ा इंपोर्टेंट है पंजाब एग्जाम लई, क्योंकि इन्हां ने रीसेंट दे विच इंटरनेशनल अखंड कॉन्फ्रेंस का जिहड़ा है वो उद्घाटन किया। इंटरनेशनल अखंड कॉन्फ्रेंस जिहड़ी कि एजुकॉन जिन्होंने कहा जा सकता है, एजुकॉन ये सेंट्रल यूनिवर्सिटी ऑफ पंजाब बठिंडा जिहड़ी है ये इत्थे करवाई गई, इंटरनेशनल अखंड कॉन्फ्रेंस। नेक्स्ट क्वेश्चन, द 16th century Ramatiratham temple turned into a political war zone recently. It is located in which state? So 16वीं शताब्दी का रामातीर्थम टैंपल जिहड़ा कि पॉलिटिकल वॉर जोन बनिया होया रिसेंट दे विच, ये इन्हां चों किहड़ी स्टेट दे विच है? इज इट ए आंध्र प्रदेश, बी तेलंगाना, सी राजस्थान या डी उड़ीसा? इन्हां चारां चों किहड़ी स्टेट दे विच है जी रामातीर्थम टैंपल? हरिया रामातीर्थम टैंपल इन्हां चों किहड़ी स्टेट दे विच है? ओके ठीक है, जवाब आ रहे हैं, और दसो ABCD की जवाब आएगा जी 16th century रामातीर्थम टेंपल। सो द राइट आंसर टू दिस क्वेश्चन इज आंध्र प्रदेश। सो एस ये जिहड़ा टैंपल है इनू वैंडलाइज किया गया ते एंड 31 दिसंबर का वो दिन सीगा जिस दिन इनकी जिहड़ी एक आइडल है जो मूर्ति सीगी उनका एक हिस्सा नेड़े दे तालाब चो पाया गया। सो तां करके जिहड़ा है एक पॉलिटिकल जिहड़ा है ये मुद्दा बनिया होया है। सो ये टैंपल है जी रामातीर्थम टैंपल आंध्र प्रदेश दे विच। नेक्स्ट, who has been appointed as new British High Commissioner to India recently? So India इंडियन जिहड़े है ब्रिटिश अंबैसी दे विच ब्रिटिश हाई कमिश्नर जिहड़े इंडिया दे विच उन्होंने जिहड़ा है ये पोस्ट नूं ग्रहण किया। सो ये कौन है इन्हां चों? इज इट ए फिलिप बार्टन, बी अलेक्जेंडर एलिस, सी हर्षवर्धन श्रृंगला या डी तरनजीत सिंह संधू? Who has been appointed as new British High Commissioner to India recently? Okay,
ਹਰੀ ਅਪ ABCD क्वेश्चन ਨੂੰ ਪੜੋ ਧਿਆਨ ਨਾਲ ਜਵਾਬ ਦਿਓ। ਦੀ ਰਾਈਟ ਆਨਸਰ ਇਜ਼ ਅਲੈਗਜ਼ੈਂਡਰ ਐਲਿਸ। ਅਲੈਗਜ਼ੈਂਡਰ ਐਲਿਸ ਜੀ ਨੂੰ ਜਿਹੜਾ ਹੈ ਰੀਸੈਂਟ ਦੇ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਬਣਾਇਆ ਗਿਆ ਹੈ ਇੰਡੀਆ ਦਾ। ਐਂਡ ਅਗਰ ਆਪਾਂ ਬਾਕੀ ਗੱਲ ਕਰੀਏ ਇੰਡੀਆ ਦੇ ਇਸ ਟਾਈਮ ਫੋਰਨ ਸੈਕਟਰੀ ਕੌਣ ਹੈਗੇ ਹੈ, ਉਹ ਹੈਗੇ ਹੈ ਹਰਸ਼ਵਰਧਨ ਸ਼੍ਰਿੰਗਲਾ ਜੀ, ਜਿਹੜੇ ਕਿ ਪਹਿਲਾਂ ਅਮਰੀਕਾ ਦੇ ਇੰਡੀਆ ਦੀ ਤਰਫੋਂ ਅਮਰੀਕਾ ਦੇ ਅੰਬੈਸਡਰ ਹੁੰਦੇ ਸੀਗੇ ਅਮਰੀਕਾ ਦੇ ਵਿੱਚ ਇੰਡੀਆ ਦੀ ਤਰਫੋਂ। ਤੇ ਇਸ ਟਾਈਮ ਕੌਣ ਹੈਗੇ ਹੈ, ਤਰਨਜੀਤ ਸਿੰਘ ਸੰਧੂ ਅਮਰੀਕਾ ਦੇ ਵਿੱਚ। ਠੀਕ ਹੈ ਜੀ, ਸੋ ਅਲੈਗਜ਼ੈਂਡਰ ਐਲਿਸਨ ਦਾ ਸਹੀ ਜਵਾਬ ਹੈ। ਨੈਕਸਟ, ਸੁਪਰੀਮ ਕੋਰਟ ਵਿਲ ਸਟੱਡੀ ਐਂਟੀ ਕਨਵਰਜ਼ਨ ਲਾਜ਼ ਆਫ ਵਿਚ ਸਟੇਟਸ, ਜਾਂ ਸਟੇਟਸ। ਠੀਕ ਹੈ ਜੀ, ਇਹ ਪਿਛਲੀ ਵਾਰੀ ਆਪਾਂ ਇਹਨੂੰ ਡਿਟੇਲਸ ਕੀਤਾ ਸੀਗਾ। ਸੋ ਦੱਸੋ ਜੀ ਕਿਹੜੀ ਸਟੇਟ ਦੇ ਐਂਟੀ ਕਨਵਰਜ਼ਨ ਲਾਜ਼ ਨੂੰ ਸੁਪਰੀਮ ਕੋਰਟ ਸਟੱਡੀ ਕਰੇਗਾ? A ਉੱਤਰ ਪ੍ਰਦੇਸ਼, B ਉੱਤਰਾਖੰਡ, C ਮੱਧ ਪ੍ਰਦੇਸ਼ ਜਾਂ D both A and B। ਕਿਹੜੀ ਸਟੇਟ ਦੇ ਐਂਟੀ ਕਨਵਰਜ਼ਨ ਲਾਅ ਜਿਹੜੇ ਕਿ ਰੋਕਦੇ ਹੈ ਕਿ ਜਿਹੜਾ ਕਨਵਰਜ਼ਨ ਆਫ ਰਿਲੀਜੀਅਨ ਹੈ ਉਹਦਾ ਸੋਲ ਪਰਪਸ ਜਿਹੜਾ ਹੈ ਉਹ, ਜਾਂ ਇਹ ਕਹਿ ਲਓ ਕਿ ਮੈਰਿਜ ਦਾ ਸੋਲ ਪਰਪਸ ਰਿਲੀਜੀਅਨ ਕਨਵਰਜਨ ਨਹੀਂ ਹੋਣਾ ਚਾਹੀਦਾ। ਇਹਦੇ ਰਿਗਾਰਡਿੰਗ ਇੱਕ ਹੋਰ ਨਿਊਜ਼ ਆਈ ਹੈ, ਕਿਉਂਕਿ ਲਾਸਟ ਟਾਈਮ ਮੈਂ ਤੁਹਾਨੂੰ ਕਰਵਾਇਆ ਸੀਗਾ ਕਿ ਇੰਡੀਆ ਦੇ ਵਿੱਚ ਜਿਹੜੀਆਂ ਸ਼ਾਦੀਆਂ ਦੀ ਰਜਿਸਟ੍ਰੇਸ਼ਨ ਹੈ ਉਹ 5 ਤਰੀਕਿਆਂ ਨਾਲ ਹੁੰਦੀ ਹੈ। ਉਹਦੇ ਚੋਂ ਪੰਜਵਾਂ ਆਪਾਂ ਕੀਤਾ ਸੀਗਾ ਸਪੈਸ਼ਲ ਮੈਰਿਜ ਐਕਟ 1954। ਉਹਦੇ ਚ ਆਪਾਂ ਕਿਹਾ ਸੀਗਾ ਕਿ 30 ਡੇਜ਼ ਦਾ ਇੱਕ ਨੋਟਿਸ ਪੀਰੀਅਡ ਦਿੱਤਾ ਜਾਂਦਾ ਹੈ ਕਿ ਜਿਹੜੀ ਹੈ ਇੱਕ ਪਬਲਿਕੇਸ਼ਨ ਲਗਾਈ ਜਾਂਦੀ ਹੈ, ਚਾਹੇ ਕੋਰਟ ਦੇ ਬਾਹਰ ਇੱਕ ਪਰਚਾ ਲਗਾਇਆ ਜਾਵੇ ਜਾਂ ਵੈਬਸਾਈਟ ਤੇ ਪਾਇਆ ਜਾਵੇ ਕਿ ਇਹ ਲੜਕਾ ਇਸ ਲੜਕੀ ਨਾਲ ਜਾਂ ਇਹ ਲੜਕੀ ਇਸ ਲੜਕੇ ਨਾਲ ਜਿਹੜਾ ਹੈ ਉਹ ਮੈਰਿਜ ਕਰਵਾ ਰਹੀ ਹੈ। ਬਟ ਐਸੇ ਵੀਕ ਇਲਾਹਾਬਾਦ ਹਾਈ ਕੋਰਟ ਦਾ ਇੱਕ ਵਰਡਿਕਟ ਆਇਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹ ਉਹਨਾਂ ਦਾ ਪ੍ਰਾਈਵੇਸੀ ਹਨਨ ਦਾ ਮੁੱਦਾ ਹੈ। ਸੋ ਜ਼ਰੂਰੀ ਨਹੀਂ ਹੈ ਕਿ ਉਹ 30 ਦਿਨਾਂ ਦਾ ਨੋਟਿਸ ਲਗਾਇਆ ਹੀ ਜਾਵੇ ਇਨ ਸਪੈਸ਼ਲ ਮੈਰਿਜਸ ਐਕਟ 1954। ਇਹਦਾ ਸਹੀ ਜਵਾਬ ਹੈ ਉੱਤਰ ਪ੍ਰਦੇਸ਼ ਐਂਡ ਉੱਤਰਾਖੰਡ, both A and B। ਨੈਕਸਟ, ਤਰਕ ਨਾਗਰਿਕ mobile application has been launched by which of the following state or union territory recently? ਸਤਰਕ ਨਾਗਰਿਕ ਮੋਬਾਈਲ ਐਪਲੀਕੇਸ਼ਨ ਜਿਹੜੀ ਹੈ ਉਹ ਇਹਨਾਂ ਚੋਂ ਕਿਹੜੀ ਸਟੇਟ ਜਾਂ ਯੂਨੀਅਨ ਟੈਰੀਟਰੀ ਨੇ ਲਾਂਚ ਕੀਤੀ ਹੈ? ਇਜ਼ ਇਟ A ਜੰਮੂ ਐਂਡ ਕਸ਼ਮੀਰ, ਇਜ਼ ਇਟ B ਲੱਦਾਖ, C ਮਣੀਪੁਰ ਜਾਂ D ਰਾਜਸਥਾਨ? ਜੰਮੂ ਐਂਡ ਕਸ਼ਮੀਰ, ਲੱਦਾਖ, ਮਣੀਪੁਰ ਜਾਂ ਰਾਜਸਥਾਨ? ਹਰੀ ਅਪ ਗਾਇਜ਼, ਸਤਰਕ ਨਾਗਰਿਕ, ਦੇਖੋ ਧਿਆਨ ਨਾਲ ਜਵਾਬ ਦਿਓ। ਸਤਰਕ ਨਾਗਰਿਕ ਮੋਬਾਈਲ ਐਪ ਇਹਨਾਂ ਚੋਂ ਕਿਹੜੀ ਸਟੇਟ ਜਾਂ ਯੂਨੀਅਨ ਟੈਰੀਟਰੀ ਨੇ ਲਾਂਚ ਕੀਤੀ? ਹਾਂਜੀ, ਸਹੀ ਜਵਾਬ ਹੈ ਜੀ ਇਹਦਾ ਜੰਮੂ ਐਂਡ ਕਸ਼ਮੀਰ। ਜੰਮੂ ਐਂਡ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ ਜੀ ਨੇ ਇਹਦੀ ਇਨੋਗ੍ਰੇਸ਼ਨ ਕੀਤੀ, ਪਹਿਲੀ ਚੀਜ਼। ਸੈਕਿੰਡ, ਲੱਦਾਖ, ਅਗਰ ਆਪਾਂ ਬਾਕੀ ਆਪਸ਼ਨਸ ਦੀ ਗੱਲ ਕਰੀਏ, ਲੱਦਾਖ ਵਾਜ਼ ਇਨ ਨਿਊਜ਼ ਇਨ ਦਿਸ ਵੀਕ ਬਿਕੋਜ਼ ਸੈਂਟਰ ਗਵਰਨਮੈਂਟ ਨੇ ਇੱਕ ਕਮੇਟੀ ਬਣਾਈ ਹੈ ਜੀ ਸੈਂਟਰ ਗਵਰਨਮੈਂਟ ਨੇ, ਜਿਹੜੀ ਕਿ ਲੱਦਾਖ ਦੇ ਕਲਚਰ ਨੂੰ, ਲੱਦਾਖ ਦੀ ਲੈਂਗੁਏਜ ਨੂੰ, ਲੱਦਾਖ ਦੇ ਜਿਹੜੇ ਹੈ ਹੋਰ ਅਗਰ ਕੋਈ ਮੋਨੂਮੈਂਟਸ ਜਾਂ ਕੋਈ ਹੈਰੀਟੇਜ ਹੈ ਉਹਨੂੰ ਕੰਜ਼ਰਵ ਰੱਖਣ ਦੇ ਵਿੱਚ ਜਿਹੜਾ ਹੈ ਉਹ ਮਦਦ ਕਰੇਗੀ। ਐਂਡ ਵਿਦ ਦੀ ਹੈਲਪ ਆਫ ਸਿਟੀਜ਼ਨ ਪਾਰਟਨਰਸ਼ਿਪ ਆਫ ਜਾਂ ਸਿਟੀਜ਼ਨ ਪਾਰਟਿਸਿਪੇਸ਼ਨ ਆਫ ਲੱਦਾਖ। ਤੇ ਉਸ ਕਮੇਟੀ ਦੇ ਚੇਅਰਮੈਨ ਕੌਣ ਹੋਣਗੇ? ਉਹ ਹੋਣਗੇ ਜਿਹੜੇ ਆਪਣੇ ਮਿਨਿਸਟਰ ਆਫ ਸਟੇਟ ਫॉर ਹੋਮ ਅਫੇਅਰਸ ਹੈਗੇ ਆ, ਉਹ ਹੋਣਗੇ ਉਹਦੇ ਚੇਅਰਮੈਨ। ਮਣੀਪੁਰ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਮਣੀਪੁਰ ਦੇ ਵਿੱਚ ਚੈਰੀ ਬਲੋਸਮ ਮਾਓ ਫੈਸਟੀਵਲ ਮਨਾਇਆ ਗਿਆ। ਇੱਥੋਂ ਦੀ ਜਿਹੜੀ ਮਾਓ ਏਰੀਆ ਹੈ, ਮਾਓ ਏਰੀਆ ਦੇ ਵਿੱਚ ਚੈਰੀ ਬਲੋਸਮ ਫੈਸਟੀਵਲ ਜਿਹੜਾ ਹੈ ਉਹ ਮਨਾਇਆ ਗਿਆ ਮਣੀਪੁਰ ਦੇ ਵਿੱਚ। ਹੋਰ ਮਣੀਪੁਰ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਜ਼ੂਕੂ ਵੈਲੀ ਇੱਕ ਹੈ ਜਿਹੜੀ ਕਿ ਇੱਥੋਂ ਦਾ ਇੱਕ ਟੂਰਿਸਟ ਡੈਸਟੀਨੇਸ਼ਨ ਹੈ ਨਾਗਾਲੈਂਡ ਦੇ ਬਾਰਡਰ ਤੇ। ਸੋ ਜ਼ੂਕੂ ਵੈਲੀ ਦੇ ਵਿੱਚ ਜਿਹੜਾ ਹੈ ਉਹ ਇੱਕ ਵਾਈਲਡ ਫਾਇਰ ਲੱਗੀ ਹੋਈ ਸੀਗੀ, ਅੱਗ ਲੱਗੀ ਹੋਈ ਸੀਗੀ। ਉਸ ਅੱਗ ਨੂੰ 2 ਹਫ਼ਤਿਆਂ ਦੇ ਐਫਰਟ ਦੇ ਨਾਲ ਬੁਝਾਇਆ ਗਿਆ। ਰਾਜਸਥਾਨ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਰਾਜਸਥਾਨ ਇੱਕ ਕ੍ਰੌਪ ਸਰਵੇ ਕਰਵਾਏਗਾ, ਕਿਉਂਕਿ ਰਾਜਸਥਾਨ ਦੇ ਵਿੱਚ ਜਿਹੜਾ ਹੈ ਆਪਾਂ ਕਹਿੰਦੇ ਨਾ ਕਿ ਕੋਲਡ ਵੇਵ ਤੇ ਪਾਲਾ ਬਹੁਤ ਜ਼ਿਆਦਾ ਪੈ ਰਿਹਾ ਹੈ। ਸੋ ਉਹ ਜਿਹੜਾ ਫਰੋਸਟ ਜੰਮ ਜਾਂਦਾ ਹੈ ਉਸ ਨਾਲ ਫਸਲਾਂ ਖਰਾਬ ਹੋਈਆਂ। ਸੋ ਰਾਜਸਥਾਨ ਇੱਕ ਸਰਵੇ ਕਰਾਏਗਾ ਤੇ ਅਗਰ ਕਿਸੇ ਫਾਰਮਰ ਦੀ 33% ਤੋਂ ਜ਼ਿਆਦਾ ਫਸਲ ਜਿਹੜੀ ਹੈ ਉਹ ਖਰਾਬ ਹੋਈ ਹੈ ਤਾਂ ਉਹਨੂੰ ਕੰਪਨਸੇਸ਼ਨ ਦਿੱਤਾ ਜਾਏਗਾ। ਇਸ ਕਰਕੇ ਰਾਜਸਥਾਨ ਨਿਊਜ਼ ਦੇ ਵਿੱਚ ਸੀਗਾ। ਨੈਕਸਟ, who has been appointed as new attorney general of United States by President Joe Biden recently? President Joe Biden ਜਿਹੜੀ ਕਿ ਪ੍ਰੈਜ਼ੀਡੈਂਟ ਇਲੈਕਟ ਹੈਗੇ ਆ, 46th ਪ੍ਰੈਜ਼ੀਡੈਂਟ ਬਣਨਗੇ 20 ਜਨਵਰੀ ਨੂੰ। ਉਹਨਾਂ ਨੇ ਨਿਊ ਅਟਾਰਨੀ ਜਨਰਲ US ਦਾ ਇਹਨਾਂ ਚੋਂ ਕਿਹਨੂੰ ਬਣਾਇਆ? A ਵਨੀਤਾ ਗੁਪਤਾ, B ਲੀਜ਼ਾ ਮੋਨੈਕੋ, C ਮੈਰਿਕ ਗਾਰਲੈਂਡ ਜਾਂ D ਮਾਈਕ ਪੋਂਪੀਓ? ਕਿਹਨਾਂ ਨੂੰ ਬਣਾਇਆ ਜੀ ਨਿਊ ਅਟਾਰਨੀ ਜਨਰਲ? ਅਟਾਰਨੀ ਜਨਰਲ ਕੀ ਹੁੰਦਾ ਹੈ? ਮੇਨ ਜਿਹੜਾ ਸਲਾਹਕਾਰ ਹੁੰਦਾ ਹੈ, ਕਾਨੂੰਨੀ ਸਲਾਹਕਾਰ ਹੁੰਦਾ ਹੈ ਗਵਰਨਮੈਂਟ ਦਾ, ਕੈਬਨਿਟ ਦਾ ਹਿੱਸਾ ਹੁੰਦਾ ਹੈ ਨਿਊ ਜਿਹੜਾ ਅਟਾਰਨੀ ਜਨਰਲ ਹੁੰਦਾ ਹੈ।
ठीक है जी। सो इन्हां चों किन्हां नूं बनाया गया जी? यूनाइटेड स्टेट्स का नवा अटॉर्नी जनरल। द राइट आंसर इज ओके, राइट आंसर इज मैरिक गैरलैंड। मैरिक गैरलैंड ਜਿਹੜੇ सी जवाब आएगा जी, मैरिक गैरलैंड जी ਨੂੰ ਜਿਹੜਾ ਹੈ ਉਹ ਬਣਾਇਆ ਗਿਆ। अगर ਆਪਾਂ ਲਗਾਤਾਰ ਦੇਖੀਏ ਤਾਂ ਵਨੀਤਾ ਗੁਪਤਾ ਇੰਡੀਅਨ ओरिजिन है, ਇਹਨਾਂ ਨੂੰ ਬਣਾਇਆ ਗਿਆ ਐਸੋਸੀਏਟ ਅਟਾਰਨੀ ਜਨਰਲ। AG मीनस अटॉर्नी जनरल। ਲੀਜ਼ਾ ਮੋਨੈਕੋ ਨੂੰ ਬਣਾਇਆ ਗਿਆ ਜੀ ਡਿਪਟੀ ਅਟਾਰਨੀ ਜਨਰਲ ਤੇ ਮੈਰਿਕ ਗੈਰਲੈਂਡ ਨੂੰ ਬਣਾਇਆ ਗਿਆ ਅਟਾਰਨੀ ਜਨਰਲ। ਤੇ ਮਾਈਕ ਪੋਂਪੀਓ ਜਿਹੜੇ ਹੈ ਇਹ ਇਸ ਟਾਈਮ ਜਿਹੜੇ ਹੈ ਉਹ ਸੈਕਟਰੀ ਆਫ ਸਟੇਟ ਹੈਗੇ ਹੈ, ਸੈਕਟਰੀ ਆਫ ਸਟੇਟ, ਬਟ 20 ਤਰੀਕ ਤੋਂ ਇਹ ਚੇਂਜ ਹੋ ਜਾਣਗੇ। ਠੀਕ ਹੈ ਜੀ। ਸੋ ਇਹ ਸਾਰਾ ਤੁਹਾਡੇ ਸਾਹਮਣੇ ਹੈ। ਜਿਹੜੇ ਆਪਸ਼ਨ ਹੁੰਦੇ ਆ ਨਾ ਦੋਸਤੋ, ਆਪਸ਼ਨ ਵੀ ਜਿਹੜੇ ਹੈ ਉਹ ਵੈਲਿਊ ਰੱਖਦੇ ਹੈ। ਐਗਜ਼ਾਮ ਦੇ ਵਿੱਚ ਵੀ ਤੁਸੀਂ ਦੇਖੋਗੇ ਜਾਣਬੁੱਝ ਕੇ ਜਿਹੜੇ ਆਪਸ਼ਨ ਹੈ ਉਹ ਐਗਜ਼ਾਮੀਨਰ ਮਿਲਦੇ ਜੁਲਦੇ ਜੇ ਪਾਉਂਦਾ ਹੈ ਕਿ ਤੁਹਾਨੂੰ ਸਾਰੇ ਐ ਲੱਗਣ ਵੀ ਹਾਂ ਮੈਂ ਇਹਦਾ ਨਾਮ ਵੀ ਪੜਿਆ ਸੀਗਾ, ਇਹਦਾ ਵੀ ਪੜਿਆ ਸੀ, ਇਹ ਵੀ ਨਿਊਜ਼ 'ਚ ਹੈ, ਤਾਂ ਤੁਸੀਂ ਜਿਹੜਾ ਹੈ ਗਲਤੀ ਹੋਣ ਦੇ ਚਾਂਸ ਉਹਦੇ 'ਚ ਵੱਧ ਜਾਂਦੇ ਹੈ। Alan Burgess, who was the oldest living first-class cricketer of the world, but passed away recently. He belonged to which country? Alan Burgess ਜਿਹੜੇ ਕਿ oldest living cricketer ਸੀਗੇ, ਠੀਕ ਹੈ ਜੀ, first class cricketer ਸੀਗੇ, ਲੇਕਿਨ ਉਹਨਾਂ ਦਾ recent ਦੇ ਵਿੱਚ ਦੇਹਾਂਤ ਹੋਇਆ ਹੈ। ਇਹ ਇਹਨਾਂ ਚੋਂ ਕਿਹੜੇ ਦੇਸ਼ ਨਾਲ ਰਿਲੇਟ ਕਰਦੇ ਸੀ? Is it A ਇੰਗਲੈਂਡ, B ਆਸਟ੍ਰੇਲੀਆ, C ਸਕਾਟਲੈਂਡ ਜਾਂ D ਨਿਊਜ਼ੀਲੈਂਡ? ਕੀ ਜਵਾਬ ਆਏਗਾ ਜੀ? ਐਲਨ ਬਰਜਿਸ। ਐਲਨ ਬਰਗਿਸ ਜਾਂ ਐਲਨ ਬਰਜਿਸ ਜਿਹੜਾ ਵੀ ਹੈ, ਐਲਨ ਬਰਗਿਸ ਜਿਹੜੇ ਹੈ ਉਹ ਇਹਨਾਂ ਚੋਂ ਕਿਹੜੇ ਨਾਲ ਰਿਲੇਟ ਕਰਦੇ ਸੀ? 5 seconds, 5 4 3 2 1 and time's up. The right answer is New Zealand. He was the first class cricketer as well as World War II, ਜਿਹੜਾ World War II ਜਿਹੜੇ ਹੈ ਉਹ ਵੈਟਰਨ ਸੀਗੇ ਉਹਨਾਂ ਦੇ ਜਿਹੜੇ ਹੈ। ਠੀਕ ਹੈ। ਸੋ ਨਿਊਜ਼ੀਲੈਂਡ ਇਹਦਾ ਸਹੀ ਜਵਾਬ ਹੈ। ਨੈਕਸਟ, Launchpad scheme, which was in news recently, was launched by which state of India? Last week एक scheme news ਦੇ ਵਿੱਚ ਰਹੀ Launchpad scheme। ਇਹ ਇਹਨਾਂ ਚੋਂ ਕਿਹੜੀ state ਜਿਹੜੀ ਹੈ ਉਹਨਾਂ ਨੇ ਕਿਹੜੀ state ਨੇ launch ਕੀਤੀ ਹੈ Launchpad scheme? है ना, ये interesting बन गया। Launchpad scheme किन्ना ने launch ਕੀਤੀ है? So Launchpad scheme ਜਿਹੜੀ ਹੈ hurry up, 5 4 3 2 1 ओके जवाब आ रही है। सो सही जवाब है जी ਇਹਦਾ सही जवाब है राइट आंसर इज मध्य प्रदेश। ਇਹ ਕੀ ਸਕੀਮ ਹੈ ਜੀ? ਇਹ ਜਿਹੜੇ 18 ਸਾਲ ਤੋਂ ਉੱਪਰ ਜਿਹੜੇ ਹੈਗੇ ਆ ਉਹਨਾਂ ਲੜਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਇਹ ਸਕੀਮ ਹੈ। ਠੀਕ ਹੈ। ਸੋ ਇਹਦੇ ਤਹਿਤ ਗਵਰਨਮੈਂਟ ਜਿਹੜੀ ਹੈ ਮੱਧ ਪ੍ਰਦੇਸ਼ ਗਵਰਨਮੈਂਟ ਸਪੈਸ਼ਲੀ ਉਹਨਾਂ ਦਾ ਵੀਮਨ ਐਂਡ ਚਾਈਲਡ ਡਿਵੈਲਪਮੈਂਟ ਜਿਹੜੀ ਮਿਨਿਸਟਰੀ ਹੈ ਉਹ ਹੈਲਪ ਕਰੇਗੀ ਉਹਨਾਂ ਨੂੰ कॉफी शॉप्स खोलन वास्ते, इंटरनेट की दुकान खोलन वास्ते या फिर जिहड़ा है फोटो स्टेट या स्टेशनरी शॉप्स वगैरह खोलन वास्ते। दैट इज लॉन्चपैड स्कीम। नेक्स्ट, which of the following city has got in principle approval as the venue of Khelo India Youth Games 2022? Khelo India Games 2022 ਦਾ ਜਿਹੜਾ ਹੈ ਉਹ ਵੈਨਿਊ ਕਿਹੜਾ ਹੋਏਗਾ ਇਹਨਾਂ ਸਿਟੀਜ਼ ਚੋਂ? A ਗਵਾਲੀਅਰ, B ਜੈਪੁਰ, C पंचकुला या D भोपाल? ग्वालियर, जयपुर, पंचकुला, भोपाल। हरियर की होएगा जी वेन्यू? ओके 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 हरियर वेन्यू विल बी मध्य प्रदेश की कैपिटल सिटी ऑफ लेक्स भोपाल। ठीक है जी, भोपाल इनका सही जवाब है। ठीक है जी। अगर आप बाकी ऑप्शन की गल करिए, पंचकुला वैन्यू है इन्हां गेम्स का 2021 ਦੇ ਵਿੱਚ 2021 ਦੇ ਵਿੱਚ ਜਾਪਾਨ ਦੇ ਟੋਕੀਓ 올림픽 ਤੋਂ ਬਾਅਦ 2021 ਦੇ ਐਸੇ ਸਾਲ ਪੰਚਕੁਲਾ ਦੇ ਵਿੱਚ ਖੇਲੋ ਇੰਡੀਆ ਯੂਥ ਗੇਮਸ ਹੋਣਗੀਆਂ। ਜੈਪੁਰ ਦੀ ਆਪਾਂ ਗੱਲ ਕਰੀਏ ਰਾਜਸਥਾਨ ਦੀ ਕੈਪੀਟਲ, ਇਟ ਵਾਸ 38th ਜਿਹੜੀ ਇਹ ਵਰਲਡ ਹੈਰੀਟੇਜ ਸਾਈਟ ਸੀਗੀ ਤੇ ਸੈਕਿੰਡ ਸਿਟੀ ਸੀਗੀ ਜਿਹਨੂੰ ਯੂਨੈਸਕੋ ਦਾ ਵਰਲਡ ਹੈਰੀਟੇਜ ਸਾਈਟ ਦਾ ਟੈਗ ਮਿਲਿਆ ਹੋਇਆ ਹੈ। ਠੀਕ ਹੈ ਜੀ। ਪਹਿਲੀ ਅਹਿਮਦਾਬਾਦ ਤੇ ਇਸ ਸਾਲ ਦੋ ਸਿਟੀਜ਼ ਨੂੰ ਮਿਲਿਆ ਹੈ ਗਵਾਲੀਅਰ ਪਲੱਸ ओरछा। ठीक है जी। सो ये है बाकी ऑप्शनां दी गल। इंडियाज फर्स्ट फायर पार्क हैज बीन ओपन इन विच स्टेट? इंडिया का पहला फायर पार्क जिहड़ा है इन्हां चों किहड़ी स्टेट दे विच बनाया गया है? इंडियाज फर्स्ट फायर पार्क का मतलब की है कि इत्थे जिहड़ा है लोकां नूं जिहड़ियां है डायरैक्शनस उन्हां नूं ट्रेनिंग दित्ती जाएगी कि हाउ टू ओवरकम इन दी केस ऑफ डिजास्टर। कोई डिजास्टर हुंदा है, कोई अग नाल रिलेटेड कोई डिजास्टर हुंदा है तां किहड़े चीज़ नाल बचिया जा सकदा है, किहड़े-किहड़े तरीकिਆਂ नाल बचिया जा सकदा है? इज इट ए महाराष्ट्र, बी मध्य प्रदेश, सी उड़ीसा और डी मणिपुर? द राइट आंसर टू दिस क्वेश्चन इज उड़ीसा। उड़ीसा जिहड़ा है इहदा सही जवाब है। ठीक है जी। इत्थे हुण मैं तुहाडे तो दो क्वेश्चन पूछूंगा, सिर्फ दो। पहला क्वेश्चन है इंडिया दा
India's largest hockey stadium. India's largest hockey stadium ਇਹਨਾਂ ਚੋਂ ਕਿਹੜੀ ਸਟੇਟ ਦੇ ਵਿੱਚ ਬਣ ਰਿਹਾ ਹੈ? ਇੰਡੀਆ ਦਾ ਲਾਰਜੈਸਟ ਹਾਕੀ ਸਟੇਡੀਅਮ। ਦੂਸਰਾ ਕੁਐਸਚਨ, ਇਹਨਾਂ ਚੋਂ ਕਿਹੜੀ ਸਟੇਟ ਹੈ ਜਿੱਥੇ ਇੱਕ ਨਵਾਂ ਇਨੀਸ਼ੀਏਟਿਵ ਲਿੱਤਾ ਗਿਆ ਹੈ ਪੀਰੀਅਡ ਰੂਮ, ਜਿਹੜਾ ਕਿ ਵਿਮਨ ਵਾਸਤੇ ਪਬਲਿਕ ਟਾਇਲਟ ਦੇ ਵਿੱਚ ਇੱਕ ਇਨੀਸ਼ੀਏਟਿਵ ਹੈ ਕਿ ਅਲੱਗ ਤੋਂ ਜਿਹੜਾ ਹੈ ਹਾਈਜੀਨ ਕ੍ਰੀਏਟ ਕਰਨ ਵਾਸਤੇ ਬਹੁਤ ਹੀ ਵਧੀਆ ਇਹ ਇਨੀਸ਼ੀਏਟਿਵ ਹੈ, ਜਿਹਦੇ ਵਿੱਚ ਸਲਮ ਏਰੀਆਜ਼ ਵਗੈਰਾ ਸਲਮ ਏਰੀਆ ਦੇ ਵਿੱਚ ਰਹਿਣ ਵਾਲੀਆਂ ਵਿਮਨ ਵਗੈਰਾ ਵਾਸਤੇ ਪਬਲਿਕ ਟਾਇਲਟ ਦੇ ਵਿੱਚ ਪੀਰੀਅਡ ਰੂਮ ਦਾ ਜਿਹੜਾ ਹੈ ਉਹ ਇਨੀਸ਼ੀਏਟਿਵ ਲਿੱਤਾ ਗਿਆ, ਉਹ ਕਿਹੜੀ ਸਟੇਟ ਹੈ? तो पहले का जवाब आएगा जी उड़ीसा, उड़ीसा दे विच ये बन रही है। ओके, एंड सैकेंड का जिहड़ा जवाब आएगा वो आएगा महाराष्ट्र। महाराष्ट्र दी जिहड़ी ठाणे म्यूनिसिपल कॉरपोरेशन है ठाणे, ठीक है जी, वो उन्होंने एक पीरियड रूम इस तरह का बनाया है तो 120 जिहड़े रूम है वो इस तरह के होर बनाएंगे, ठीक है जी। नेक्स्ट, वेद मेहता who passed away recently is related to which of the following field? वेद मेहता जी जिन्हां दा रिसेंट दे विच देहांत होया वो इन्हां चों किहड़े फील्ड नाल रिलेट करदे सी? A author, B जर्नलिस्ट, C सोशल रिफॉर्मर या D सिनेमा? कि ਉਹ ਲੇਖਕ ਸੀਗੇ, ਕਿ ਉਹ ਪੱਤਰਕਾਰ ਸੀਗੇ, ਕਿ ਉਹ ਸਮਾਜਿਕ ਕਾਰਜਕਰਤਾ ਸੀਗੇ ਜਾਂ ਫਿਰ ਉਹ ਸਿਨੇਮਾ ਨਾਲ ਸੰਬੰਧ ਰੱਖਦੇ ਸੀ? ਸੋ 5 सेकंड्स फटाफट। वेद मेहता, वेद मेहता नाम याद करो, वेद मेहता कितने तुसी पढ़िया होएगा। वेद मेहता इज रिलेटेड टू ऑथर, ही वाज इंडियन अमेरिकन ऑथर, ही हैज ओवरकम दी ब्लाइंडनेस, इन्ना बारे बड़ा एक फेमस चीज है, ही वाज स्पेशली एबल्ड ऑथर, ही ओवरकम दी ब्लाइंडनेस एंड ही हैज रोट मैनी पॉपुलर बुक्स। इन्हों ने की है अमेरिका दे विच रह के इंडियन कल्चर नूं अमेरिका दे सामने जिहड़ा है वो लैके आंदा ते काफ़ी इन्होंने जिहड़ियां चीज़ां लिखियां, दी स्ट्रीट ऑफ इंडिया इस तरह का इन्होंने नॉवल लिखिया, फिर इन्होंने नावल लिखिया महात्मा गांधी एंड हिज अपोस्टेज, इस तरह जिहड़े है इन्होंने नॉवल लिखी हुई है वेद मेहता जी ने। नेक्स्ट, हू ऑफ द फॉलोइंग इज द करंट हेल्थ सैकटरी ऑफ इंडिया? इंडिया के करंट जिहड़े है वो सेहत डिपार्टमेंट के सचिव कौन हैगे है? हेल्थ सैकटरी, इज इट ए प्रीति पटेल, इज इट बी प्रीति पंत, सी राजेश भूषण जी या तुषार मेहता जी? हेल्थ सैकटरी ऑफ इंडिया। ये क्यों क्वेश्चन बनया दोस्तों? क्योंकि द हिंदू दे विच एक न्यूज़ आई, ठीक है, फ्रंट पेज की न्यूज़ सी लास्ट वीक, जिंदे च किया गया कि टीकाकरण का अभियान जिहड़ा है वो 16 जनवरी को शुरू किया जा रहा है, लेकिन ऐदा नहीं है कि किसी को भी जिवें तुहाडे कोलों ऑप्शन होंदा है भी इस नहीं नंबर जिहड़ा है वो कोट करवाना है या असीं आ चीज़ नहीं आ चीज़ लैनी है, ऐदा नहीं है कि तुहाडे कोलों किसी को भी ऑप्शन होएगा कि कोविशील्ड लगवानी है या कोवैक्सीन लगवानी है, ऐदा कुछ नहीं होएगा। ये सारी चीज़ किन्ने दसी? ये हेल्थ सैकटरी ने दसी, जिन्हां दा नाम है राजेश भूषण। सो अगर आप बाकियों की गल करिए, इस तो पहला प्रीति पटेल हेल्थ सैकटरी सीगे, लेकिन हुण है राजेश भूषण। प्रीति पंत वो है जिन्हों ने सेंट्रल गवर्नमेंट ने एक कमेटी बनाई है जिंदे पिछली बारी जो हेल्थ एंड फैमिली सर्वे होया सीगा, उनदे जिहड़ियां कमियां पाईयां गईयां उन्हां दे जिहड़ी है वो रेमिडिफिकेशन प्रीति पंत जी करनगे। तुषार मेहता की अगर आप गल करिए, तुषार मेहता इज दी सोलिसिटर जनरल ऑफ इंडिया, ठीक है जी। सोलिसिटर जनरल किहड़े हुंदे है? डिप्टी वकील हुंदे है। इंडिया का मेन वकील, इंडियन गवर्नमेंट का मेन वकील कौन होंदा है? अटॉर्नी जनरल। कौन है अटॉर्नी जनरल? के वेणुगोपाल। चल रहे ना फार्मर्स का प्रोटेस्ट चल रहा है, सो इदां दे क्वेश्चन बन सकते हैं। गवर्नमेंट की तरफों जो मेन वकील होंदा है वो होंदा है अटॉर्नी जनरल, वो है के वेणुगोपाल। उनके डिप्टी होंदे है सोलिसिटर जनरल, वो है तुषार मेहता। नेक्स्ट, हू ऑफ द फॉलोइंग इज द करंट यूनियन मिनिस्टर ऑफ आयुष? आयुष मंत्रालय के करंट जिहड़े मिनिस्टर है वो इन्हां चों कौन है? इज इट ए अर्जुन मुंडा, बी डी.वी. सदानंद गौड़ा, सी श्रीपद येसो नायक या डी राव इंद्रजीत सिंह? ये आयुष मंत्रालय के करंट मिनिस्टर कौन है? आयुष की है जी? आयुर्वेदा, योगा एंड नेचुरोपैथी, यूनानी, सिद्धा एंड होम्योपैथी। सो आयुष है जी। उस तो बाद इन्होंने मिनिस्टर कौन है? करंट मिनिस्टर आयुष के करंट मिनिस्टर है जी श्रीपद येसो नायक। ही इज इन न्यूज़ रिसेंटली बिकॉज ये गोवा के एक हॉस्पिटल के एडमिट है, इन्हों की सर्जरी हुई है क्योंकि ही हैज़ मैट विद अ रोड एक्सीडेंट। ये कुछ आपके फ्रेंड्स एंड फैमिली मैंबर्स नाल जा रहे थे, इन्हों की वाइफ का उस एक्सीडेंट के देहांत हो गया, इन्हों की सर्जरी है गोवा के हुई है। सो श्रीपद येसो नायक। बाकियों की गल करिए, अर्जुन मुंडा जिहड़े है, अर्जुन मुंडा अपने जिहड़े मिनिस्टर है उन्होंने रीसेंट दे विच इन्होंने स्कोच अवॉर्ड भी मिले है, ठीक है। अर्जुन मुंडा जी को स्कोच अवॉर्ड मिले है। मिनिस्टर ऑफ ट्राइबल अफेयर्स ही है। अर्जुन मुंडा जी मिनिस्टर ऑफ ट्राइबल अफेयर्स है।
ਡੀ.ਵੀ. ਸਦਾਨੰਦ ਗੌੜਾ ਜੀ ਮਿਨਿਸਟਰ ਹੈਗੇ ਆ ਕੈਮੀਕਲ ਐਂਡ ਫਰਟੀਲਾਈਜ਼ਰ ਦੇ, ਤੇ ਰਾਵ ਇੰਦਰਜੀਤ ਸਿੰਘ ਜਿਹੜੇ ਕਿ ਗੁਰੂਗ੍ਰਾਮ ਤੋਂ ਕਨਸਟੀਟੂਐਂਸੀ ਹੈ, ਰਾਵ ਇੰਦਰਜੀਤ ਸਿੰਘ ਜਿਹੜੇ ਹੈ ਉਹ MO ਮਿਨਿਸਟਰੀ ਆਫ ਸਟੈਟਿਸਟਿਕ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਇਹਦੇ ਮਿਨਿਸਟਰ ਹੈਗੇ ਆ, ਠੀਕ ਹੈ ਜੀ, ਮਿਨਿਸਟਰੀ ਆਫ ਸਟੈਟਿਸਟਿਕ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ। Which of the following country has recently been added in the list of state-sponsored terrorism countries by US? US ਦੇ ਵਿੱਚ ਜਾਂਦੀ ਗਵਰਨਮੈਂਟ ਡੋਨਾਲਡ ਟਰੰਪ ਜੀ ਜਿਹੜੇ ਹੈ ਉਹ ਡਿਫਰੈਂਟ ਜਿਹੜੇ ਹੈ ਉਹ ਡਿਸੀਜਨ ਲੈ ਰਹੇ ਹੈ, ਜਿਹੜਾ ਕਿ ਨਵੀਂ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਭੁਗਤਣੇ ਪੈਣਗੇ। ਉਹਨਾਂ ਚੋਂ ਇੱਕ ਡਿਸੀਜਨ ਇਹ ਲਿੱਤਾ ਕਿ ਇਹਨਾਂ ਚਾਰਾਂ ਚੋਂ ਕੋਈ ਇੱਕ ਦੇਸ਼ ਹੈ ਜਿਹੜੇ ਦੇਸ਼ ਨੂੰ ਉਹਨਾਂ ਨੇ ਸਟੇਟ ਸਪੌਂਸਰ ਟੈਰਰਿਜ਼ਮ ਕੰਟਰੀ ਦੇ ਵਿੱਚ ਜਿਹੜਾ ਹੈ ਇਨਕਲੂਡ ਕਰਤਾ। ਕੀ ਉਹ ਦੇਸ਼ ਮਲੇਸ਼ੀਆ ਹੈ, क्यूबा है, घाना है या ब्राजील है? सो मैं देख रहा थोड़े काफी ਜਿਹੜੇ ਜਵਾਬ ਆ ਰਹੇ ਹੈ। सो सही जवाब है जी बी क्यूबा। क्यूबा ਜਿਹੜਾ ਉਹ ਕੰਟਰੀ ਹੈ। ਮਲੇਸ਼ੀਆ ਨਿਊਜ਼ ਦੇ ਵਿੱਚ ਹੈ ਕਿਉਂਕਿ ਮਲੇਸ਼ੀਆ ਨੇ ਐਮਰਜੈਂਸੀ ਜਿਹੜੀ ਘੋਸ਼ਿਤ ਕੀਤੀ ਹੈ ਡਿਊ ਟੂ ਕੋਵਿਡ-19 ਰੀਸੈਂਟ ਦੇ ਵਿੱਚ, ਠੀਕ ਹੈ ਜੀ। ਘਾਨਾ ਨਿਊਜ਼ ਦੇ ਵਿੱਚ ਨਹੀਂ ਹੈ। ਬ੍ਰਾਜ਼ੀਲ ਜਿਹੜਾ ਨਿਊਜ਼ ਦੇ ਵਿੱਚ ਹੈ, ਬ੍ਰਾਜ਼ੀਲ ਨੇ ਕੋਵੈਕਸੀਨ ਜਿਹੜੀ ਭਾਰਤ ਬਾਇਓਟੈਕ ਦੀ ਹੈ ਉਹਨਾਂ ਨੂੰ ਆਰਡਰ ਦਿੱਤਾ ਹੈ ਬ੍ਰਾਜ਼ੀਲ ਨੇ ਆਪਦੇ ਦੇਸ਼ ਵਾਸਤੇ ਇੰਜੈਕਸ਼ਨ ਜਿਹੜੇ ਹੈ ਉਹ ਸਪਲਾਈ ਕਰਨ ਦਾ। ਨੈਕਸਟ ਹੈ ਜੀ, which of the following statements are correct about the Citizenship Amendment Act of India? ਸੋ CAA ਜਿਹੜਾ ਐਕਟ ਹੈ ਉਹਦੇ ਬਾਰੇ ਇਹਨਾਂ ਚੋਂ ਕਿਹੜੀ ਸਟੇਟਮੈਂਟ ਠੀਕ ਹੈਗੀ ਹੈ? ਪਹਿਲਾ, according to government this act is to help illegal migrants who came to India before 31st December 2014 from Afghanistan, Pakistan and Bangladesh। थोड़ा टाइम शुरू हो चुके हैं, फटाफट पढ़ते रहो, मैं जदों ही पूरा किया नाम का आंसर दे दूंगा। Statement number 2, according to this act migrants from 3 countries can apply for Indian citizenship via faster route if they belong to minority communities in Afghanistan, Pakistan and Bangladesh। Third, this act has been repealed by government of India। तो दसो जी फटाफट पहली, दूजी, तीजी स्टेटमेंट। अगर मैं इन्हू सोल्व करा, मैं इत्थे लिखूंगा 1 2 ते 3। पहली स्टेटमेंट कहती है कि गवर्नमेंट ऑफ इंडिया ने इलीगल माइग्रेंट्स आ 3 देशों तो ते डेडलाइन केड़ी रखी है। जो भी इदां दी स्टेटमेंट का क्वेश्चन आवे ना, तुसीं जिहड़ा भी डेटा दिता होया ना उन्होंने ध्यान नाल समझना है, ठीक है। सो अफगानिस्तान, पाकिस्तान, बांग्लादेश तीनों बिल्कुल ठीक है कंट्रीज, ते डेट भी बिल्कुल ठीक है। पहली स्टेटमेंट बिल्कुल सही है। दूजी स्टेटमेंट कहती है कि इन्हों फास्ट रूट तो थ्रू फास्टर रूट इन्हों सिटीजनशिप दी जाएगी अगर वो उन्होंने माइनॉरिटी कम्यूनिटीज के हैगे है, बिल्कुल ठीक है। की गवर्नमेंट ने ये एक्ट वापस ले लिया, रिपील कर लिया? नहीं, बिल्कुल नहीं किया, ठीक है। तुहानूं पता ही है शाहीन बाग वगैरह का जो सारा चल रहा सी, फिर करोना वगैरह का विच आ गया। सो हजे तक ही वापस लेना ही नहीं, कानून बन चुके हैं। सो ओनली 1 and 2 इज दी राइट आंसर। पहली स्टेटमेंट ठीक है, दूसरी स्टेटमेंट ठीक है, तीसरी स्टेटमेंट सही नहीं। नेक्स्ट, choose the correct combination of the military exercises of India with related country। तो ਕੰਬੀਨੇਸ਼ਨ ਜਿਹੜਾ ਤੁਸੀਂ ਚੂਜ਼ ਕਰਨਾ ਹੈ ਕਿ ਕਿਹੜੀ ਐਕਸਰਸਾਈਜ਼ ਇੰਡੀਆ ਕਿਹੜੀ ਕੰਟਰੀ ਨਾਲ ਕਰਦਾ ਹੈ। ए संप्रीति, बी दूसरा इक्विलिन, बोल्ड कुरुक्षेत्रा या मित्रा शक्ति। इधर 4 देश है, श्रीलंका, सिंगापुर, मालदीव्स या बांग्लादेश। फटाफट दसो जी केड़ी नाल केड़ा लिंक आ रहा है, ठीक है। अगर तुसी पढ़ना तो तुसी पॉज कर सकते हो, मैं अगे इनू चल रहा। दी राइट आंसर टू दिस क्वेश्चन इज फर्स्ट द डी। तुहानू पता है संप्रीति एक्सरसाइज इंडिया करता है जी बांग्लादेश नाल। इक्विलिन करता है जी मालदीव्स नाल। बोल्ड कुरुक्षेत्र आप करते हैं सिंगापुर नाल, ते मित्रा शक्ति होंदी है श्रीलंका नाल, ठीक है जी। सो क्योंकि क्यों क्वेश्चन बनया है, क्योंकि ऐसे वीक सी विजिल नाम ते एक जिहड़ी एक्सरसाइज है वो इंडियन नेवी ने की है। नेक्स्ट, चूज द करेक्ट कंबीनेशन ऑफ द फेस्टिवल्स विद देयर रिलेटेड स्टेट ऑफ इंडिया, ठीक है जी। सो इधर 4 फेस्टिवल दिते हुए हैं, माजूली, गंगोर, उगादी, हॉर्नबिल। इधर दिता हुआ है असम, राजस्थान, नागालैंड ते तेलंगाना। सो तुसीं इन्हां नूं सही मिलान जिहड़ा है इन्हां दा करना है, फटाफट करो ताकि जिहड़ा है मैं इहदा सही जवाब तुहानूं दस सकां। सो द राइट आंसर टू दिस क्वेश्चन इज माजूली। माजूली तुहानूं पता ही है डिस्ट्रिक्ट है एक असम दे विच, जिहड़ा कि आयरलैंड डिस्ट्रिक्ट है असम दे विच। गंगोर जिहड़ा है राजस्थान नाल रिलेटेड है। उगादी रिलेटेड है तेलंगाना नाल, ते हॉर्नबिल फेस्टिवल स्टेट फेस्टिवल है नागालैंड का। क्यों क्वेश्चन बनया, क्योंकि सबरीमाला
ਮਾਲਾ ਮੰਦਿਰ, ਸਬਰੀਮਾਲਾ ਟੈਂਪਲ ਜਿਹੜਾ ਕੇਰਲਾ ਦੇ ਵਿੱਚ ਹੈ। ਇੱਥੇ ਜਿਹੜਾ ਵਿਰਾਕੂ ਫੈਸਟੀਵਲ ਜਿਹੜਾ ਹੈ ਉਹ ਰੀਸੈਂਟ ਦੇ ਵਿੱਚ ਹੋਇਆ, ਜਿਹੜਾ ਕਿ ਹਰ ਸਾਲ 14 ਜਨਵਰੀ ਕੀ ਹੁੰਦਾ ਹੈ, ਮਕਰ ਸੰਕ੍ਰਾਂਤੀ ਵੇਲੇ ਇੱਕ ਵਿਰਾਕੂ ਫੈਸਟੀਵਲ ਇੱਥੇ ਹੁੰਦਾ ਹੈ। ਸੋ ਉਸ ਫੈਸਟੀਵਲ ਦੀ ਵਜ੍ਹਾ ਨਾਲ ਬਾਕੀ ਫੈਸਟੀਵਲ ਦਾ ਕੁਐਸਚਨ ਜਿਹੜਾ ਰਿਲੇਟ ਕਰਦਾ ਹੋਇਆ ਇਹ ਹੋਇਆ। फिर अगर आप सबरीमाला मंदिर की गल कर रहे हैं तो नैक्सट क्वेश्चन थोड़े सामने है, चूज द करैक्ट कंबीनेशन ऑफ द फेमस टैंपल्स। ये भी क्वेश्चन ताई बनया। सो फेमस टैंपल का जिहड़ा 4 टैंपल दिते हुए है, विरूपक्षा, रंगानाथा स्वामी टैंपल, लिंगा राजा टैंपल ते वेंकटेश्वरा टैंपल। इन्हां दा तुसीं मिलान करना है, आंध्र प्रदेश, उड़ीसा, तमिलनाडु या कर्नाटका, किहड़ा मंदिर किहड़ी स्टेट दे विच हैगा। ठीक है जी। सो तुहानूं अगर टाइम चाहिए तो तुसीं इहनूं पोज कर सकते हो। विरूपाक्षा टैंपल मैं इहनूं सोल्व करदा। विरूपाक्षा टैंपल जिहड़ा है ओबवियसली वो कित्थे हैगा, राइट आंसर इज कर्नाटका। ठीक है। सो विरूपाक्षा टैंपल कर्नाटका च है, रंगानाथा स्वामी टैंपल तमिलनाडु च है, लिंगा राजा टैंपल उड़ीसा ते वेंकटेश्वरा टैंपल होई है तिरुपति बालाजी नाम से सुनिया होगा, जिथों दे लड्डू नूं जीआई टैग प्राप्त है, वेंकटेश्वरा आंध्र प्रदेश। सो दोस्तों ये सीगा अज दा अपना जिहड़ा ब्रेकिंग न्यूज़ दा, न्यूज़ इन क्रक्स दा, ते जिहड़े मेन जिहड़े अपने अगर आपां कहिए कि किहड़े क्वेश्चन इस वीक दे मेन बने, ठीक है, उन्हां बारे सारा एक क्रक्स। ठीक है जी। सो थोड़े इन्हां 20 क्वेश्चन चों किन्ने मार्क्स आए ये तुसीं कमेंट बॉक्स में जरूर लिखना है। मैं देख रहा कि काफ़ी जड़े स्टूडेंट है, काफ़ी सारे स्टूडेंट इस लैक्चर को देखते हैं लेकिन आपका स्कोर जिहड़ा है वो मैंशन नहीं करते, पर चलो कोई गल नहीं, तुसीं नहीं करना चाहते होंगे, इट्स योर विश, कोई प्रॉब्लम नहीं है, लेकिन आपदे आप नूं तुसीं जरूर देखना है कि कित्थे तुसीं जिहड़ा है वो स्टैंड कर रहे हो। अगर तो थोड़े जिहड़े नंबर है वो मोर दैन 15 बन रही है, मोर दैन 15 मार्क्स अगर तुसी लै रहे हो तो बड़े बिल्कुल ही तुसी सही चल रहे हो, बहुत कंपीटीशन है, तुसी उन्होंने होर इनू मेनटेन रखो। अगर थोड़े मार्क्स जिहड़े है 12 तो 15 आ रहे हैं तो मैं इनू गुड कैटेगरी दे विच कहूँगा। अगर 12 तो घट है, 10 तो 12 है तो मैं कहूँगा कि ठीक है, सैटिस्फैक्टरी है, तुसी कर रहे हो कोशिश। लेकिन अगर दोस्तों 10 तो घट थोड़े मार्क्स बन रहे हैं, ठीक है, इफ योर मार्क्स आर लैस दैन 10 दैन जिहड़ा है थोड़ा जिहा तुहानूं करंट अफेयर जिहड़ा है थोड़ा जिहा नहीं बहुत अच्छे लेवल ते जिहड़ा करंट अफेयर करन दी जरूरत हैगी है। ठीक है। सो तुसीं किवें कर सकदे हो करंट अफेयर, उहदा तरीका है कि तुसीं न्यूज़पेपर पढ़ो डेली बेसिस ते, स्पैशली द हिंदू। ठीक है। डिफरेंट ऑथेंटिक सोर्सिस तो करंट अफेयर करो, स्पैशली PIB प्रैस इंफॉर्मेशन ब्यूरो। आपदे खुद दे नोट्स बनाओ, जिथों भी तुसीं करंट अफेयर पढ़ रहे हो खुद दे नोट्स बनाओ, उन्होंने वारी रिवाइज करो ताकि कोई कन्फ्यूजन ना होवे ते जिहड़ा लास्ट 1 ईयर दे करंट अफेयर ते जरूर जिहड़ा निगाह मार के नहीं बल्कि प्रॉपर करके जाओ, एग्जाम तो पहला कोई भी क्वेश्चन जिहड़ा है वो बन सकता है। ठीक है जी। अगर तुसीं साडे नाल करना चाहते हो करंट अफेयर तो डेली बेसिस ते जिवें आ क्लास होंदी है डेली बेसिस ते सवेरे 8 बजे मेरी रेस अकैडमी ऑफिशियल ऐप दे विच जिहड़ा है वो क्लास आंदी है, तो तुसीं रेस अकैडमी ऐप जिहड़ी है वो डाउनलोड कर सकते हो ते जो नंबर नीचे चल रही है, ठीक है, उस नंबर ते तुसीं कॉन्टैक्ट करके जिहड़ा है कोई भी इंफॉर्मेशन जिहड़ी लै सकते हो। सो उत्थे जिहड़ा असीं कोर्स जिहड़ा है चल रहा है उहदे विच की हुंदा है, लेटेस्ट करंट अफेयर तुहानूं करवाई जांदी है, जिहड़े भी करंट अफेयर डेली बेसिस ते आपां करदे हां MCQ करते हैं, नाल पिछले 1 साल के करंट अफेयर जिहड़े है वो थ्रू MCQ एज वेल एज टॉपिक वाइज जिहड़े है वो करवाए जाते हैं। ठीक है जी। सो उत्थे आपां करते हैं। सो ठीक है फिर दोस्तों मिलते हैं आपां नैक्सट संडे यूट्यूब चैनल ते अगर तुसीं रेस अकैडमी ऑफिशियल ऐप डाउनलोड करते हो तो कल आपां रेस अकैडमी ऑफिशियल ऐप ते मिलते हैं। ठीक है जी। सो अगर तुहानूं लैक्चर वधिया लगे फ्रेंड्स तो प्लीज़ इनू जिहड़ा है लाइक भी करना है ते इनू शेयर जरूर करना है आपके फ्रेंड्स एंड फैमिली मैंबर नाल ते ठीक है फिर मिलते हैं, रब रखा अगले संडे। ओके जी, थैंक यू सो मच, ऑल दी वेरी बेस्ट फॉर योर प्रिपरेशन।